ਅੱਜ ਦੇ ਕੁਐਸਚਨ ਫੀਡ ਦੇ 6ਵੇਂ ਸੈਸ਼ਨ ਦੇ ਵਿੱਚ ਆਪ ਜੀ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਜੀ। ਸਾਡੇ ਨਾਲ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਜੋ ਕਿ ਹੈਡ ਗ੍ਰੰਥੀ ਨੇ ਗੁਰਦੁਆਰਾ ਰੇਸ ਕੋਰਸ ਦੇਹਰਾਦੂਨ ਵਿਖੇ। ਆਪ ਜੀ ਪਹਿਲੇ ਵੀ ਕਈ ਸੈਸ਼ਨਾਂ ਦੇ ਵਿੱਚ ਵੀਰ ਜੀ ਤੋਂ ਲਾਹਾ ਲੈ ਚੁੱਕੇ ਹੋ, ਗੁਰਮਤ ਗੁਰਬਾਣੀ ਦੀ ਵਿਚਾਰ ਸੁਣ ਚੁੱਕੇ ਹੋ। ਬਹੁਤ ਹੀ ਸੋਹਣੇ ਢੰਗ ਦੇ ਨਾਲ ਪ੍ਰਸ਼ਨਾਂ ਦੇ ਜਵਾਬ ਦਿੰਦੇ ਨੇ। ਮੈਂ ਪਹਿਲੇ ਵੀਰ ਜੀ ਨੂੰ ਸਕਰੀਨ ਤੇ ਲੈ ਕੇ ਆਣਾ ਕਿ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿ ਸਕੀਏ, ਫਤਿਹ ਸਾਂਝ ਕਰ ਸਕੀਏ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਵੀਰ ਜੀ। ਅੱਜ ਅਸੀਂ ਆਪ ਜੀ ਦੇ ਨਾਲ ਕੁਐਸਚਨ ਫੀਡ ਦਾ 6th ਸੈਸ਼ਨ ਕਰ ਰਹੇ ਹਾਂ ਜੀ। ਤੇ ਮਹਾਰਾਜ ਦੀ ਕਿਰਪਾ ਨਾਲ ਪਿਛਲੇ ਸੈਸ਼ਨ ਜਿਤਨੇ ਵੀ ਹੋਏ ਨੇ ਬਹੁਤ ਪੋਜ਼ਿਟਿਵ ਰਿਸਪੌਂਸ, ਬਹੁਤ ਅੱਛੇ ਸੰਗਤਾਂ ਨੂੰ ਲੱਗੇ ਨੇ ਤੇ ਬਹੁਤ ਪੋਜ਼ਿਟਿਵ ਮੈਸੇजेस ਵੀ ਸਾਡੇ ਕੋਲ ਆਏ ਨੇ ਜੀ। ਵੀਰ ਜੀ ਅੱਜ ਦੇ ਜਿਹੜੇ ਸਵਾਲ ਆਏ ਨੇ ਹਾਂਜੀ, ਉਹਨਾਂ ਨੂੰ ਸ਼ੁਰੂ ਕਰਦੇ ਮੈਂ ਆਪ ਜੀ ਕੋਲ ਪਹਿਲਾ ਸਵਾਲ ਰੱਖਦਾ ਜੀ। ਸਵਾਲ ਆਇਆ ਜੀ, what is the difference between ਦੁਰਮਤ, ਮਨਮਤ ਐਂਡ ਗੁਰਮਤ? ਇਹਨਾਂ ਵਿੱਚ ਕੀ ਡਿਫਰੈਂਸ ਹੈ ਦੁਰਮਤ ਦੇ ਵਿੱਚ, ਮਨਮਤ ਦੇ ਵਿੱਚ ਤੇ ਗੁਰਮਤ ਦੇ ਵਿੱਚ? ਇਹ ਅੱਜ ਦਾ ਪਹਿਲਾ ਸਵਾਲ ਆਇਆ ਜੀ। ਠੀਕ ਹੈ ਜੀ। ਇੱਕ ਵਾਰ ਫਿਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿਫਰੈਂਸਿਸ ਦੱਸਣ ਤੋਂ ਪਹਿਲੇ ਤੇ ਇੱਕ ਸਿਮਿਲੈਰਿਟੀ ਅਗਰ ਇਸ ਤਿੰਨਾਂ ਵਿੱਚ ਵੇਖਾਂਗੇ ਨਾ, ਤੇ ਤਿੰਨਾਂ ਦੇ ਵਿੱਚ ਇੱਕ ਸ਼ਬਦ ਕਾਮਨ ਹੈ, ਮਤ। ਜੇ ਅਸੀਂ ਬੋਲਾਂਗੇ ਦੁਰਮਤ, ਜੇ ਅਸੀਂ ਬੋਲਾਂਗੇ ਮਨਮਤ ਤੇ ਜੇ ਅਸੀਂ ਬੋਲਾਂਗੇ ਗੁਰਮਤ, ਤੇ ਮਤ ਤਿੰਨਾਂ ਦੇ ਵਿੱਚ ਕਾਮਨ ਹੈ। ਮਤਲਬ ਕਿ ਇਹ ਮਤ ਜੋ ਹੈ ਸਾਡੀ ਸਮਝ ਹੈ, ਸੋਝੀ ਹੈ। ਮਤ ਦਾ ਅਰਥ ਹੁੰਦਾ ਸੋਝੀ, ਸਮਝ, ਬੁੱਧੀ। ਤੇ ਇਹ ਵੱਖ-ਵੱਖ ਮਤ ਦੇ ਜੋ ਰੂਪ ਹਨ ਜਾਂ ਵੱਖ-ਵੱਖ ਜੋ ਮਤ ਦੀਆਂ ਅਵਸਥਾਵਾਂ ਹਨ, ਇਹ ਤਿੰਨੇ ਸ਼ਬਦ ਉਹਨਾਂ ਦੀ ਵਿਆਖਿਆ ਕਰਦੇ ਹਨ ਜਾਂ ਉਹਨਾਂ ਦੇ ਬਾਰੇ ਦੱਸਦੇ ਹਨ। ਦੁਰਮਤ ਤੋਂ ਅਸੀਂ ਸਟਾਰਟ ਕਰਦੇ ਹਾਂ। ਦੁਰਮਤ ਦੋ ਸ਼ਬਦਾਂ ਨਾਲ ਬਣਿਆ ਹੈ, ਦੁਰ ਪਲਸ ਮਤ। ਦੁਰ ਦਾ ਅਰਥ ਹੁੰਦਾ ਹੈ ਭੈੜੀ, ਖੋਟੀ, ਜੋ ਚੰਗੀ ਨਹੀਂ ਹੈ। ਤੇ ਮਤ ਦਾ ਅਰਥ ਹੋ ਗਿਆ ਉਹੀ ਬੁੱਧੀ, ਸਮਝ, ਉਹ ਬੁੱਧੀ ਜੋ ਚੰਗੀ ਨਹੀਂ ਹੈ, ਜੋ ਭੈੜੀ ਹੈ, ਜੋ ਖੋਟੀ ਹੈ। ਖੋਟੀ ਦਾ ਭਾਵ ਅਸੀਂ ਜਾਣਦੇ ਹਾਂ ਜਿਹਦੇ ਵਿੱਚ ਮਿਲਾਵਟ ਹੋਈ ਹੋਵੇ, ਐਡਲਟਰੇਸ਼ਨ ਹੋਈ ਹੋਵੇ, ਜਿਹੜੀ ਆਪਣੇ ਅਸਲ ਰੂਪ ਵਿੱਚ ਨਾ ਹੋਵੇ, ਜੋ ਉਹਦਾ ਅਸਲ ਰੂਪ ਹੋਣਾ ਚਾਹੀਦਾ ਹੈ, ਜੋ ਉਹਦੀ ਅਸਲ ਹਾਲਤ ਹੋਣੀ ਚਾਹੀਦੀ ਹੈ। ਜਿਵੇਂ ਅਸੀਂ ਵੇਖਦੇ ਹਾਂ, ਜੇ ਦੁੱਧ ਹੈ ਤੇ ਦੁੱਧ ਵਿੱਚ ਜਦੋਂ ਕੋਈ ਪਾਣੀ ਮਿਲਾ ਦੇਵੇਗਾ ਸ਼ੁੱਧ ਦੁੱਧ ਦੇ ਵਿੱਚ, ਤੇ ਅਸੀਂ ਕਹਿ ਦੇਵਾਂਗੇ ਕਿ ਇਹ ਦੁੱਧ ਹੁਣ ਪਿਓਰ ਨਹੀਂ ਹੈ, ਇਹ ਦੁੱਧ ਹੁਣ ਖਰਾ ਨਹੀਂ ਹੈ। ਇਸੇ ਤਰ੍ਹਾਂ ਜਦੋਂ ਖਰੇ ਘਿਓ ਦੇ ਵਿੱਚ ਕੋਈ ਹੋਰ ਵਸਤੂ ਮਿਲਾ ਦੇਵੇਗਾ, ਅਸੀਂ ਕਹਾਂਗੇ ਇਹ ਚੀਜ਼ ਖਰੀ ਨਹੀਂ ਹੈ। ਇਸੇ ਤਰ੍ਹਾਂ ਜਦੋਂ ਸਾਡੀ ਮਤ ਦੇ ਵਿੱਚ ਭੈੜੀਆਂ ਵਿਚਾਰਾਂ ਆਣੀਆਂ ਸ਼ੁਰੂ ਹੋ ਜਾਣ, ਕੇਵਲ ਆਣ ਹੀ ਨਾ, ਆਪਣਾ ਘਰ ਸਾਡੀ ਮਤ ਵਿੱਚ ਉਹ ਭੈੜੀਆਂ ਵਿਚਾਰਾਂ ਬਣਾ ਲੈਣ, ਤੇ ਉਹਨਾਂ ਭੈੜੀਆਂ ਵਿਚਾਰਾਂ ਦੇ ਅਨੁਸਾਰ ਉਹਨਾਂ ਦੇ ਆਖੇ ਲੱਗ ਕੇ ਜਦੋਂ ਸਾਡਾ ਮਨ ਤੁਰਨ ਲੱਗ ਪਵੇ, ਤੇ ਅਸੀਂ ਇਹਨੂੰ ਕਹਿੰਦੇ ਹਾਂ ਕਿ ਮਨੁੱਖ ਦੁਰਮਤੀਆ ਹੋ ਗਿਆ ਹੈ, ਭਾਵ ਇਹਦੀ ਮਤ ਭੈੜੀ ਹੈ, ਇਹ ਸਹੀ ਰਸਤੇ ਦੇ ਉੱਤੇ ਨਹੀਂ ਤੁਰ ਰਿਹਾ। ਤੁਰਨਾ ਤੇ ਉਹਨੇ ਹੈ ਹੀ ਹੈ ਕਿਸੇ ਰਸਤੇ ਤੇ, ਪਰ ਕਿਉਂਕਿ ਤੁਸੀਂ ਵੇਖੋ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਬੈਠੇਗਾ, ਤੇ ਗੱਡੀ ਆਪਣੇ ਆਪ ਕਿਧਰੇ ਨਹੀਂ ਜਾ ਸਕਦੀ, ਡਰਾਈਵਰ ਦੀ ਮਰਜ਼ੀ ਹੈ ਉਹ ਗੱਡੀ ਨੂੰ ਕਿਸੇ ਪਾਸੇ ਵੀ ਲੈ ਜਾਵੇ। ਇਸੇ ਤਰ੍ਹਾਂ ਜਿਹੜੀ ਮਤ ਸਾਡੇ ਜ਼ਿਹਨ ਤੇ ਬੈਠੀ ਹੋਏਗੀ ਜਾਂ ਸਾਡੀ ਜ਼ਿੰਦਗੀ ਨੂੰ ਡਰਾਈਵ ਕਰ ਰਹੀ ਹੋਵੇਗੀ, ਤੇ ਸਾਡੇ ਜੀਵਨ ਦਾ ਕਹਿ ਲਵੋ ਸਫ਼ਰ ਜੋ ਹੈ ਉਸ ਦਿਸ਼ਾ ਦੇ ਵੱਲ ਪ੍ਰੇਰਿਤ ਹੋਣ ਲੱਗ ਪਵੇਗਾ। ਤੋ ਦੁਰਮਤ ਜੋ ਪਹਿਲਾ ਭਾਵ ਹੈ ਇਸ ਕੁਐਸਚਨ ਦਾ, ਉਹ ਹੈ ਦੁਰਮਤ ਮਤਲਬ ਖੋਟੀ ਮਤ। ਹੁਣ ਗੁਰਬਾਣੀ ਨੇ ਨਾ ਇਹਦੇ ਬਾਰੇ ਬੜਾ ਇੱਕ ਸੋਹਣਾ ਜ਼ਿਕਰ ਕੀਤਾ। ਸਤਿਗੁਰੂ ਦੀ ਬਾਣੀ ਦੇ ਵਿੱਚ ਨਾ ਦੁਰਮਤ ਦੇ ਬਾਰੇ ਸਾਨੂੰ ਕੁਝ ਬੋਲ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੇ ਦੁਰਮਤ ਨੂੰ ਅਗਨੀ ਕਿਹਾ ਹੈ, ਅੱਗ। ਤੇ ਸਤਿਗੁਰੂ ਕਹਿੰਦੇ ਕਿ ਜਿਵੇਂ ਅੱਗ ਦਾ ਸੁਭਾਵ ਹੈ ਸਭ ਚੀਜ਼ਾਂ ਨੂੰ ਸਾੜ ਦੇਣਾ, ਇਸੇ ਤਰ੍ਹਾਂ ਜਿਹੜੀ ਦੁਰਮਤ ਹੈ, ਸਤਿਗੁਰੂ ਕਹਿੰਦੇ ਦੁਰਮਤ ਅਗਨ ਜਗਤ ਪਰਜਾਰੈ। ਦੁਰਮਤ ਦੀ ਜਿਹੜੀ ਅਗਨੀ ਹੈ ਉਹ ਸਾਰੇ ਜਗਤ ਨੂੰ ਚੰਗੀ ਤਰ੍ਹਾਂ ਸਾੜ ਦਿੰਦੀ ਹੈ, ਸਾੜ ਕੇ ਸੁਆਹ ਕਰ ਦਿੰਦੀ ਹੈ। ਹੁਣ ਜਗਤ ਦਾ ਭਾਵ ਮਟੀਰੀਅਲ ਨਹੀਂ ਸਾੜਦੀ, ਮਨੁੱਖ ਦੇ ਵਿਵੇਕ ਨੂੰ ਸਾੜ ਦਿੰਦੀ ਹੈ,
ਮਨੁੱਖ ਦੀ ਜਿਹੜੀ ਸੂਝ-ਬੂਝ ਹੈ, ਜੋ ਨੇਕ ਸਮਝ ਸੀ ਉਹਦੇ ਅੰਦਰ, ਉਹਨੂੰ ਜਿਹੜੀ ਦੁਰਮਤ ਹੈ ਉਹ ਜਲਾ ਦਿੰਦੀ ਹੈ, ਉਹ ਸਾੜ ਦਿੰਦੀ ਹੈ। ਫਿਰ ਇਹਦੀ ਨਿਸ਼ਾਨੀ ਕੀ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਡਿਆਈ ਇਹ ਹੈ, ਮੈਂ ਹਮੇਸ਼ਾ ਕਹਿੰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ 'ਚ ਕੋਈ ਵੀ ਗੱਲ ਕਦੀ ਅਧੂਰੀ ਨਹੀਂ ਕੀਤੀ ਗਈ। ਸਤਿਗੁਰੂ ਜੀ ਨੇ ਜੇ ਕੋਈ ਗੱਲ ਕਹੀ ਨਾ, ਤੇ ਉਦਾਹਰਣਾਂ ਦੇ ਦੇ ਕੇ ਬੰਦੇ ਦੀ ਸਮਝ ਵਿੱਚ ਉਹ ਚੀਜ਼ ਅੰਦਰ ਤੱਕ ਪਾ ਦਿੱਤੀ ਕਿ ਇਸ ਤਰ੍ਹਾਂ ਨਹੀਂ ਸਮਝੇਗਾ ਤੇ ਇਸ ਤਰ੍ਹਾਂ, ਇੱਕ ਉਦਾਹਰਣ ਨਹੀਂ ਤੇ ਦੂਸਰੀ ਨਾਲ, ਮਤਲਬ ਚੰਗੀ ਤਰੀਕੇ ਦੇ ਨਾਲ ਇਹਦੇ ਅੰਦਰ ਉਹ ਚੀਜ਼ ਚਲੀ ਜਾਵੇ, ਇਹਦੇ ਮਨ ਵਿੱਚ ਦ੍ਰਿੜ ਕਰ ਲਵੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਵੀ ਜਿਹੜਾ ਦੁਰਮਤੀਏ ਬੰਦੇ ਦੀ ਜੇ ਪਛਾਣ ਕਰਨੀ ਹੈ ਤੇ ਬੜਾ ਸਰਲ ਤਰੀਕਾ ਹੈ। ਸਤਿਗੁਰੂ ਕਹਿੰਦੇ ਖੋਟੇ ਕੋ ਖਰਾ ਕਹੈ, ਖਰੇ ਸਾਰ ਨਾ ਜਾਣੈ। ਦੁਰਮਤ ਵਾਲਾ ਬੰਦਾ ਨਾ ਖੋਟੇ ਨੂੰ ਖਰਾ ਤੇ ਖਰੇ ਨੂੰ ਖੋਟਾ ਕਹੀ ਜਾਵੇਗਾ। ਉਹ ਇਸ ਗੱਲ ਨੂੰ ਕਦੀ ਸਮਝੇਗਾ ਹੀ ਨਹੀਂ ਜੀਵਨ ਵਿੱਚ ਕਿ ਬਈ ਖਰੀ ਚੀਜ਼ ਖੋਟੀ ਹੈ ਤੇ ਖੋਟੀ ਚੀਜ਼ ਖਰੀ ਹੈ। ਬਲਕਿ ਸਤਿਗੁਰੂ ਕਹਿੰਦੇ ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੈ। ਕਿ ਐਸੇ ਬੰਦੇ ਨੂੰ ਲੋਕੀ ਪਾਰਖੂ ਕਹਿਣ ਲੱਗ ਪੈਂਦੇ ਨੇ ਵੀ ਦੇਖੋ ਜੀ ਇਹਨੂੰ ਤੇ ਪਰਖ ਹੈ। ਫਿਰ ਸਤਿਗੁਰੂ ਕਹਿੰਦੇ ਸੂਤੇ ਕੋ ਜਾਗਤ ਕਹੈ, ਜਾਗਤ ਕੋ ਸੂਤਾ। ਸੁੱਤੇ ਹੋਏ ਨੂੰ ਜਾਗਦਾ ਤੇ ਜਾਗਦੇ ਨੂੰ ਸੁੱਤਾ ਕਵੇਗਾ। ਜੀਵਤ ਕੋ ਮੂਆ ਕਹੈ, ਮੂਏ ਨਹੀਂ ਰੋਤਾ। ਜਿਉਂਦੇ ਹੋਏ ਨੂੰ ਮੂਆ ਕਹਿ ਦੇਵੇਗਾ ਤੇ ਮੋਏ ਹੋਏ ਦਾ ਕਦੀ ਸੋਗ ਹੀ ਨਹੀਂ ਮਨਾਉਂਦਾ, ਭਾਵ ਉਹਦੀ ਚਿੰਤਾ ਨਹੀਂ ਕਰਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਆਵਤ ਕੋ ਜਾਤਾ ਕਹੈ, ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹੈ, ਆਪਣੋ ਨਹੀਂ ਪਾਇਆ। ਮਤਲਬ ਜਿਹੜੀ ਪਰਾਈ ਚੀਜ਼ ਹੈ, ਭਾਵ ਸਾਰਾ ਮਟੀਰੀਅਲ ਜੋ ਕਿ ਪਰਾਇਆ ਹੋਣ ਵਾਲਾ ਹੈ ਇੱਕ ਦਿਨ, ਉਹਨੂੰ ਤੇ ਆਪਣੀ ਆਪਣੀ ਕਹੀ ਜਾ ਰਿਹਾ। ਜਿਵੇਂ ਅਸੀਂ ਧਨ ਨੂੰ, ਪਰਿਵਾਰ ਨੂੰ, ਤੇ ਇੱਥੋਂ ਤੱਕ ਆਪਣੇ ਸਰੀਰ ਨੂੰ ਆਪਣਾ ਆਖ ਦਿੰਦੇ ਹਾਂ। ਤੇ ਜਿਹੜਾ ਸੱਚਮੁੱਚ ਸਾਡਾ ਆਪਣਾ ਹੈ, ਭਾਵ ਉਹ ਪਰਮਾਤਮਾ, ਆਪਣੋ ਨਹੀਂ ਪਾਇਆ, ਉਹ ਇਹਨੂੰ ਚੰਗਾ ਹੀ ਨਹੀਂ ਲੱਗਦਾ। ਫਿਰ ਕਹਿੰਦੇ ਸਤਿਗੁਰੂ ਮੀਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ। ਮਿੱਠਾ ਦੇ ਦਿਓ ਤੇ ਉਹਨੂੰ ਕੌੜਾ ਕੌੜਾ ਕਵੇਗਾ, ਤੇ ਕੌੜਾ ਦੇ ਦਿਓ ਤੇ ਉਹਨੂੰ ਮਿੱਠਾ ਕਵੇਗਾ। ਰਾਤੇ ਕੀ ਨਿੰਦਾ ਕਰੇ ਐਸਾ ਕਲਮੈ ਡੀਠਾ। ਜਿਹੜੇ ਨਾਮ ਵਿੱਚ ਰੰਗੇ ਹੋਏ ਹਨ ਉਹਨਾਂ ਦੀ ਸਲੈਂਡਰਿੰਗ, ਉਹਨਾਂ ਦੀ ਨਿੰਦਾ ਕਰਨੀ ਸ਼ੁਰੂ ਕਰ ਦੇਵੇਗਾ। ਪਾਤਸ਼ਾਹ ਕਹਿੰਦੇ ਬਸ ਇਹੀ ਇੱਕ ਦੁਰਮਤੀਏ ਦੀ ਪਛਾਣ ਹੈ। ਦੁਰਮਤ ਦਾ ਇਹ ਸਮਝਣਾ ਕਿ ਹਰ ਚੀਜ਼ ਵਿਪਰੀਤ ਕਰੀ ਜਾਵੇਗਾ, ਹਰ ਚੀਜ਼ ਭੈੜੀ ਕਰੀ ਜਾਵੇਗਾ, ਇਹਨੂੰ ਕਹਿੰਦੇ ਕੁਚਾਲ ਹੈ ਇਹਦੇ ਜੀਵਨ ਦੇ ਵਿੱਚ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਇੱਕ ਉਦਾਹਰਣ ਹੋਰ ਦਿੱਤੀ ਗਈ। ਸਤਿਗੁਰੂ ਨੇ, ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ, ਆਪ ਜੀ ਨੇ ਵੀ ਜਦੋਂ ਸਹਿਜ ਪਾਠ ਕੀਤਾ ਹੋਏਗਾ, ਜਿਹੜੀ ਸੰਗਤ ਕਰਦੀ ਹੈ, ਸਤਿਗੁਰੂ ਨੇ ਇੱਕ ਜਗ੍ਹਾ ਦੁਰਮਤੀਏ ਦਾ ਉਹ ਔਗੁਣ ਬਾਣੀ ਵਿੱਚ ਲਿਖਿਆ। ਪਾਤਸ਼ਾਹ ਕਹਿੰਦੇ ਕਿ ਉਹ ਨਾਮ ਜਿਹੜਾ ਜੀਵਾਂ ਦੇ ਮਨ ਨੂੰ ਠੰਡ ਪਾਉਣ ਵਾਲਾ ਹੈ। ਹੁਣ ਤੁਸੀਂ ਵੇਖੋ, ਕਈ ਵਾਰ ਬੰਦਾ ਨਿਰਾਸ਼ ਹੋਵੇ, ਕਈ ਵਾਰ ਬੰਦਾ ਦੁਖੀ ਹੋਵੇ, ਕਈ ਵਾਰ ਇਹਦਾ ਮਨ ਬਹੁਤ ਪੀੜਿਤ ਹੋਵੇ, ਤੇ ਮੈਂ ਖੁਦ ਵੇਖਿਆ ਹੈ ਸੰਗਤ ਵਿੱਚ ਲੋਕ ਆ ਕੇ ਕੀਰਤਨ ਸੁਣਦੇ ਹਨ, ਬਾਣੀ ਸੁਣਦੇ ਹਨ, ਤੇ ਅੱਧੇ ਪੌਣੇ ਘੰਟੇ ਬਾਅਦ ਉੱਠ ਕੇ ਕਹਿੰਦੇ ਵੀ ਸਾਨੂੰ ਜੀ ਸ਼ਾਂਤੀ ਮਿਲ ਗਈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੁਰਮਤੀਏ ਵਾਸਤੇ ਇੱਕ ਸ਼ਬਦ ਵਰਤੀ ਗਿਆ। ਸਤਿਗੁਰੂ ਕਹਿੰਦੇ ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਨਤ ਆਵੇ ਮਨ ਰੋਹੈ। ਇਹ ਸ਼ਬਦ ਸਤਿਗੁਰੂ ਨੇ ਵਰਤੇ। ਸ਼ਬਦ ਸ਼ਾਇਦ ਉਹ ਹੈ ਪੂਰਾ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ, ਕਊਆ ਹੰਸ ਹੋ ਹੈ। ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਸਤਿਗੁਰੂ ਕਹਿੰਦੇ ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਨਤ ਆਵੇ ਮਨ ਰੋਹੈ। ਖੋਟੀ ਮਤ ਵਾਲੇ ਬੰਦੇ ਦੇ ਸਾਹਮਣੇ ਜੇ ਰੱਬ ਦੀ ਵਡਿਆਈ ਕਰਨੀ ਕੋਈ ਸ਼ੁਰੂ ਕਰ ਦੇਵੇ ਨਾ, ਰੱਬ ਦੀ ਗੱਲ ਸ਼ੁਰੂ ਕਰਨੀ ਕਰ ਦੇਵੇ ਕੋਈ ਸ਼ੁਰੂ, ਤੇ ਉਹਦੇ ਮਨ ਵਿੱਚ ਕ੍ਰੋਧ ਆ ਜਾਏਗਾ, ਬਈ ਇਹ ਮੇਰੇ ਨਾਲ ਮਾਇਆ ਦੀਆਂ ਗੱਲਾਂ ਕਰੇ, ਮੇਰੇ ਨਾਲ ਰੱਬ ਦੀਆਂ ਗੱਲਾਂ ਨਾ ਕਰੇ। ਤੇ ਦੁਰਮਤ ਦਾ ਇਹ ਅਰਥ ਹੈ ਉਹ ਮਤ ਜਿਹੜੀ ਰੱਬ ਨਾਲੋਂ ਸਾਨੂੰ ਹਮੇਸ਼ਾ ਦੂਰ ਰੱਖੇ, ਭੈੜੇ ਰਸਤੇ ਪਾਈ ਰੱਖੇ, ਕੁਚਾਲ ਸਾਡੀ ਬਣੀ ਰਵੇ, ਭਾਵ ਜੀਵਨ ਸਾਡਾ ਸਹੀ ਰਸਤੇ ਦੇ ਉੱਤੇ ਨਾ ਤੁਰ ਰਿਹਾ ਹੋਵੇ। ਫਿਰ ਦੂਸਰਾ ਸੀ ਮਨਮਤ। ਇੰਜ ਆਖਦੇ ਹੋ ਦੁਰਮਤ ਦੀ ਹੀ ਵੱਡੀ ਭੈਣ ਮਨਮਤ ਹੈ। ਇਹ ਦੋਵੇਂ ਭੈਣਾਂ ਹਨ ਆਪਸ ਦੇ ਵਿੱਚ। ਮਨਮਤ, ਜਿਵੇਂ ਦੁਰਮਤ ਭੈੜੀ ਮਤ, ਹੁਣ ਮਨ ਔਰ ਮਤ ਇਹ ਵੀ ਦੋ ਸ਼ਬਦਾਂ ਨਾਲ ਬਣਿਆ ਹੈ, ਮਨ ਤੇ ਮਤ। ਉਹ ਮਤ ਜਿਹੜੀ ਆਪਣੇ ਮਨ ਦੀ ਹੈ, ਮੇਰੀ ਮਨ ਦਾ ਮੇਰਾ ਥਾਪਿਆ ਹੋਇਆ ਇੱਕ ਨਿਯਮ, ਬਈ ਜੋ ਮੈਂ ਅਜ਼ਿਊਮ ਕਰ ਲਿਆ ਬਸ ਸੱਚਾਈ ਉਹੀ ਹੈ, ਭਾਵੇਂ ਬਾਹਰ ਦਿਨ ਨਿਕਲਿਆ ਹੋਇਆ ਹੈ, ਪਰ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਆਖ ਰਿਹਾ ਬਈ ਨਹੀਂ ਨਹੀਂ ਰਾਤ ਹੈ, ਤੇ ਮੈਂ ਰਾਤ ਰਾਤ ਹੀ ਕਹੀ ਜਾਵਾਂਗਾ, ਮੈਂ ਦਿਨ ਨਹੀਂ ਸਮਝਾਂਗਾ। ਹਕੀਕਤ ਨੂੰ ਨਾ ਮੰਨਣਾ ਔਰ ਉਹਨੂੰ ਨਾ ਮੰਨ ਕੇ ਤੇ ਝੂਠ ਨੂੰ ਹੀ ਆਪਣੇ ਮਨ ਵਿੱਚ ਦ੍ਰਿੜ ਕਰ ਲੈਣਾ, ਭਾਵੇਂ ਸਾਹਮਣੇ ਸਾਕਸ਼ਾਤ ਪ੍ਰਮਾਣ ਹੈ, ਭਾਵੇਂ ਸਾਹਮਣੇ ਸਾਕਸ਼ਾਤ ਨਜ਼ਰ ਆ ਰਿਹਾ ਹੈ। ਫਰਕ ਦੋਨਾਂ ਚੀਜ਼ਾਂ ਦਾ ਨਜ਼ਰ, ਜਿਵੇਂ ਮਿੱਠੇ ਕੋ ਕੜੂਆ ਕਹੇ, ਕੜੂਏ ਕੋ ਮਿੱਠਾ, ਹੁਣੇ ਕਿਹਾ ਸੀ ਮਿੱਠਾ ਤੇ ਕੌੜਾ ਦੋਵੇਂ ਸਾਹਮਣੇ ਪਏ ਹੋਏ ਹਨ, ਤੇ ਜ਼ਾਇਕਾ ਚਖਣ ਤੋਂ ਬਾਅਦ ਵੀ ਕੌੜੇ ਨੂੰ ਮਿੱਠਾ ਹੀ ਕਹੀ ਜਾ ਰਿਹਾ ਹੈ, ਨਹੀਂ ਨਹੀਂ ਇਹ ਕੌੜਾ ਹੀ ਮਿੱਠਾ ਹੈ। ਇਹਨੂੰ ਕਹਿੰਦੇ ਮਨਮਤ, ਕਿ ਮਨ ਆਪਣੀ ਜ਼ਿੱਦ ਛੱਡਣ ਵਾਸਤੇ
ਤਿਆਰ ਨਹੀਂ ਹੈ, ਮਨ ਆਪਣੀ ਅੜੀ ਛੱਡਣ ਵਾਸਤੇ ਤਿਆਰ ਨਹੀਂ ਹੈ। ਤੇ ਸਤਿਗੁਰੂ ਜੀ ਨੇ ਇਸ ਪ੍ਰਕਾਰ ਦੀ ਹਾਲਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਕੀਤਾ, ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ। ਸਤਿਗੁਰੂ ਕਹਿੰਦੇ ਮਨ ਦੀ ਇਹ ਵਾਲੀ ਜਿਹੜੀ ਸਮਝ, ਮਨ ਦੀ ਇਹ ਵਿਚਾਰਧਾਰਾ ਜਿਹੜੀ ਹੈ, ਇਹ ਬਿਲਕੁਲ ਝੂਠੀ ਹੈ। ਤੇ ਇਹਦੇ ਆਸ਼ੇ ਅਨੁਸਾਰ ਤੁਰ ਕੇ ਜੋ ਬੰਦਾ ਕਰਨੀ ਕਰੇਗਾ, ਜੋ ਕੰਮ ਕਰੇਗਾ, ਸਤਿਗੁਰੂ ਕਹਿੰਦੇ ਉਹਦੇ ਵਿੱਚੋਂ ਹਮੇਸ਼ਾ ਝਗੜਾ ਪੈਦਾ ਹੋਵੇਗਾ। ਤੇ ਇੱਕ ਜਗ੍ਹਾ ਹੋਰ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਕਿ ਇਹਨੂੰ ਛੱਡਣਾ ਬੜਾ ਔਖਾ ਹੈ। ਕਿਉਂ? ਮਨਮਤ ਨਾਲ ਨਾ ਹੰਕਾਰ ਜੁੜਿਆ ਹੈ, ਦੁਰਮਤ ਨਾਲ ਅਗਿਆਨਤਾ ਜੁੜੀ ਹੋਈ ਹੈ। ਇਹ ਆਖਦੀ ਇਗਨੋਰੈਂਸ ਹੈ ਉੱਥੇ, ਉਹਨੂੰ ਪਤਾ ਹੀ ਕੋਈ ਨਹੀਂ। ਉਹ ਵਿਚਾਰਾ ਗਫਲਤ ਵਿੱਚ ਹੀ ਜੀਵਨ ਜੀ ਰਿਹਾ ਸੀ, ਉਹਨੂੰ ਪਤਾ ਹੀ ਨਹੀਂ ਸੀ ਦੁਰਮਤ ਵਾਲੇ ਨੂੰ। ਤੇ ਪਰ ਮਨਮਤ ਵਾਲੇ ਦੇ ਨਾਲ ਨਾ ਮਾਣ ਜੁੜ ਗਿਆ, ਹੰਕਾਰ ਜੁੜ ਗਿਆ। ਤੇ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਬਹੁਤੇ ਲੋਕ ਜਿਹੜੇ ਗੁਰਦੁਆਰੇ ਨਹੀਂ ਆਉਂਦੇ ਨਾ, ਉਹਨਾਂ ਨੂੰ ਅਸੀਂ ਦੁਰਮਤੀਆ ਕਹਿ ਸਕਦੇ ਹਾਂ, ਕਿਉਂਕਿ ਉਹ ਮੂੰਹ ਤੇ ਕਹਿੰਦੇ ਵੀ ਰੱਬ ਹੈ ਹੀ ਕੋਈ ਨਹੀਂ। ਉਹ ਮੂੰਹ ਤੇ ਬਿਲਕੁਲ ਮੁਨਕਰ ਹੋ ਜਾਣਗੇ। ਪਰ ਸਭ ਤੋਂ ਵੱਧ ਵੱਡੀ ਗਿਣਤੀ ਮਨਮਤੀਆਂ ਦੀ ਧਰਮ ਸਥਾਨਾਂ ਤੇ ਆਉਣ ਵਾਲਿਆਂ ਦੀ ਹੈ। ਧਰਮ ਅਸਥਾਨ ਆਉਣ ਵਾਲੇ ਬੰਦੇ ਬਹੁ ਗਿਣਤੀ ਦੇ ਵਿੱਚ ਆਪਣੀ ਮਨਮਤ ਨੂੰ ਨਹੀਂ ਛੱਡ ਸਕਦੇ, ਆਪਣੀ ਮਨਮਤ ਦੇ ਅਨੁਸਾਰ ਹੀ ਤੁਰਦੇ ਹਨ। ਪਰ ਸਤਿਗੁਰੂ ਕਹਿੰਦੇ ਕਿ ਇਹੀ ਕਾਰਨ ਹੈ ਕਿ ਉਹ ਗੁਰੂ ਦੇ ਦਰ ਤੇ ਆ ਕੇ ਵੀ ਨਾ, ਭਾਵੇਂ 10 ਸਾਲ 15 ਸਾਲ 20 ਸਾਲ 50 ਸਾਲ ਆਈ ਜਾਣ, ਲੇਕਿਨ ਉੱਥੋਂ ਗ੍ਰਹਿਣ ਕੁਝ ਨਹੀਂ ਕਰ ਪਾਣਗੇ। ਕਿਉਂ? ਕਿਉਂਕਿ ਜਿਹੜੀ ਮਤ ਅਸੀਂ ਗੁਰੂ ਨੂੰ ਦੇਣੀ ਸੀ ਉਹ ਦਿੱਤੀ ਕੋਈ ਨਹੀਂ, ਤੇ ਜਿਹੜੀ ਗੁਰੂ ਦੀ ਮਤ ਲੈਣੀ ਸੀ ਅਸੀਂ ਗ੍ਰਹਿਣ ਨਹੀਂ ਕੀਤੀ। ਗੁਰੂ ਸਾਹਿਬ ਬਾਣੀ 'ਚ ਕਹਿੰਦੇ ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠੈਨੀ। ਬੜੀ ਕਠਿਨ ਹੈ ਮਨ ਦੀ ਮਤ ਨੂੰ ਤਿਆਗਣਾ। ਪਰ ਜਦ ਤੱਕ ਮਨ ਦੀ ਮਤ ਨੂੰ ਨਹੀਂ ਤਿਆਗਾਂਗੇ, ਉਦੋਂ ਤੱਕ ਸਾਡਾ ਪਾਰ ਉਤਾਰਾ ਨਹੀਂ ਹੋਵੇਗਾ। ਸਤਿਗੁਰੂ ਕਹਿੰਦੇ ਜੋ ਗੁਰ ਕਹੈ ਸੋਈ ਭਲ ਮੀਠਾ, ਮਨ ਕੀ ਮਤ ਤਿਆਗ। ਮਨ ਦੀ ਮਤ ਨੂੰ ਤਿਆਗਣਾ ਹੈ, ਇੱਕੋ ਤਰੀਕਾ ਹੈ, ਜੋ ਗੁਰੂ ਕਹੀ ਜਾਵੇ ਨਾ ਉਹਨੂੰ ਭਲਾ ਤੇ ਮਿੱਠਾ ਕਰਕੇ ਮੰਨ ਲੈਣਾ। ਤੇ ਮਨਮਤ ਤੇ ਮੈਨੂੰ ਇੱਕ ਛੋਟਾ ਜਿਹਾ ਕਿੱਸਾ ਵੀ ਯਾਦ ਆਉਂਦਾ ਹੈ। ਤੁਸੀਂ ਇਸ ਚੀਜ਼ ਤੋਂ ਹੀ ਸਮਝਣਾ ਵੀ ਮਨਮਤ ਹੈ ਕਿ ਮਨ ਆਪਣਾ ਸੁਭਾਅ ਜਾਂ ਆਪਣੀ ਅੜੀ ਨਹੀਂ ਛੱਡਦਾ। ਉਹ ਇੱਕ ਨਵਾਂ ਨੌਜਵਾਨ ਘਰੋਂ ਖਪਿਆ ਹੋਇਆ ਨਾ, ਤੇ ਕੋਈ ਕੰਮਕਾਰ ਨਹੀਂ ਸੀ ਕਰਦਾ, ਸਾਰਾ ਦਿਨ ਵੇਲਾ ਆਲਸ, ਤੇ ਮਾਂ-ਬਾਪ ਡਾਂਟਿਆ ਕਰਦੇ ਸਨ ਉਹਨੂੰ। ਤੇ ਇੱਕ ਦਿਨ ਕ੍ਰੋਧ ਵਿੱਚ ਆ ਕੇ ਤੇ ਜੰਗਲਾਂ ਵੱਲ ਤੁਰ ਪਿਆ, ਜਿੱਥੇ ਕੋਈ ਸਾਧੂ ਮਹਾਤਮਾ ਰਹਿੰਦੇ ਸਨ। ਤੇ ਉਹਨੇ ਕੀ ਦੇਖਿਆ ਕਿ ਇੱਕ ਮਹਾਤਮਾ ਜੀ ਇਕੱਲੇ ਰਹਿ ਰਹੇ ਹਨ, ਤੇ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗਾ ਕਿ ਮੈਨੂੰ ਨਾ ਆਪਣਾ ਸ਼ਿਸ਼ ਬਣਾ ਲਓ, ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ, ਤੁਹਾਡੀ ਸੇਵਾ ਕਰਾਂਗਾ। ਉਹ ਖੁਸ਼ ਹੋ ਗਏ, ਚਲੋ ਕੋਈ ਆ ਗਿਆ ਮੇਰੀ ਸੇਵਾ ਕਰੇਗਾ, ਮੈਂ ਭਗਤੀ 'ਚ ਜ਼ਿਆਦਾ ਸਮਾਂ ਦੇ ਦੇਵਾਂਗਾ। ਤੇ ਉਹ ਕਹਿੰਦੇ ਠੀਕ ਹੈ ਬੇਟੇ, ਤੈਨੂੰ ਮੈਂ ਉਪਦੇਸ਼ ਦੇ ਦੇਵਾਂਗਾ, ਅੱਜ ਇੱਥੇ ਹੀ ਤੂੰ ਹੁਣ ਅੱਜ ਤੋਂ ਬਾਅਦ ਇੱਥੇ ਹੀ ਰਹਿਣਾ ਸ਼ੁਰੂ ਕਰ ਦੇ। ਉਹ ਜੀ ਉੱਥੇ ਗਿਆ, ਉਹਨਾਂ ਦੀ ਝੌਂਪੜੀ ਵਿੱਚ ਜਾ ਕੇ ਸੌਂ ਗਿਆ, ਕਿਉਂਕਿ ਕਰਨਾ ਉਹਨੂੰ ਆਰਾਮ ਸੀ, ਕਰਨੀ ਨਹੀਂ ਸੀ ਉਹਦੇ ਕੋਲ। ਮਹਾਤਮਾ ਜੀ ਨੇ ਉਹਨੂੰ ਉਪਦੇਸ਼ ਦਿੱਤਾ, ਹੁਕਮ ਕੀਤਾ ਸਗੋਂ, ਕਹਿੰਦੇ ਬੇਟਾ ਇੱਕ ਕੰਮ ਕਰ, ਤੂੰ ਹੁਣ ਸੇਵਾ ਜੇ ਲੈ ਹੀ ਲਈ ਤੇ ਜਾ ਜੰਗਲਾਂ ਵਿੱਚ ਜਾ, ਲੱਕੜਾਂ ਲੈ ਕੇ ਆ ਜਾ, ਕਿਉਂਕਿ ਬਾਰਿਸ਼ ਆਉਣ ਵਾਲੀ ਹੈ ਤੇ 2-3 ਦਿਨ ਮੀਂਹ ਪਵੇਗਾ, ਬਾਰਿਸ਼ ਆਵੇਗੀ, ਤੇ ਤੂੰ ਜਾ ਕੇ ਨਾ 2-3 ਦਿਨ ਦੀਆਂ ਲੱਕੜਾਂ ਲੈ ਕੇ ਆ ਜਾ, ਤਾਂ ਕਿ ਸਾਨੂੰ ਇੱਥੇ ਭੋਜਨ ਪਕਾਉਣ ਵਾਸਤੇ ਲੱਕੜਾਂ ਦੀ ਕਮੀ ਨਾ ਹੋਵੇ। ਉਹ ਹੁਣ ਅੰਦਰੋਂ ਮਨ ਸੀ, ਚੋਰ ਸੀ, ਉਹ ਜਾਣਾ ਤੇ ਚਾਹੁੰਦਾ ਨਹੀਂ ਸੀ, ਪਰ ਉੱਤੋਂ ਦਿਖਾਵੇ ਲਈ ਉਹਨੇ ਮੋਢੇ ਤੇ ਕੁਹਾੜੀ ਲਈ ਤੇ ਜਾਣ ਦੀ ਤਿਆਰੀ ਕਰਨ ਲੱਗਾ। ਤੇ ਜਿਉਂ 2-4 ਕਦਮ ਗਿਆ ਨਾ, ਉੱਚੀ ਉੱਚੀ ਰੋਣ ਲੱਗ ਪਿਆ। ਮਹਾਤਮਾ ਜੀ ਕਹਿੰਦੇ ਵੀ ਇਹ ਕੀ ਹੋਇਆ? ਕਹਿੰਦਾ ਮਹਾਤਮਾ ਜੀ ਨਹੀਂ, ਅੱਜ ਤੇ ਮੈਂ ਤੁਹਾਡਾ ਚੇਲਾ ਬਣਿਆ ਤੇ ਅੱਜ ਹੀ ਤੁਸੀਂ ਮੈਨੂੰ ਆਪਣੇ ਤੋਂ ਵੀ ਛੋੜ ਰਹੇ ਹੋ। ਮੈਂ ਨਹੀਂ ਜਾਣਾ ਬਿਲਕੁਲ ਵੀ, ਮੈਂ ਤੁਹਾਡੇ ਤੋਂ ਵਿਛੜਨਾ ਕੋਈ ਨਹੀਂ। ਮਹਾਤਮਾ ਜੀ ਕਹਿੰਦੇ ਚਲ ਕੋਈ ਬਾਤ ਨਹੀਂ ਬੇਟਾ, ਤੂੰ ਇੱਥੇ ਰਹਿ, ਮੈਂ ਲੱਕੜਾਂ ਵੱਢ ਕੇ ਲਿਆਉਂਦਾ। ਵਿਚਾਰੇ ਗਏ, 1.5-2 ਪੈਰ ਲਾ ਕੇ ਤੇ ਲੱਕੜਾਂ ਵੱਢ ਕੇ ਵਾਪਸ ਲੈ ਕੇ ਆਏ। ਕੀ ਦੇਖਦੇ ਅੱਗੇ ਸੁੱਤਾ ਪਿਆ ਹੈ। ਤੇ ਇਤਨੀ ਦੇਰ ਨੂੰ ਬੱਦਲ ਬਣਨੇ ਸ਼ੁਰੂ ਹੋ ਗਏ। ਉਹਨੂੰ ਉਠਾਇਆ, ਕਹਿਣ ਲੱਗੇ ਬੇਟਾ ਇੱਕ ਕੰਮ ਕਰ, ਸਾਡੀ ਜਿਹੜੀ ਝੋਪੜੀ ਹੈ ਨਾ, ਜਿਹੜੀ ਝੋਪੜੀ 'ਚ ਅਸੀਂ ਰਹਿ ਰਹੇ ਹਾਂ, ਦੇਖ ਉੱਤੇ ਛੱਤ ਵਿੱਚ ਛੇਦ ਹੋ ਗਿਆ ਹੈ, ਚਲ ਤੂੰ ਦੂਰ ਨਹੀਂ ਜਾ ਸਕਦਾ ਤੇ ਉੱਤੇ ਛੇਦ ਨੂੰ ਠੀਕ ਕਰ ਲੈ, ਮਨਮਤ ਸਮਝਣਾ ਕੀ ਹੈ। ਤੇ ਕਹਿਣ ਲੱਗਾ ਠੀਕ ਹੈ। ਫਿਰ ਉਹੀ ਸੀ ਬਈ ਕੰਮ ਨਹੀਂ ਕਰਨਾ, ਕੇਵਲ ਸੁੱਤਾ ਰਹਿਣਾ ਸੀ, ਇਹਨੇ ਆਰਾਮ ਕਰਨ ਵਾਸਤੇ ਇੱਥੇ ਆਇਆ ਸੀ। ਤੇ ਮਹਾਤਮਾ ਜੀ ਨੂੰ ਕਹਿਣ ਲੱਗਾ ਮਹਾਤਮਾ ਜੀ, ਮੈਂ ਕਹਿਣਾ ਤੇ ਨਹੀਂ ਚਾਹੁੰਦਾ, ਪਰ ਗੁਰੂ ਥੱਲੇ ਤੇ ਚੇਲਾ ਉੱਤੇ ਹੋਵੇ, ਇਹ ਤੇ ਤੁਹਾਡਾ ਅਪਮਾਨ ਹੈ। ਮੈਂ ਅਗਰ ਛੱਤ ਤੇ ਚੜ ਗਿਆ ਤੇ ਮੈਂ ਤੁਹਾਡੇ ਤੋਂ ਉੱਪਰ ਹੋ ਜਾਵਾਂਗਾ। ਤੇ ਮਹਾਤਮਾ ਜੀ ਕਹਿੰਦੇ ਕੋਈ ਨਹੀਂ ਬੇਟਾ, ਤੂੰ ਇੱਥੇ ਆਰਾਮ ਕਰ। ਉਹ ਵਿਚਾਰੇ ਫਿਰ ਆਪ ਹੀ ਚੜੇ, ਸਾਰੀ ਛੱਤ ਛੁੱਟ ਠੀਕ ਕਰਕੇ ਜਦੋਂ ਥੱਲੇ ਆਏ, ਵੇਖਿਆ ਸੁੱਤਾ ਪਿਆ। ਫਿਰ ਉਹਨਾਂ ਨੇ ਭੋਜਨ ਵਗੈਰਾ ਪਕਾਇਆ। ਭੋਜਨ ਜਿਉਂ ਤਿਆਰ ਹੋਇਆ, ਖਾਣਾ ਜਿਉਂ ਤਿਆਰ ਹੋਇਆ, ਉਹਨੂੰ ਉਠਾਇਆ, ਕਹਿਣ ਲੱਗੇ ਬੇਟਾ ਉੱਠ ਕੇ ਖਾਣਾ ਖਾ ਲੈ। ਕਹਿਣ ਲੱਗਾ ਮਹਾਤਮਾ ਜੀ
मैं सच्ची ऐस तुहाडी बड़ी अवज्ञा कीती, 2 हुक्म तुसीं मैनूं दित्ते मैं नहीं मन्ने, जे ਇਹ ਹੁਕਮ ਵੀ ਨਾ ਮੈਂ ਮੰਨਿਆ ਤੇ ਤੁਹਾਡੀ ਬੜੀ ਵੱਡੀ ਅਵਗਿਆ ਹੋ ਜਾਏਗੀ। ਇਹਨੂੰ ਕਹਿੰਦੇ ਵੀ ਮਨਮਤ, ਮਤਲਬ ਕਿ ਆਪਣੇ ਮਨ ਦੀਆਂ ਚਲਾਈ ਜਾਣੀਆਂ। ਗੁਰੂ ਜੋ ਕਹਿ ਰਿਹਾ ਹੈ, ਬਾਣੀ ਕਹਿੰਦੇ ਨਾ ਜੋ ਗੁਰ ਕਹੈ ਸੋਈ ਭਲ ਮਾਨੋ, ਉਹਨੂੰ ਭਲਾ ਕਰਕੇ ਨਹੀਂ ਮੰਨ ਰਿਹਾ, ਅੱਗੋਂ ਹੁਜਤ ਕਰ ਰਿਹਾ ਹੈ, ਅੱਗੋਂ ਦਲੀਲ ਦੇ ਰਿਹਾ ਹੈ, ਇਹਨੂੰ ਮਨਮਤ ਕਿਹਾ ਜਾਂਦਾ ਹੈ। ਆਸ ਕਰਦਾ ਕਿ ਸਾਰੇ ਦਰਸ਼ਕਾਂ ਨੂੰ ਸਮਝ ਆਈ ਹੋਏਗੀ ਗੱਲ। ਤੀਸਰੀ ਚੀਜ਼ ਹੈ ਗੁਰਮਤ। ਹੁਣ ਗੁਰ ਔਰ ਮਤ ਵੀ ਦੋ ਸ਼ਬਦਾਂ ਨਾਲ ਬਣਿਆ ਹੈ, ਗੁਰ ਤੇ ਮਤ। ਗੁਰੂ ਦੀ ਮਤ, ਗੁਰੂ ਦੀ ਦਿੱਤੀ ਹੋਈ ਸਿੱਖਿਆ, ਗੁਰੂ ਦੀ ਦਿੱਤੀ ਹੋਈ ਜੀਵਨ ਜਾਚ। ਤੇ ਬਾਣੀ ਦੇ ਵਿੱਚ ਪਹਿਲੀ ਵਾਰ ਜੋ ਗੁਰਮਤ ਸ਼ਬਦ ਹੈ ਨਾ, ਇਹਨਾਂ ਪੰਕਤੀਆਂ 'ਚ ਆਉਂਦਾ ਹੈ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ 'ਚ ਗੁਰਮਤ ਸ਼ਬਦ ਇੱਥੇ ਆਇਆ ਹੈ। ਉਸ ਤੋਂ ਬਾਅਦ ਤੇ ਕਿਤਨੀ ਵਾਰ ਆਇਆ, ਭਾਈ ਗੁਰਦਾਸ ਜੀ ਨੇ ਵੀ ਵਰਤਿਆ ਇਸ ਸ਼ਬਦ ਨੂੰ ਔਰ ਦੱਸਿਆ ਵਾਰ-ਵਾਰ ਕਿ ਗੁਰਮਤ ਹੁੰਦੀ ਕੀ ਹੈ। ਬੜਾ ਵੱਡਾ ਟੌਪਿਕ ਹੈ, ਮੈਂ ਸੰਖੇਪ ਹੀ ਲਵਾਂਗਾ। ਗੁਰਮਤ ਦਾ ਭਾਵ ਹੈ ਕਿ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ, ਗੁਰੂ ਦੀ ਦਿੱਤੀ ਸਿੱਖਿਆ ਤੇ ਗੁਰਮਤੀਆ ਉਹਨੂੰ ਕਿਹਾ ਜਾਂਦਾ ਹੈ, ਜਿਹੜਾ ਇਸ ਸਿੱਖਿਆ ਨੂੰ ਕੇਵਲ ਸੁਣਦਾ ਨਹੀਂ ਬਲਕਿ ਸੁਣ ਕੇ ਮੰਨਦਾ ਹੈ ਤੇ ਮੰਨ ਕੇ ਉਸ ਹਿਸਾਬ ਨਾਲ ਜੀਵਨ ਚਲਾਉਂਦਾ ਹੈ। ਸਤਿਗੁਰੂ ਕਹਿੰਦੇ ਭਾਈ ਰੇ ਗੁਰਮਤ ਸਾਚ ਰਹਾਓ। ਇਹ ਸ਼ਾਇਦ ਸ੍ਰੀ ਰਾਗ ਦੀਆਂ ਪੰਕਤੀਆਂ ਹਨ ਕਿ ਹੇ ਭਰਾ, ਗੁਰੂ ਦੀ ਮਤ ਲੈ ਕੇ ਨਾ ਤੇ ਤਾਂ ਹੀ ਸੱਚ ਵਿੱਚ ਤੂੰ ਟਿਕਿਆ ਰਹਿ ਸਕਦਾ ਹੈ। ਬਹੁਤੇ ਬੰਦੇ ਕਹਿੰਦੇ ਨਾ ਸਾਡਾ ਬਾਣੀ ਪੜ੍ਹਨ ਤੋਂ ਬਾਅਦ ਮਨ ਨਹੀਂ ਟਿਕਦਾ, ਅਸੀਂ ਕੀਰਤਨ ਸੁਣਦੇ ਹਾਂ ਮਨ ਵਿੱਚ ਜਾਂਦਾ ਹੀ ਕੁਛ ਨਹੀਂ। ਉਹ ਇਸੇ ਕਰਕੇ ਨਹੀਂ ਜਾਂਦਾ ਕਿ ਮੈਂ ਕਿਸੇ ਵੇਲੇ ਉਦਾਹਰਣ ਦਿੱਤੀ ਸੀ ਕਿ ਬਰਸਾਤ ਹੋ ਰਹੀ ਹੋਵੇ ਨਾ ਬਾਹਰ, ਤੇ ਬੰਦਾ ਕਵੇ ਜੀ ਮੈਂ ਭਾਂਡਾ ਭਰਨਾ ਹੈ ਬਰਸਾਤ ਦੇ ਪਾਣੀ ਦੇ ਨਾਲ, ਭਾਂਡਾ ਤੇ ਰੱਖ ਆਇਆ ਲੇਕਿਨ ਭਾਂਡਾ ਉਹਨੇ ਮੁੱਧਾ ਕਰਕੇ ਰੱਖ ਦਿੱਤਾ। ਹੁਣ ਉਹ ਭਾਂਡਾ ਭਿੱਜੇਗਾ ਜ਼ਰੂਰ ਲੇਕਿਨ ਭਰੇਗਾ ਕਦੀ ਵੀ ਨਹੀਂ। ਸਾਡੇ ਵਿੱਚ ਬਹੁਤੇ ਲੋਕ, ਖਿਮਾ ਕਰਿਓ, ਸੰਗਤ ਵਿੱਚ ਜਿਹੜੇ ਆਉਂਦੇ ਹਨ, ਕੀਰਤਨ ਕਥਾ ਵਿਚਾਰ ਸੁਣਦੇ ਹਨ, ਉਹਨਾਂ ਦੀ ਹਾਲਤ ਇਹ ਹੈ, ਉਹ ਭਿੱਜਦੇ ਹਨ ਥੋੜੀ ਦੇਰ ਲਈ ਲੇਕਿਨ ਭਰਦੇ ਨਹੀਂ। ਭਰਦਾ ਉਹ ਭਾਂਡਾ ਹੈ ਜਿਹੜਾ ਸਿੱਧਾ ਹੈ, ਜਿਹਦਾ ਮੂੰਹ ਖੁੱਲਾ ਹੈ, ਜਿਹਦੇ ਭਾਂਡੇ ਦੇ ਵਿੱਚ ਔਰ ਬਰਸਾਤ ਦੇ ਪਾਣੀ ਵਿੱਚ ਕੋਈ ਅਵਰੋਧ ਨਹੀਂ, ਬਰਸਾਤ ਦਾ ਪਾਣੀ ਸਿੱਧਾ ਭਾਂਡੇ ਵਿੱਚ ਚਲਾ ਜਾਵੇ। ਜਦੋਂ ਸੰਗਤ ਵਿੱਚ ਆ ਕੇ ਕੋਈ ਇਸ ਤਰੀਕੇ ਨਾਲ ਗੁਰੂ ਦੀ ਵਿਚਾਰ ਨੂੰ ਸਿੱਧਾ ਆਪਣੇ ਕੰਨਾਂ ਰਾਹੀਂ ਮਨ ਹਿਰਦੇ ਤੱਕ ਲੈ ਕੇ ਜਾਵੇਗਾ, ਗੁਰੂ ਪਾਤਸ਼ਾਹ ਕਹਿੰਦੇ ਉਹਦੇ ਅੰਦਰ ਗੁਰੂ ਦੀ ਮਤ ਦਾ ਅੰਦਰ ਸੰਚਨ ਹੋਣ ਲੱਗ ਪਵੇਗਾ, ਗੁਰੂ ਦੀ ਮਤ ਉਹਦਾ ਪਾਰ ਉਤਾਰਾ ਕਰਨਾ ਸ਼ੁਰੂ ਕਰ ਦੇਵੇਗੀ। ਤੇ ਇੱਕ ਉਦਾਹਰਣ ਬਾਣੀ 'ਚ ਹੋਰ ਕਵਾਂ ਤੇ ਇਸ ਦਾ ਆਨਸਰ ਪੂਰਾ ਹੋ ਜਾਏਗਾ। ਗੁਰਬਾਣੀ ਵਿੱਚ ਇੱਕ ਸ਼ਬਦ ਆਇਆ, ਕਹਿੰਦੇ ਕਾਇਆ ਅੰਦਰ ਪਾਪ ਪੁੰਨ ਭਾਈ। ਸਤਿਗੁਰੂ ਕਹਿੰਦੇ ਇਹ ਜੋ ਪਾਪ ਤੇ ਪੁੰਨ ਹਨ ਇਹ ਦੋਵੇਂ ਸਰੀਰ ਦੇ ਵਿੱਚ ਹਨ। ਤੇ ਜਦੋਂ ਗੁਰਮਤ ਔਰ ਮਨਮਤ ਦੇ ਦੁਰਮਤ ਤੇ ਮਨਮਤ ਦੇ ਰੈਫਰੈਂਸ 'ਚ ਦੇਖਾਂਗੇ ਨਾ, ਤੇ ਪਾਪ ਬੰਦਾ ਦੁਰਮਤ ਦੇ ਪਿੱਛੇ ਲੱਗ ਕੇ ਕਰਦਾ ਹੈ ਤੇ ਪੁੰਨ ਮਨਮਤ ਕਰਕੇ ਕਰਦਾ ਹੈ, ਮਨ ਦੀ ਇੱਛਾ ਕਰਕੇ ਬਈ ਕੁਝ ਕਰਾਂਗਾ ਚੰਗਾ ਤੇ ਪੁੰਨ ਕੰਮ ਕਰਾਂਗਾ, ਇਹਦਾ ਕੁਝ ਫਲ ਮਿਲ ਜਾਵੇਗਾ। ਪਰ ਗੁਰਮਤ ਪਾਪ ਔਰ ਪੁੰਨ ਇਹਨਾਂ ਦੋਨਾਂ ਤੋਂ ਅੱਗੇ ਹੈ। ਸਤਿਗੁਰੂ ਕਹਿੰਦੇ ਕਿ ਦੋਵੇਂ ਮਾਰ ਜਾਏ ਇਕਤ ਕਰ ਆਵੇ, ਗੁਰਮਤ ਸਹਿਜ ਸਮਾਵਣਿਆ। ਕਿ ਜਦੋਂ ਬੰਦਾ ਦੁਰਮਤ ਤੇ ਮਨਮਤ ਦੋਨਾਂ ਨੂੰ ਮਾਰ ਦਿੰਦਾ ਹੈ, ਮਾਰਨ ਵਾਸਤੇ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਤੇ ਫਿਰ ਬੰਦਾ ਗੁਰਮਤ ਨੂੰ ਲੈ ਕੇ ਤੇ ਰੱਬ ਦੇ ਰਸਤੇ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਐਂਡ ਵਿੱਚ ਸਿਰਫ ਇਤਨਾ ਕਵਾਂਗਾ ਕਿ ਇਹਨਾਂ ਤਿੰਨਾਂ ਨੂੰ ਸਮਝਣ ਵਾਸਤੇ ਇੱਕ ਸਿੰਪਲ ਜਿਹੀ ਉਦਾਹਰਣ ਸਮਝ ਲਵੋ ਕਿ ਦੁਰਮਤ ਕੀ ਹੈ। ਪਿੱਤਲ ਨੂੰ ਸੋਨਾ ਸਮਝੀ ਜਾਣਾ। ਉਹਨਾਂ ਨੂੰ ਪਤਾ ਨਹੀਂ ਸੀ, ਨਾ ਉਹਨੇ ਕਿਸੇ ਦੀ ਸਲਾਹ ਲਈ, ਬਸ ਪਿੱਤਲ ਸੀ, ਉਹਨੂੰ ਅਗਿਆਨਤਾ ਵਿੱਚ ਉਹਨੂੰ ਸੋਨਾ, ਕਿਉਂਕਿ ਉਹਨੂੰ ਪਤਾ ਸੀ ਵੀ ਪੀਲੀ ਚੀਜ਼ ਸੋਨਾ ਹੁੰਦੀ ਹੈ। ਹੁਣ ਮਨਮਤ ਕੀ ਹੈ, ਕਿਸੇ ਨੇ ਕਹਿ ਦਿੱਤਾ ਨਹੀਂ ਨਹੀਂ ਇਹ ਤੇ ਪਿੱਤਲ ਹੈ, ਹੁਣ ਸੁਣ ਲਿਆ, ਪਤਾ ਵੀ ਲੱਗ ਗਿਆ, ਗਿਆਨ ਹੋ ਗਿਆ, ਲੇਕਿਨ ਗਿਆਨ ਹੋਣ ਤੋਂ ਬਾਅਦ ਵੀ ਨਾ ਹੁਣ ਉਸ ਚੀਜ਼ ਨੂੰ ਜ਼ਾਹਰ ਨਹੀਂ ਕਰਦਾ। ਹੁਣ ਕਿਉਂਕਿ ਉਹ ਮੇਰੇ ਕੋਲ ਹੁਣ ਪਿੱਤਲ ਹੈ ਤੇ ਮੈਂ ਪਿੱਤਲ ਨੂੰ ਹੀ ਸੋਨਾ ਕਰਕੇ ਦਿਖਾ ਰਿਹਾ ਹਾਂ, ਪਿੱਤਲ ਨੂੰ ਸੋਨਾ ਆਖ ਰਿਹਾ ਹਾਂ ਤੇ ਅਖਵਾ ਰਿਹਾ ਹਾਂ, ਇਹ ਮਨਮਤ ਹੈ। ਤੇ ਗੁਰਮਤ ਕੀ ਹੈ, ਜਦੋਂ ਮੈਂ ਪਿੱਤਲ ਨੂੰ ਪਿੱਤਲ ਤੇ ਸੋਨੇ ਨੂੰ ਸੋਨਾ ਮੰਨ ਲਵਾਂਗਾ, ਦੋਨਾਂ ਦਾ ਡਿਫਰੈਂਸ ਮੈਨੂੰ ਸਮਝ ਆ ਜਾਵੇਗਾ ਤੇ ਮੈਂ ਪਿੱਤਲ ਨੂੰ ਦੂਰ ਕਰਕੇ ਸੋਨੇ ਨੂੰ ਗ੍ਰਹਿਣ ਕਰਾਂਗਾ। ਇਹ ਦੁਰਮਤ, ਮਨਮਤ ਤੇ ਗੁਰਮਤ, ਇਹਨਾਂ ਤਿੰਨਾਂ ਦਾ ਬੇਸਿਕ ਜਿਹਾ ਇੱਕ ਫਰਕ ਹੈ। ਬਹੁਤ ਅੱਛੇ ਸ਼ਬਦਾਂ ਨਾਲ ਵੀਰ ਜੀ ਆਪਨੇ ਇਹਨੂੰ ਡਿਸਕ੍ਰਾਈਬ ਕੀਤਾ। ਜਿਹੜਾ ਸ਼ਬਦ ਆਪ ਜੀ ਬੋਲ ਰਹੇ ਸੀ, ਹੋਂ ਵਾਰੀ ਹਰ ਕੇ ਨਾਏ ਸ਼ੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ। ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰੇ। ਕਿਉਂਕਿ ਗੁਰੂ ਸਾਹਿਬ ਇੱਕ ਜਗ੍ਹਾ ਹੋਰ ਕਹਿੰਦੇ ਨੇ, ਗੱਲ ਕੀ ਅਸੀਂ ਕਹਿੰਦੇ ਅਕਾਲ ਪੁਰਖ ਫਾਰਮਲੈਸ ਹੈ, ਉਹਦਾ ਕੋਈ ਸ਼ੇਪ ਨਹੀਂ ਹੈ, ਉਹਨੂੰ ਕਿਵੇਂ ਸਮਝਿਆ ਜਾਏ
ਤੇ ਗੁਰੂ ਸਾਹਿਬ ਉਸ ਬਾਰੇ ਵੀ ਗੱਲ ਕਹਿੰਦੇ ਨੇ। ਗੁਰੂ ਸਾਹਿਬ ਨੇ ਕਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ। ਕਿ ਗੁਰਮਤੀ ਦਾ ਕੰਮ ਇਹ ਹੈ ਕਿ ਉਸ ਅਕਾਲ ਪੁਰਖ ਨੂੰ ਕਿਵੇਂ ਪਾਇਆ ਜਾਏ, ਉਸ ਬਾਰੇ ਕਿਵੇਂ ਗੱਲ ਕੀਤੀ ਜਾਏ, ਉਹ ਮਤ ਗੁਰੂ ਸਾਹਿਬ ਸਾਨੂੰ ਦਿੰਦੇ ਨੇ। ਜਿਹੜੀ ਗੱਲ ਵੀਰ ਜੀ ਨੇ ਸਮਝਾਈ, ਬਹੁਤ ਅੱਛਾ ਕੁਐਸਚਨ ਵੀ ਸੀਗਾ ਕਿ ਦੁਰਮਤ, ਮਨਮਤ ਤੇ ਗੁਰਮਤ ਦਾ ਫਰਕ ਕੀ ਹੈ। ਤੇ ਵੀਰ ਜੀ ਨੇ ਬਹੁਤ ਹੀ ਪਿਆਰੇ ਐਗਜ਼ਾਮਪਲਸ ਦੇ ਕੇ ਚੀਜ਼ ਨੂੰ ਸਮਝਾਇਆ ਹੈ। ਬਹੁਤ ਹੀ ਅੱਛੇ ਤਰੀਕੇ ਨਾਲ ਸਾਨੂੰ ਇਸ ਦਾ ਜਵਾਬ ਮਿਲਿਆ। ਤੇ ਮੈਨੂੰ ਉਮੀਦ ਹੈ ਕਿ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਉਹਨਾਂ ਦੀ ਤ੍ਰਿਪਤੀ ਹੋਈ ਹੋਏਗੀ। ਵੀਰ ਜੀ, ਸੰਗਤ ਵਿੱਚੋਂ ਇੱਕ ਸਵਾਲ ਹੋਰ ਸੀਗਾ ਕਿ ਤੀਨੇ ਤਾਪ ਦਾ ਮਤਲਬ ਕੀ ਹੁੰਦਾ ਹੈ? ਵਾਟ ਇਜ਼ ਦੀ ਮੀਨਿੰਗ ਆਫ ਤੀਨੇ ਤਾਪ? ਤੀਨੇ ਤਾਪ ਨਿਵਾਰਨ ਹਾਰਾ, ਜੋ ਗ੍ਰੰਥਾਂ ਸੁਖ ਰਾਸ ਸ਼ਬਦ ਵਿੱਚ ਆਉਂਦਾ ਕਈ ਜਗ੍ਹਾ। ਤੇ ਤੀਨੇ ਤਾਪ ਨਿਵਾਰਨ ਹਾਰਾ, ਇਸ ਦਾ ਅਰਥ ਪੁੱਛਿਆ ਜੀ। ਜੀ हाँ, शब्द है ना, तीने ताप निवारण हारा, दुख अंता सुख रास्ता को बिगड़ न को लागै, जाकी प्रभ आगे अरदास। ਤੇ ਤਿੰਨ ਤਾਪ ਦੇਖੋ, ਇਹਨੂੰ ਗੁਰਬਾਣੀ ਔਰ ਭਾਰਤ ਦਾ ਜੋ ਪੁਰਾਣਾ ਦਰਸ਼ਨ ਹੈ ਉਹਦੇ ਹਿਸਾਬ ਨਾਲ ਅਗਰ ਵੇਖਾਂਗੇ ਵਿਦਵਾਨਾਂ ਦੀ ਵਿਚਾਰ, ਤੇ ਥੋੜਾ ਜਿਹਾ ਅੰਤਰ ਹੈ ਦੋਨਾਂ ਦੇ ਵਿੱਚ। ਬਾਣੀ ਨੇ ਹੋਰ ਈਜ਼ੀ ਕਰ ਦਿੱਤਾ ਸਗੋਂ। ਪਹਿਲੇ ਮੈਂ ਭਾਰਤ ਦਾ ਜਿਹੜਾ ਪੁਰਾਣਾ ਦਰਸ਼ਨ ਹੈ ਉਹਦਾ ਆਪ ਜੀ ਦੇ ਨਾਲ ਜ਼ਿਕਰ ਕਰਾਂ। ਤਿੰਨ ਤਾਪ ਮੰਨੇ ਗਏ, ਤਿੰਨ ਪ੍ਰਕਾਰ ਦੇ ਦੁੱਖ। ਤਾਪ ਮੀਨਸ ਦੁੱਖ। ਵੈਸੇ ਤਾਪ ਲਿਟਰਲ ਮੀਨਿੰਗ ਇਹਦਾ ਟੈਂਪਰੇਚਰ ਹੁੰਦਾ ਹੈ। ਅਗਰ ਅਸੀਂ ਵੇਖਾਂਗੇ ਤਾਪ, ਜਿਵੇਂ ਤਾਪਮਾਨ ਅਸੀਂ ਕਹਿ ਦਿੰਦੇ ਹਾਂ, ਟੈਂਪਰੇਚਰ। ਲੇਕਿਨ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਤਾਪ ਸ਼ਬਦ ਹੈ ਉਹ ਦੁੱਖ ਵਾਸਤੇ ਵੀ ਆਇਆ। ਜਿਵੇਂ ਕਿਸੇ ਚੀਜ਼ ਨੂੰ ਤਪਾਣਾ, ਤੇ ਬਾਣੀ ਵਿੱਚ ਆਉਂਦਾ ਹੈ, ਜਿਵੇਂ ਵਿਛੋੜੇ ਨੂੰ ਵੀ ਤਪ ਕਿਹਾ ਗਿਆ, ਤਪ ਤਪ ਲੋਹੇ ਲੋਹੇ ਹਾਥ ਮਰੋਰੋ। ਬਾਣੀ 'ਚ ਬਈ ਦੁਖੀ ਹੋ ਰਹੀ ਹਾਂ ਮੈਂ, ਬਾਵਲ ਹੋਈ ਸੋ ਸ਼ਹਲੋਰੋ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਵੀ ਆਇਆ। ਉਸ ਤੋਂ ਪਹਿਲੇ ਭਾਰਤ ਦਾ ਜਿਹੜਾ ਪੁਰਾਤਨ ਸੀ ਇਹਦਾ ਵਿਚਾਰ ਉਹ ਲੈ ਲੈਂਦੇ ਹਾਂ। ਤਿੰਨ ਤਾਪ ਵਿਦਵਾਨਾਂ ਨੇ ਤਿੰਨ ਪ੍ਰਕਾਰ ਦੇ ਦੁੱਖ ਮੰਨੇ ਹਨ। ਪਹਿਲੇ ਹਨ ਅਧਿਆਤਮਿਕ, ਦੂਸਰੇ ਹਨ ਆਦ ਭੌਤਿਕ, ਤੇ ਤੀਸਰੇ ਹਨ ਆਦ ਦੈਵਿਕ। ਇਹ ਤਿੰਨ ਪ੍ਰਕਾਰ ਦੇ ਦੁੱਖ ਮੰਨੇ ਗਏ, ਇਹਨਾਂ ਨੂੰ ਤਿੰਨ ਤਾਪ ਕਿਹਾ ਗਿਆ। ਥੋੜੀ ਥੋੜੀ ਐਕਸਪਲੇਨੇਸ਼ਨ ਇਹਦੀ ਕਰ ਦੇਵਾਂ। ਸਭ ਤੋਂ ਪਹਿਲੇ ਹਨ ਅਧਿਆਤਮਿਕ ਦੁੱਖ। ਇਹਨਾਂ ਤਾਪਾਂ ਦੇ ਵਿੱਚ ਜਾਂ ਇਸ ਪ੍ਰਕਾਰ ਦੇ ਦੁੱਖਾਂ ਦੇ ਵਿੱਚ, ਤਾਪ ਦਾ ਪਹਿਲਾ ਨਾਮ ਅਧਿਆਤਮਿਕ, ਇਹਦੇ ਵਿੱਚ ਆਣਗੇ ਜੀ ਮੇਰੇ ਸਰੀਰ ਨੂੰ ਲੱਗਣ ਵਾਲੇ ਸਾਰੇ ਰੋਗ। ਜਿਤਨੇ ਵੀ ਰੋਗ ਮੇਰੇ ਸਰੀਰ ਨੂੰ ਲੱਗ ਰਹੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਅਧਿਆਤਮਿਕ ਦੁੱਖ। ਤੇ ਨਾਲ ਹੀ ਮਨ ਵਿੱਚ ਕ੍ਰੋਧ, ਮਨ ਵਿੱਚ ਈਰਖਾ, ਮਨ ਵਿੱਚ ਦਵੈਸ਼, ਵੈਰ ਵਿਰੋਧ, ਮਨ ਦੀਆਂ ਗਲਤ ਵਿਚਾਰਾਂ, ਇਹ ਸਭ ਕੁਝ ਵੀ ਅਧਿਆਤਮਿਕ ਦੁੱਖਾਂ ਵਿੱਚ ਆਏਗਾ। ਭਾਵ ਜਿਨ੍ਹਾਂ ਦਾ ਸਿੱਧਾ ਸੰਬੰਧ ਮੇਰੇ ਮਾਈਂਡ ਔਰ ਮੇਰੀ ਬੋਡੀ ਦੇ ਨਾਲ, ਮੇਰੇ ਮਨ ਤੇ ਮੇਰੇ ਤਨ ਦੇ ਨਾਲ ਹੈ। ਉਹਨਾਂ ਦੁੱਖਾਂ ਦੀ ਉਤਪਤੀ ਮੇਰੇ ਮਨ ਔਰ ਤਨ ਦੇ ਤਲ ਤੇ ਹੀ ਹੋ ਰਹੀ ਹੈ। ਠੀਕ ਹੈ ਜੀ। ਇਹਦਾ ਪਹਿਲਾ ਕਾਰਨ ਤੇ ਰੋਗ ਹੀ ਹਨ, ਡਿਜ਼ੀਜ਼ਸ। ਉਹਨਾਂ ਨੂੰ ਕਹਿੰਦੇ ਹਾਂ ਅਸੀਂ ਅਧਿਆਤਮਿਕ ਰੋਗ ਜਾਂ ਅਧਿਆਤਮਿਕ ਦੁੱਖ। ਤੇ ਦੂਸਰਾ ਕਾਰਨ ਹੈ ਮੇਰੇ ਮਨ ਦੀਆਂ ਵਿਚਾਰਾਂ, ਗਲਤ ਫੁਰਨੇ, ਮੇਰੇ ਮਨ ਦੇ ਕਲਾ ਕਲੇਸ਼, ਵਿਕਾਰ ਇਤਿਆਦਿ। ਦੂਸਰਾ ਹੈ ਆਦ ਭੌਤਿਕ ਦੁੱਖ। ਭੌਤਿਕ ਮੀਨਸ ਫਿਜ਼ੀਕਲ, ਤੇ ਆਦ ਭੌਤਿਕ ਨੂੰ ਕੈਟੇਗਰਾਈਜ਼ ਕੀਤਾ ਗਿਆ ਹੈ ਭਾਰਤ ਦੇ ਵਿਦਵਾਨਾਂ ਵੱਲੋਂ ਕਿ ਉਹ ਦੁੱਖ ਜਿਹੜੇ ਮੈਨੂੰ ਦੂਸਰੇ ਤੋਂ ਮਿਲਦੇ ਹਨ। ਜਿਵੇਂ ਮੈਂ ਬੈਠਾ ਹੋਇਆ ਸੀ ਆਪਣੇ ਘਰ ਵਿੱਚ, ਕੋਈ ਆਇਆ ਬੋਲ ਕੁਬੋਲ ਕਰਨ ਲੱਗ ਪਿਆ ਮੇਰੇ ਨਾਲ, ਮੇਰੇ ਮਨ ਵਿੱਚ ਕੋਈ ਵਿਚਾਰ ਨਹੀਂ ਸੀ, ਲੇਕਿਨ ਉਹਨੇ ਬੋਲ ਚਾਲ ਕੀਤੀ। ਉਹ ਅਚਾਨਕ ਕੀ ਹੋਇਆ, ਉੱਥੇ ਜਿਹਨੂੰ ਕਹਿੰਦੇ ਹੱਥ ਪਾਈ ਹੋਣ ਲੱਗ ਪਏ, ਉਹਨੇ ਮਾਰ ਦਿੱਤਾ। ਹੁਣ ਇਹ ਦੁੱਖ ਕਿਸੇ ਹੋਰ ਨੇ ਮੈਨੂੰ ਦਿੱਤਾ। ਤੇ ਇਸੇ ਵਿੱਚ ਇੱਕ ਹੋਰ ਕੈਟਾਗਰੀ ਵਿਦਵਾਨਾਂ ਨੇ ਕਹੀ, ਇਸੇ ਦਾ ਇੱਕ ਹੋਰ ਐਗਜ਼ਾਮਪਲ ਦਿੱਤਾ, ਜਿਵੇਂ ਮੱਛਰ ਡੰਗ ਮਾਰਦਾ ਹੈ, ਇਹਨੂੰ ਵੀ ਦੁੱਖ ਕਿਹਾ ਗਿਆ। ਸ਼ੇਰ ਖਾ ਗਿਆ ਕਿਸੇ ਨੂੰ, ਸੱਪ ਨੇ ਡਸ ਲਿਆ ਕਿਸੇ ਨੂੰ। ਇਹ ਸਾਰੇ ਭੌਤਿਕ ਦੁੱਖਾਂ ਵਿੱਚ ਆਉਂਦੇ ਹਨ। ਦੂਸਰਾ ਤਾਪ। ਤੇ ਤੀਸਰੇ ਹਨ ਆਦ ਦੈਵਿਕ ਦੁੱਖ। ਦੈਵਿਕ ਦਾ ਮਤਲਬ ਹੈ ਜਿਹੜੇ ਬੰਦੇ ਕਰਕੇ ਨਹੀਂ ਆਏ, ਜਿਹੜੇ ਜਿਹਨੂੰ ਦੈਵੀ ਆਪਦਾ, ਨੈਚੁਰਲ ਕਲੈਮਿਟੀਜ਼ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ। ਕਿਧਰੇ ਬਾੜ ਆ ਗਈ, ਕਿਧਰੇ ਭੂਚਾਲ ਆ ਗਿਆ, ਕਿਧਰੇ ਅਸਮਾਨ ਤੋਂ ਬਿਜਲੀ ਡਿੱਗ ਗਈ। ਹੁਣ ਇਹ ਸਭ ਬੰਦੇ ਦੇ ਵੱਸ ਦੀ ਗੱਲ ਨਹੀਂ। ਇਹ ਤੇ ਭਾਰਤ ਦੇ ਜਿਹੜੇ ਵਿਦਵਾਨ ਹਨ ਉਹਨਾਂ ਨੇ ਇਹਦੀ ਵਿਆਖਿਆ ਕੀਤੀ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਆਵਾਂਗੇ। ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਵੱਖ-ਵੱਖ ਸ਼ਬਦਾਂ ਵਿੱਚ ਇਹ ਜੋ ਤਿੰਨੇ ਤਾਪ ਹਨ ਇਹਨਾਂ ਦਾ ਜ਼ਿਕਰ ਮਿਲਦਾ ਹੈ। ਜਿਵੇਂ ਤੁਸੀਂ ਆਪਣੇ ਬਜ਼ੁਰਗਾਂ ਤੋਂ ਜ਼ਰੂਰ ਸੁਣਿਆ ਹੋਏਗਾ, ਮੈਂ ਸੁਣਿਆ ਸੀ ਆਪਣੇ ਦਾਦਾ ਜੀ ਤੋਂ, ਜਦੋਂ ਵੀ ਅਰਦਾਸ ਕਰਦੇ ਸਨ, ਅਰਦਾਸ ਵਿੱਚ ਇੱਕ ਗੱਲ ਕਹਿੰਦੇ ਸੀ, ਬਈ ਹੇ ਵਾਹਿਗੁਰੂ, ਆਦਿ ਵਿਆਧੀ ਉਪਾਧੀ ਤੋਂ ਸਾਨੂੰ ਬਚਾਣਾ। ਆਮ ਸੰਗਤ ਨੇ ਇਹ ਤਿੰਨੋਂ ਸ਼ਬਦ ਜ਼ਰੂਰ ਸੁਣੇ ਹੋਣਗੇ, ਆਦਿ ਵਿਆਧੀ ਜਾਂ ਵਿਆਧੀ ਕਹਿ ਦਿੰਦੇ, ਉਪਾਧੀ ਤੋਂ ਬਚਾਉਣ। ਗੁਰਬਾਣੀ ਦੇ ਵਿੱਚ ਤਿੰਨ ਤਾਪਾਂ ਦਾ ਜ਼ਿਕਰ ਆਇਆ ਹੈ, ਆਦ, ਵਿਆਧ ਤੇ ਉਪਾਦ। ਇਹਨੂੰ ਹੁਣ ਵਿਦਵਾਨਾਂ ਨੇ ਗੁਰਮਤ ਦੇ ਹਿਸਾਬ ਨਾਲ ਤਿੰਨ ਹਿੱਸਿਆਂ ਵਿੱਚ ਵੰਡਿਆ।
ਆਦਿ ਦਾ ਮਤਲਬ ਹੈ ਮਨ ਦੇ ਸੋਚ, ਮਨ ਦਾ ਕਲਾ ਕਲੇਸ਼, ਜੋ ਕੁਝ ਮੇਰੇ ਮਨ ਵਿੱਚ ਵਾਪਰ ਰਿਹਾ ਹੈ। ਕਈ ਵਾਰ ਅਸੀਂ ਵੇਖਦੇ ਹਾਂ ਬੰਦੇ ਦੇ ਮਨ ਨੂੰ ਚੈਨ ਨਹੀਂ ਆਉਂਦਾ, ਬਹੁਤ ਕੁਝ ਮਿਲ ਗਿਆ ਫਿਰ ਵੀ ਮਨ ਵਿੱਚ ਵਿਚਾਰਾਂ ਹਲਚਲ ਚਲਦੀ ਰਹੇਗੀ, ਮਨ ਟਿਕਦਾ ਹੀ ਕੋਈ ਨਹੀਂ। ਦੂਸਰੇ ਨੂੰ ਦੇਖ ਕੇ ਈਰਖਾ ਵਿੱਚ ਆਈ ਜਾਣਾ, ਕਿਸੇ ਦੇ ਯਸ਼ ਨੂੰ ਦੇਖ ਕੇ ਐਵੇਂ ਵੈਰ ਆ ਜਾਣਾ ਜੀਵਨ ਵਿੱਚ, ਫਿਰ ਉਹਦੇ ਨਾਲ ਕੰਪੀਟ ਕਰੀ ਜਾਣਾ, ਫਿਰ ਉਹਦੇ ਨਾਲ ਪ੍ਰਤੀਯੋਗਿਤਾ ਦੇ ਵਿੱਚ ਪੈ ਜਾਣਾ। ਇਹਨੂੰ ਕਹਿੰਦੇ ਵੀ ਆਦਿ ਦੁੱਖ ਜਿਹੜੇ ਮੇਰੇ ਮਨ ਵਿੱਚ ਕੋਲੋਂ ਮੈਨੂੰ ਮਿਲ ਰਹੇ ਹਨ। ਵਿਆਧ ਕਿਹਾ ਜਾਂਦਾ ਹੈ, ਵਿਆਧ ਕਹਿੰਦੇ ਹਨ ਫਿਜ਼ੀਕਲ ਰੋਗਾਂ ਨੂੰ, ਸਰੀਰ ਦੇ ਰੋਗਾਂ ਨੂੰ, ਜਿਵੇਂ ਬੁਖਾਰ ਚੜ ਗਿਆ, ਖਾਂਸੀ ਹੋ ਗਈ, ਪੇਟ ਵਿੱਚ ਕੋਈ ਰੋਗ ਆ ਗਿਆ, ਜਿਤਨੇ ਵੀ ਰੋਗ ਹਨ, ਵਿਆਧ ਜਿਤਨੀ ਵੀ ਹੈ ਉਹਦਾ ਇਲਾਜ ਮੈਡੀਕਲ ਸਾਇੰਸ ਦੇ ਕੋਲ ਹੈ ਜਾਂ ਉਹ ਲੋਕ ਖੋਜ ਰਹੇ ਹਨ। ਲੇਕਿਨ ਆਦਿ ਦਾ ਇਲਾਜ ਮੈਡੀਕਲ ਸਾਇੰਸ ਕੋਲ ਨਹੀਂ ਹੈ ਬਿਲਕੁਲ। ਇਹਨੂੰ ਮੈਂ ਸਮਝਾ ਦੇਵਾਂਗਾ ਕਿ ਜਿਵੇਂ ਕੋਈ ਬੰਦਾ ਬੜਾ ਕਰੋਧੀ ਹੈ, ਉਹ ਹੁਣ ਡਾਕਟਰ ਕੋਲ ਜਾਵੇ, ਕਵੇ ਡਾਕਟਰ ਸਾਹਿਬ ਕੋਈ ਐਸੀ ਗੋਲੀ ਦੇ ਦਿਓ ਜਿਹੜੀ ਮੈਂ ਖਾ ਲਾਂ ਤੇ ਮੈਨੂੰ ਇੱਕ ਦਿਨ ਕ੍ਰੋਧ ਨਾ ਆਵੇ। ਲੋਭੀ ਹੈ, ਉਹ ਕਵੇ ਡਾਕਟਰ ਸਾਹਿਬ ਇੱਕ ਐਸਾ ਕੈਪਸੂਲ ਦੇ ਦਿਓ ਜਿਹੜਾ ਮੈਂ ਖਾ ਲਵਾਂ, ਮੇਰਾ ਅੰਦਰ ਦਾ ਲੋਭ ਮੁੱਕ ਜਾਵੇ। ਫਿਰ ਕਵੇ ਨਹੀਂ ਨਹੀਂ ਡਾਕਟਰ ਸਾਹਿਬ ਇੰਜੈਕਸ਼ਨ ਐਸਾ ਲਾ ਦਿਓ ਕਿ ਅੰਦਰ ਦਾ ਹੰਕਾਰ ਮਰ ਜਾਵੇ। ਡਾਕਟਰ ਕਹੇਗਾ ਵੀ ਇਹਨਾਂ ਦਾ ਇਲਾਜ ਮੇਰੇ ਕੋਲ ਨਹੀਂ, ਮੇਰੇ ਕੋਲ ਇਹਨਾਂ ਦਾ ਇਲਾਜ ਕੋਈ ਨਹੀਂ। ਡਾਕਟਰ ਦੇ ਕੋਲ ਜਿਹੜਾ ਇਲਾਜ ਹੈ ਉਹ ਇਲਾਜ ਹੈ ਸਾਡੀ ਵਿਆਧ ਦਾ। ਵਿਆਧ ਮੀਨ ਸਰੀਰ ਦੇ ਰੋਗ, ਆਦਿ ਦਾ ਇਲਾਜ ਨਹੀਂ। ਤੇ ਉਪਾਦ ਦਾ ਅਰਥ ਹੈ ਉਪਾਧੀ, ਉਪਦਰਵ। ਇੱਕ ਸ਼ਬਦ ਤੁਸੀਂ ਸੁਣਦੇ ਹੋ ਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਅਵਸ ਹੈ ਕਾਮ ਦੇਣਾ, ਗੁਰੂ ਰਾਮਦਾਸ ਜੀ ਦਾ ਤਨਾਸਰੀ ਰਾਗ ਦਾ ਸ਼ਬਦ। ਤੇ ਇਹਦੇ ਚ ਸਤਿਗੁਰੂ ਇੱਕ ਗੱਲ ਬੜੀ ਪਿਆਰੀ ਆਖਦੇ ਅੰਤਲੀ ਲਾਈਨ ਵਿੱਚ, ਜਹਾਂ ਹਰ ਸਿਮਰਨ ਪਿਆ ਤਹਾਂ ਉਪਾਦ ਗਤ ਕੀਨੀ। ਉਪਾਦ ਦਾ ਅਰਥ ਕੀ ਹੈ? ਮੈਂ ਆਪਣੇ ਘਰ ਬੈਠਾ ਸੀ ਜਾਂ ਮੈਂ ਰਸਤੇ 'ਚ ਜਾ ਰਿਹਾ ਸੀ, ਕੁਝ ਵੀ ਗਲਤ ਮੈਂ ਨਹੀਂ ਸੀ ਸੋਚਿਆ, ਅਚਨਚੇਤ ਮੇਰੇ ਕੰਮ 'ਚ ਵਿਘਨ ਪੈ ਗਿਆ, ਅੜਚਨ ਆ ਗਈ, ਰੋਕ ਪੈ ਗਈ। ਕਈ ਵਾਰ ਬੰਦਾ ਕਹਿੰਦਾ ਨਾ ਮੇਰਾ ਤੇ ਕਾਰੋਬਾਰ ਜੀ ਬੜਾ ਸੋਹਣਾ ਚੱਲ ਰਿਹਾ ਸੀ, ਲੇਕਿਨ ਪਤਾ ਨਹੀਂ ਕੀ ਹੋਇਆ, ਇਹਦੇ ਵਿੱਚ ਅਚਾਨਕ ਹੀ ਰੋਕ ਲੱਗ ਗਈ, ਉਹ ਫਿਰ ਕਿਸੇ ਹੋਰ ਪਾਸੇ ਚਲੋ ਲੋਕੀ ਤੁਰ ਪੈਂਦੇ ਹਨ। ਇਹ ਜਿਹੜੀ ਅਚਾਨਕ ਅੜਚਨ ਆ ਜਾਵੇ, ਅਚਾਨਕ ਜਿਹੜੀ ਕੋਈ ਉਲਝਣ ਪੈਦਾ ਹੋ ਜਾਵੇ, ਜਿਹੜੀ ਐਕਸਪੈਕਟ ਵੀ ਨਹੀਂ ਕੀਤੀ ਹੁੰਦੀ ਬੰਦੇ ਨੇ, ਇਹਨੂੰ ਕਹਿੰਦੇ ਉਪਾਦ। ਇਹ ਹਨ ਤਿੰਨ ਤਾਪ। ਆਦ ਮੀਨਸ ਮਨ ਦੇ ਸੋਚ ਫੁਰਨੇ ਵਿਚਾਰਾਂ, ਵਿਆਦ ਮੀਨਸ ਸਰੀਰ ਦੇ ਜਿਤਨੇ ਵੀ ਰੋਗ ਹਨ, ਤੇ ਉਪਾਦ ਮੀਨਸ ਕਿ ਅਨਐਕਸਪੈਕਟਡ ਜੋ ਹਰਡਲਸ ਹੈਗੀਆਂ ਹਨ ਉਹ ਸਾਰੀਆਂ ਜੀਵਨ ਵਿੱਚ, ਇਹਨੂੰ ਕਹਿੰਦੇ। ਹੁਣ ਨਿਵਾਰਣ ਹਾਰਾ ਅਗਰ ਸ਼ਬਦ ਜੋੜ ਦਿਓਗੇ ਤੇ ਨਿਵਾਰਣ ਹਾਰਾ ਪ੍ਰਮਾਤਮਾ ਲਈ ਵਰਤਿਆ ਗਿਆ ਕਿ ਇਹਨਾਂ ਤਿੰਨਾਂ ਹੀ ਤਾਪਾਂ ਨੂੰ ਬੰਦੇ ਦੇ ਜੀਵਨ ਵਿੱਚੋਂ ਦੂਰ ਕਰਨ ਦੀ ਸਮਰੱਥਾ ਰੱਖਣ ਵਾਲਾ। ਦੁੱਖ ਹੰਤਾ, ਹੰਤਾ ਕਹਿੰਦੇ ਵੈਸੇ ਸ਼ਿਕਾਰੀ ਨੂੰ ਕਹਿੰਦੇ ਮਾਰਨ ਵਾਲਾ, ਰੱਬ ਸਾਡੇ ਦੁੱਖਾਂ ਨੂੰ ਮਾਰਨ ਵਾਲਾ ਹੈ। ਸੁਖ ਰਾਸ, ਤੇ ਰੱਬ ਸੁੱਖਾਂ ਦੀ ਪੂੰਜੀ ਹੈ। ਤੇ ਸਤਿਗੁਰੂ ਕਹਿੰਦੇ ਤਾਕੋ ਬਿਘਨ ਨਾ ਕੋ ਲਾਗੇ ਜਾਕੀ ਪ੍ਰਭ ਅੱਗੇ ਅਰਦਾਸ। ਜਿਹੜਾ ਰੱਬ ਦੇ ਅੱਗੇ ਅਰਦਾਸ ਕਰੇਗਾ ਉਹਦੇ ਤਿੰਨੇ ਤਾਪ ਆਪਣੇ ਆਪ ਰੱਬ ਕਿਰਪਾ ਕਰਕੇ ਮਿਟਾ ਦੇਵੇਗਾ, ਉਹਦੇ ਤਿੰਨੇ ਤਾਪ ਰੱਬ ਨਾਸ਼ ਕਰ ਦੇਵੇਗਾ। ਜੀ ਜਿਹੜਾ ਤੀਸਰਾ ਸਵਾਲ ਸਾਡੇ ਕੋਲ ਆਇਆ ਜੀ, ਇਹਦੇ ਵਿੱਚ ਮੈਨੂੰ ਉਹਨਾਂ ਨੇ ਪੁੱਛਿਆ ਵੀ ਕੀ ਹੋ ਗਿਆ ਹੈ ਕਿ ਕੁਝ ਸ਼ਬਦਾਂ ਨੂੰ ਲੋਕਾਂ ਨੇ ਬ੍ਰਾਂਡ ਕਰ ਦਿੱਤਾ ਹੈ ਕਿ ਇਹ ਸ਼ਬਦ ਇਸ ਵੇਲੇ ਪੜ੍ਹਨਾ ਚਾਹੀਦਾ ਹੈ, ਇਹ ਸ਼ਬਦ ਪੜ੍ਹੋਗੇ ਤੇ ਦੁੱਖ ਨਹੀਂ ਆਏਗਾ। ਜਿਵੇਂ ਆਮ ਹੀ ਸੁਖਮਨੀ ਸਾਹਿਬ ਬਾਰੇ ਵੀ ਕਿਹਾ ਜਾਂਦਾ ਹੈ ਵੀ ਸੁੱਖ ਚਾਹੀਦੇ ਨੇ ਤੇ ਸੁਖਮਨੀ ਸਾਹਿਬ ਪੜ੍ਹੋ, ਔਖੇ ਵੇਲੇ ਉਹ ਤੇ ਚੌਪਈ ਸਾਹਿਬ ਪੜ੍ਹੋ। ਮਤਲਬ ਇਹ ਬ੍ਰਾਂਡ ਕਰ ਦਿੱਤਾ ਗਿਆ ਕਿ ਇਹ ਵਾਲੀ ਚੀਜ਼ ਇਸ ਚੀਜ਼ ਦਾ ਮੰਤਰ ਮੰਨ ਲਿਆ ਇਸ ਤਰੀਕੇ ਨਾਲ। ਤੇ ਇਹ ਗੁਰਮਤ ਦੇ ਅਨੁਸਾਰ ਕਿੰਨੀ ਕੁ ਸਹੀ ਹੈ ਤੇ ਕਿੰਨੀ ਕੁ ਗਲਤ ਹੈ, ਇਹ ਕੁਐਸਚਨ ਆਇਆ ਜੀ। ਪੀਪਲ ਹੈਵ ਬ੍ਰਾਂਡਡ ਸਮ ਸ਼ਬਦਸ as per situations, for example chaupai for difficult times, sukhmani sahib for seeking sukh, etc. How correct is this according to Gurmat? ਠੀਕ ਹੈ। ਇਸ ਤੋਂ ਪਹਿਲੇ ਮੈਂ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਹੈ, ਸ਼ਾਇਦ ਅਗਰ ਉਹ ਪ੍ਰੋਗਰਾਮ ਵੇਖ ਰਹੇ ਨੇ ਤੇ ਮੈਂ ਤੁਹਾਡੇ ਮਾਧਿਅਮ ਤੋਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ ਉਹ ਇਹ ਗੱਲ ਮੰਨਦੇ ਨੇ ਕਿ ਸਾਰੀ ਬਾਣੀ ਇੱਕੋ ਰੂਪ ਹੈ। ਜੇ ਤੇ ਉਹਨਾਂ ਦਾ ਆਨਸਰ ਹਾਂ ਹੈ, ਮਤਲਬ ਹਾਂ ਮੀਨਸ ਕਿ ਸੋਝੀ ਵਿੱਚ ਅਗਰ ਉਹ ਹਾਂ ਦੇ ਰਹੇ ਹਨ, ਤੇ ਇਹਦਾ ਅਰਥ ਇਹ ਹੈ ਕਿ ਉਹ ਕੇਵਲ ਦੁਬਿਧਾ ਵਿੱਚ ਪਏ ਹੋਏ ਹਨ। ਉਹਨਾਂ ਨੂੰ ਅਗਰ ਉਹ ਕਹਿ ਰਹੇ ਨੇ ਬਈ ਹਾਂ ਹੈ, ਬਈ ਸਾਰੀ ਬਾਣੀ ਇੱਕ ਹੈ, ਤੇ ਉਹਦਾ ਭਾਵ ਹੈ ਬਸ ਮਨ ਦੀ ਸਿਰਫ ਇੱਕ ਉਲਝਣ ਹੈ, ਇੱਕ ਵਿਚਾਰ ਨਾਲ ਉਹ ਖਤਮ ਹੋ ਸਕਦੀ ਹੈ। ਤੇ ਜੇ ਉਹ ਕਹਿ ਰਹੇ ਨਹੀਂ ਨਹੀਂ, ਜਿਵੇਂ ਤਾਂ ਤੁਸੀਂ ਕਿਹਾ ਬਈ ਬਾਣੀ ਇਧਰੋਂ ਵੱਖ ਹੈ, ਇਧਰੋਂ ਵੱਖ ਹੈ, ਉਧਰ ਵੱਖ ਹੈ, ਨਹੀਂ, ਇਹਦਾ ਮਤਲਬ ਉਹਨਾਂ ਨੇ ਬਾਣੀ ਪੜ੍ਹੀ ਜ਼ਰੂਰ ਹੈ, ਖਿਮਾ ਕਰਨਾ, ਲੇਕਿਨ ਬਾਣੀ ਨੂੰ ਸਮਝ ਨਹੀਂ ਪਾਏ। ਮੈਂ ਇਸਦਾ ਉੱਤਰ ਦੇਵਾਂ ਇਸ ਤੋਂ ਪਹਿਲੇ ਇੱਕ ਪ੍ਰਸ਼ਨ ਪੁੱਛਦਾ ਹਾਂ। ਤੁਹਾਡੇ ਘਰ ਦੇ ਵਿੱਚ 10 ਬੋਤਲਾਂ ਵਿੱਚ ਪਾਣੀ ਪਿਆ ਹੋਵੇ, 10 ਬੋਤਲਾਂ 'ਚ, ਤੇ ਮੈਂ ਤੁਹਾਨੂੰ ਕਹਾਂ ਕਿ ਬਈ ਤੁਸੀਂ ਇਹ 4 ਨੰਬਰ ਵਾਲੀ ਚੋਂ ਪੀਓਗੇ ਨਾ ਤਾਂ ਹੀ ਪਿਆਸ ਬੁਝੇਗੀ ਤੁਹਾਡੀ, ਪਹਿਲੀ ਵਾਲੀ ਚੋਂ ਨਾ ਪੀਣਾ ਜਾਂ 10ਵੀਂ ਚੋਂ ਨਾ ਪੀਣਾ। ਤੁਸੀਂ ਫੌਰਨ ਮੈਨੂੰ ਆਖੋਗੇ ਬਈ ਭਾਈ ਸਾਹਿਬ ਤੁਹਾਨੂੰ ਕੀ ਹੋ ਗਿਆ,
पानी तो जिधरों भी पी लो, प्यास तो बुझेगी बुझेगी। फिर गुड़ की भेली होवे, मैं कहां भाई गुड़ की भेली नूं ना उस पासों चक मारियो, इधरों ना खाओ, उधरों खाओ तोड़ के गुड़ नूं, तां तुहानूं गुड़ मिठा लगेगा। वो बच्चा भी कह देगा बई इहदा संबंध मिठास का या दिशावां नाल या पोजीशनस नाल किथे है। गुड़ नूं ते जिधरों चक मारोगे, जिधरों गुड़ नूं खाओगे, उधरों ही वो मिठा लगेगा। यकीन जानना, भावना नाल तुसी जिस वेले कोई भी शब्द पढ़ोगे, सारी बाणी असल विच बाणी बेसिकली पता की है, असीं ना इसनूं समझ नहीं पाए। बाणी सानूं दुखां नूं जरण दी ताकत देंदी है। ਇਹ ਗੱਲ ਸਮਝਣਾ ਧਿਆਨ ਦੇ ਨਾਲ। ਜਿਵੇਂ ਅੱਜ ਕੱਲ ਗਰਮੀ ਹੈ ਤੇ ਅਸੀਂ ਆਪਣੇ ਘਰਾਂ ਵਿੱਚ ਏਸੀ ਲਾ ਕੇ ਬੈਠੇ ਹੋਏ ਹਾਂ, ਕੂਲਰਸ ਲਾ ਕੇ ਬੈਠੇ ਹਾਂ। ਹੁਣ ਕੋਈ ਬੰਦਾ ਇਹ ਅਰਦਾਸ ਕਰਦਾ ਰੱਬ ਦੇ ਅੱਗੇ ਵੀ ਵਾਹਿਗੁਰੂ ਕਿਰਪਾ ਕਰ ਹੁਣ ਗਰਮੀ ਦੇ ਮੌਸਮ 'ਚ ਸੂਰਜ ਤਪਣਾ ਬੰਦ ਹੋ ਜਾਵੇ, ਉਹ ਇਹ ਨਹੀਂ ਕਰਦਾ। ਬਲਕਿ ਸੂਰਜ ਤੇ ਤਪੇਗਾ, ਉਹਦਾ ਸੁਭਾਅ ਹੈ। ਸਰਦੀ ਵਿੱਚ ਕੋਈ ਇਹ ਨਹੀਂ ਕਹਿੰਦਾ ਵਾਹਿਗੁਰੂ ਸਰਦੀ ਨਾ ਹੋਵੇ, ਬਰਫ਼ ਨਾ ਪਵੇ, ਕਿਉਂਕਿ ਉਹ ਫਸਲਾਂ ਵਾਸਤੇ ਜਾਂ ਹਰ ਚੀਜ਼ ਵਾਸਤੇ ਜ਼ਰੂਰੀ ਹੈ। ਸੰਸਾਰ ਵਿੱਚ ਕੋਈ ਇਕੱਲੇ ਅਸੀਂ ਥੋੜੀ ਹਾਂ। ਰੱਬ ਨੇ ਸਾਰਿਆਂ ਦਾ ਨਿਜ਼ਾਮ ਦਾ ਸਾਰਾ ਨਿਜ਼ਾਮ ਰੱਬ ਦੇ ਪ੍ਰਬੰਧ ਦੇ ਵਿੱਚ ਹੈ। ਉਹਨੇ ਸਭ ਕੁਝ ਵੇਖਣਾ ਹੈ ਸਾਰੇ ਜੀਵਾਂ ਵਾਸਤੇ। ਜਿਵੇਂ ਗੁਰੂ ਸਾਹਿਬ ਜੀ ਦੇ ਕੋਲ ਕੋਈ ਖਿਚੜੀ ਦੀ ਸੇਵਾ ਕਰਦੇ ਸਨ ਨਾ ਜਦੋਂ, ਤੇ ਉਹਨਾਂ ਨੇ ਇੱਕ ਦਿਨ ਹਨੇਰੀ ਚੱਲੀ ਤੇ ਗੁਰੂ ਸਾਹਿਬ ਜੀ ਦੇ ਅੱਗੇ ਹੀ ਅਰਦਾਸ ਕਰ ਦਿੱਤੀ, ਪਾਤਸ਼ਾਹ ਅੱਜ ਖਿਚੜੀ ਤੇ ਲਿਆ ਨਹੀਂ ਪਾਵਾਂਗੇ, ਬਾਰਿਸ਼ ਬੰਦ ਕਰਾ ਦਿਓ। ਤੇ ਬਾਰਿਸ਼ ਬੰਦ ਹੋ ਗਈ ਅਰਦਾਸ ਦੇ ਨਾਲ। ਜਦੋਂ ਸਤਿਗੁਰੂ ਕੋਲ ਖਿਚੜੀ ਲੈ ਕੇ ਆਏ ਤੇ ਗੁਰੂ ਸਾਹਿਬ ਕਹਿੰਦੇ ਅੱਜ ਖਿਚੜੀ ਨਹੀਂ ਖਾਣੀ ਤੁਹਾਡੀ। ਉਹ ਕਹਿੰਦੇ ਇਤਨੀ ਬਾਰਿਸ਼ ਵਿੱਚ ਮੀਂਹ 'ਚ ਅਸੀਂ ਲੰਘ ਕੇ ਆਏ, ਤੁਸੀਂ ਅੱਜ ਖਾ ਨਹੀਂ ਰਹੇ। ਉਹ ਕਹਿੰਦੇ ਨਹੀਂ, ਅੱਜ ਤੁਸੀਂ ਭਾਣੇ ਵਿੱਚ ਵਿਗਨ ਪਾ ਕੇ ਖਿਚੜੀ ਲੈ ਕੇ ਆਏ। ਤੁਸੀਂ ਇਹ ਕਿਉਂ ਅਰਦਾਸ ਕੀਤੀ ਕਿ ਹਨੇਰੀ ਨਾ ਚੱਲੇ, ਬਰਸਾਤ ਨਾ ਆਏ। ਕਹਿੰਦੇ ਪਾਤਸ਼ਾਹ ਅਸੀਂ ਰੁਕ ਜਾਂਦੇ ਇੱਥੇ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਰੁਕ ਜਾਂਦੇ, ਰੁਕਣਾ ਮੈਨੂੰ ਪ੍ਰਵਾਨ ਸੀ, ਪਰ ਤੁਸੀਂ ਭਾਣੇ ਵਿੱਚ ਖਲਲ ਪਾਇਆ ਹੈ। ਕਿਉਂਕਿ ਅਗਰ ਹਨੇਰੀ ਚੱਲਦੀ ਹੈ, ਤੁਸੀਂ ਦੇਖਣਾ ਹੈ ਫੈਕਟ ਹੈਗਾ, ਜਿਹੜੇ ਵੱਡੇ ਵੱਡੇ ਅਜਗਰ ਹਨ ਉਹਨਾਂ ਦੇ ਮੂੰਹ ਦੇ ਵਿੱਚ ਆਪਣੇ ਆਪ ਉਸ ਹਨੇਰੀ ਵਿੱਚ ਜਿਹੜੇ ਜੀਵ ਉੱਡ ਜਾਂਦੇ ਹਨ ਉਹਦੇ ਮੂੰਹ 'ਚ ਆਪਣੇ ਆਪ ਪੈਣੇ ਸ਼ੁਰੂ ਹੋ ਜਾਂਦੇ ਹਨ। ਬੜੇ ਜੀਵਾਂ ਦੀ ਰੋਜ਼ੀ ਰੋਟੀ ਰਿਜ਼ਕ ਹਨੇਰੀ ਨਾਲ ਮਤਲਬ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਹੁੰਚ ਜਾਂਦਾ ਹੈ। ਬਰਸਾਤ ਵਿੱਚ ਬਹੁਤ ਚੀਜ਼ਾਂ ਰੁੜ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਫਸਲਾਂ ਨੂੰ ਪਾਣੀ ਮਿਲਦਾ ਹੈ। ਇਹ ਸਾਰੀ ਗੱਲ ਨਾ ਰੱਬ ਦੀ ਹੈ। ਕਰਤੇ ਕਿਮਤ ਕਰਤਾ ਜਾਣੇ ਕਹਿ ਜਾਣੇ, ਗੁਰਸੂਰਾ ਜੀ ਨੂੰ ਕਹਿੰਦੇ। ਤੇ ਮੇਰਾ ਮੰਨਣਾ ਇਹ ਹੈ, ਮੇਰਾ ਮੰਨਣਾ ਮੀਨਸ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਮੈਂ ਗੱਲ ਕਹਿ ਰਿਹਾ ਹਾਂ। ਗੁਰਬਾਣੀ ਨੂੰ ਸ਼ਰਧਾ ਭਾਵਨਾ ਨਾਲ ਜਿੱਥੋਂ ਵੀ ਤੁਸੀਂ ਪੜੋਗੇ, ਪਿਆਰ ਨਾਲ, ਸ਼ਰਧਾ ਵਿਸ਼ਵਾਸ ਨਾਲ ਪੜੋ, ਤੁਹਾਡੇ ਕਾਰਜ ਆਪਣੇ ਆਪ ਰਾਸ ਹੋ ਜਾਣਗੇ। ਹਾਂ, ਇੱਕ ਵੱਖਰਾ ਵਿਸ਼ਾ ਹੈ ਗੁਰਬਾਣੀ ਦੇ 7 ਆਸ਼ੇ ਹੈਗੇ ਨੇ। ਇਹ ਗੱਲ ਮੈਂ ਐਕਸੈਪਟ ਕਰਦਾ ਹਾਂ। ਮਤਲਬ ਕਿ ਮੋਟੇ ਰੂਪ ਵਿੱਚ ਗੁਰਬਾਣੀ ਵਿੱਚ 7 ਸਬਜੈਕਟਸ ਵਿੱਚ ਬਾਣੀ, ਸਤਿਗੁਰੂ ਦੀ ਬਾਣੀ ਅਸੀਂ ਪੂਰੀ 1403 ਅੰਗਾਂ ਦੀ ਵੰਡ ਸਕਦੇ ਹਾਂ। ਜਿਵੇਂ ਮਿਸਾਲ ਵਜੋਂ ਮੈਂ 2-3 ਸਬਜੈਕਟ ਸਾਹਿਬ ਜੀ ਦੇ ਨਾਲ ਸਾਂਝੇ ਕਰਾਂ। ਪਹਿਲਾ ਸਬਜੈਕਟ ਹੈ ਅਕਾਲ ਪੁਰਖ ਦੀ ਉਸਤਤ, ਜਿਹਦੇ ਵਿੱਚ ਸਿਰਫ ਅਕਾਲ ਪੁਰਖ ਦੀ ਉਸਤਤ ਦੇ ਸ਼ਬਦ ਤੁਹਾਨੂੰ ਮਿਲਣਗੇ। ਮੈਂ ਭੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ, ਆਨ ਨ ਸੰਸਰ ਕੋ ਲਾਗੈ, ਜਾਂ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਜਾਂ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ, ਵੱਡਾ ਤੇਰਾ ਦਰਬਾਰ। ਇਹ ਸਾਰਿਆਂ ਵਿੱਚ ਹੁਣ ਅਕਾਲ ਪੁਰਖ ਦੀ ਕੇਵਲ ਉਸਤਤ ਮਿਲੇਗੀ ਤੁਹਾਨੂੰ। ਫਿਰ ਇੱਕ ਗੁਰਬਾਣੀ ਦੇ ਵਿੱਚ ਵਿਸ਼ਾ ਹੈ, ਸਬਜੈਕਟ ਹੈ, ਜਿਹਨੂੰ ਦਸ਼ਾ ਵਰਣਨ ਕਹਿੰਦੇ ਹਨ। ਕਿਸੇ ਕੰਡੀਸ਼ਨ ਦਾ ਬਿਆਨ ਕਰਨਾ। ਜਿਵੇਂ ਬਾਣੀ ਆਖਦੀ ਹੈ ਵੀ ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਇਹ ਹੁਣ ਕਿਸੇ ਬੰਦੇ ਦੀ ਦਸ਼ਾ ਰੱਖੀ ਜਾ ਰਹੀ ਹੈ ਬਾਣੀ ਵਿੱਚ। ਫਿਰ ਬਾਣੀ ਵਿੱਚ ਅਰਦਾਸ ਦੇ ਸ਼ਬਦ ਹਨ। ਮੇਰੇ ਸਾਹਿਬ ਤੂੰ ਮੈਂ ਮਾਣਨੀ ਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਇਹ ਪ੍ਰਕਾਰ ਅਸੀਸ ਦੇ ਸ਼ਬਦ ਹਨ ਬਾਣੀ 'ਚ। ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਮਤਲਬ 7 ਵਿਸ਼ਿਆਂ ਦੇ ਵਿੱਚ, ਇਹ ਵੱਖਰਾ ਹੈ, ਕਿਸੇ ਦਿਨ ਅਸੀਂ ਇਸ ਨੂੰ ਵਿਸਤਾਰ ਨਾਲ ਲੈ ਸਕਦੇ ਹਾਂ। ਤੇ 7 ਵਿਸ਼ਿਆਂ ਦੇ ਵਿੱਚ 7 ਆਸ਼ੇ ਕਹਿੰਦੇ ਨੇ ਇਹਨੂੰ ਬਾਣੀ ਦੇ। 1430 ਅੰਗ ਅਸੀਂ 7 ਆਸ਼ਿਆਂ ਵਿੱਚ ਵੰਡ ਸਕਦੇ ਹਾਂ ਮੋਟੇ ਤੌਰ ਤੇ। ਵੱਧ ਵੀ ਹੋਣਗੇ, ਵਿਦਵਾਨਾਂ ਨੇ ਖੋਜ ਕੀਤੀ ਹੋਏਗੀ, ਪਰ ਮੋਟੇ ਤੌਰ ਤੇ 7 ਆਸ਼ੇ ਹਨ। ਲੇਕਿਨ 7 ਆਸ਼ਿਆਂ ਨੂੰ ਤੁਸੀਂ, ਠੀਕ ਹੈ, ਇੱਕ ਵੱਖਰੀ ਗੱਲ ਹੈ ਕਿ ਕਈਆਂ ਸ਼ਬਦਾਂ ਨੂੰ ਸਾਡੇ ਪੰਥ ਵਿੱਚ ਕਿਹਾ ਗਿਆ ਹੈ ਬਈ ਸੋਗ ਵੇਲੇ ਪੜਨ ਵਾਲੇ ਸ਼ਬਦ ਹਨ, ਕਿਉਂਕਿ ਉਹਨਾਂ ਦਾ ਵਿਸ਼ਾ ਵੈਰਾਗ ਹੈ, ਸਬਜੈਕਟ ਹੈ ਉਹਨਾਂ ਦਾ। ਕਈਆਂ ਦਾ ਵਿਸ਼ਾ ਜਿਹੜਾ ਹੈ ਉਹ ਸਹਿਜ ਹੈ, ਕਈਆਂ ਦਾ ਵਿਸ਼ਾ ਹਰਖ ਹੈ, ਕਈਆਂ ਦਾ ਵਿਸ਼ਾ ਬੀਰ ਰਸ ਵੀ ਹੈ ਬਾਣੀ ਦੇ ਵਿੱਚ। ਲੇਕਿਨ ਇਹ ਕਹਿ ਦੇਣਾ ਬਈ ਇਹੀ ਸ਼ਬਦ ਪੜਾਂਗਾ ਤੇ ਇਹਦੇ ਨਾਲ ਮੇਰਾ ਇਹ ਕਾਜ, ਬ੍ਰਾਂਡਿੰਗ ਜੋ ਆਪਨੇ ਸ਼ਬਦ ਵਰਤਿਆ, ਬ੍ਰਾਂਡਿੰਗ ਵਗੈਰਾ ਐਸਾ ਕੁਝ ਨਹੀਂ ਹੈ। ਆਪ ਪਾਣੀ ਨਦੀ ਦੇ ਕਿਸੇ ਵੀ ਹਿੱਸੇ ਚੋਂ ਪੀਓਗੇ, ਸਰੋਵਰ ਦੇ ਕਿਸੇ ਵੀ ਹਿੱਸੇ ਚੋਂ ਪੀਓਗੇ, ਉਹ ਤੁਹਾਡੀ ਪਿਆਸ ਬੁਝਾਏਗਾ। ਗੁੜ ਨੂੰ ਜਿੱਧਰੋਂ ਵੀ ਖਾਓਗੇ ਉਹ ਤੁਹਾਨੂੰ ਮਿੱਠਾ ਹੀ ਲੱਗੇਗਾ। ਕੀ ਬਾਤ ਹੈ, ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਗੱਲ ਸਮਝਾਈ ਹੈ। ਇੱਕ ਗੱਲ ਹੋਰ ਆਮ ਦੇਖਿਆ ਜਾਂਦਾ ਨਾ, ਘਰਾਂ ਦੇ ਬਾਹਰ ਗੱਡੀਆਂ ਤੇ ਨਾ ਇੱਕ ਤੁਕ ਬਹੁਤ ਆਮ ਸੰਗਤ ਲਿਖਵਾਉਂਦੀ ਹੈ ਕਿ ਬੇਦਾਤ ਤੇਰੀ ਦਾਤਾਰ। ਸੰਗਤ ਜੀ, ਇਹ ਤੁਕ ਐਕਚੁਅਲੀ ਪੂਰੀ ਲਿਖੋ
ਓਏ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਬੈ कहते हैं ਦਾਤ ਤੇਰੀ ਦਾਤਾਰ। ਮਹਾਰਾਜ ਜੀ ਇੱਥੇ ਕਹਿ ਰਹੇ ਨੇ ਕਿ ਜਿਹੜੀ ਦੁੱਖ ਹੈ ਭੁੱਖ ਹੈ ਇਹ ਵੀ ਅਕਾਲ ਪੁਰਖ ਜੀ ਤੁਹਾਡੀ ਦਾਤ ਹੈ। बात है। ਤੇ ਇੰਨਾ ਦ੍ਰਿੜ ਵਿਸ਼ਵਾਸ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਸਾਡਾ ਮਤਲਬ ਕਿ ਉੱਚਾ ਕਰਨ ਦੇ ਲਈ ਗੱਲ ਕੀਤੀ ਹੈ ਕਿ ਜਿਹੜਾ ਗੁਰਸਿੱਖ ਹੈ ਗੁਰਮਤਿ ਵਿੱਚ ਰਹਿੰਦਾ ਹੈ ਉਹਦੇ ਲਈ ਦੁੱਖ ਵੀ ਇੱਕ ਦਾਤ ਹੈ, ਭੁੱਖ ਵੀ ਇੱਕ ਦਾਤ ਹੈ। ਹਾਲਾਂਕਿ ਅਸੀਂ ਤੇ ਬਹੁਤ ਗਿਰੇ ਹੋਏ ਹਾਂ, ਮਤਲਬ ਪਰੇਸ਼ਾਨੀ ਆਉਂਦੀ ਅਸੀਂ ਤੇ ਬਹੁਤ ਦੌੜਦੇ ਹਾਂ, ਭੁੱਖ ਬਰਦਾਸ਼ਤ ਨਹੀਂ ਹੁੰਦੀ, ਦੁੱਖ ਬਰਦਾਸ਼ਤ ਨਹੀਂ ਹੁੰਦਾ, ਫਿਰ ਆਸਰੇ ਲੱਭਦੇ ਹਾਂ ਇੱਧਰ ਉੱਧਰ। ਲੇਕਿਨ ਜਿਹੜੀ ਗੱਲ ਮੈਂ ਕਰ ਰਿਹਾ ਸੀ, ਕਿਉਂਕਿ ਅਸੀਂ ਮੰਤਰ ਰੂਪ ਵਿੱਚ ਹੀ ਗੁਰਬਾਣੀ ਨੂੰ ਦੇਖ ਰਹੇ ਹਾਂ। ਗੁਰਬਾਣੀ ਠੀਕ ਹੈ, ਮੰਤਰ ਰੂਪ ਵਿੱਚ ਵੀ ਦੇਖੋ, ਲੇਕਿਨ ਅਲਟੀਮੇਟਲੀ ਗੁਰੂ ਸੱਚੇ ਪਾਤਸ਼ਾਹ ਜੀ ਨੇ ਮੰਤਰ ਇਸ ਕਰਕੇ ਦਿੱਤਾ ਹੈ ਕਿ ਮਨੁੱਖਤਾ ਦਾ ਪਾਰ ਉਤਾਰਾ ਹੋਏ। ਸਾਨੂੰ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਨਾ ਜਿਹੜੀ ਦੁਨੀਆ ਤੋਂ ਹੈ ਕਿ ਅਸੀਂ ਜਿਹੜੀ ਅਕਾਲ ਪੁਰਖ ਨੂੰ ਨਹੀਂ ਮਿਲ ਪਾ ਰਹੇ ਹਾਂ, ਉਸ ਨੂੰ ਗੁਰੂ ਸੱਚੇ ਪਾਤਸ਼ਾਹ ਜੀ ਨੇ ਬੇੜੀ ਦਿੱਤੀ ਹੈ ਕਿ ਇਹ ਬੇੜੀ ਪਕੜ ਤੇ ਪਾਰ ਉਤਰ। ਇਹ ਬੇੜੀ ਹੈ ਸਾਡੇ ਪਾਰ ਉਤਰਨ ਦੇ ਲਈ। ਇਸ ਐਂਗਲ ਤੋਂ ਅਸੀਂ ਦੇਖੀਏ ਤੇ ਜ਼ਿਆਦਾ ਸਾਨੂੰ ਫਾਇਦਾ ਹੋਏਗਾ। ਮਹਾਰਾਜ ਹਾਲਾਂਕਿ ਦੁਨਿਆਵੀ ਹਾਂਜੀ ਹਾਂਜੀ ਇੱਕ ਵਿੱਚ ਚਲੋ ਛੋਟੀ ਜਿਹੀ ਵਿਚਾਰ, ਅਸੀਂ ਬੇਸਿਕਲੀ ਕਾਮਨਾਵਸ ਹੋ ਕੇ ਬਾਣੀ ਪੜ ਰਹੇ ਹਾਂ, ਇਹ ਗੱਲ ਜ਼ਿਆਦਾ ਸਮਝਣ ਵਾਲੀ ਹੈ। ਬਈ ਮੈਨੂੰ ਚਲੋ ਕਹਿਣਾ ਨਹੀਂ ਚਾਹੀਦਾ ਪਰ ਮੈਂ ਕਹਾਂਗਾ ਜ਼ਰੂਰ, ਕਿਉਂਕਿ ਪ੍ਰਚਾਰਕ ਦਾ ਫਰਜ਼ ਹੈ ਸੱਚ ਬੋਲਣਾ। ਕਿ ਅੱਜ ਖਿਮਾ ਕਰਨਾ ਮਤਲਬ ਐਸੇ ਮਾਰਕੀਟ ਵਿੱਚ ਉਹ ਆ ਗਈਆਂ ਨੂੰ ਕਿਤਾਬਾਂ, ਬਈ ਇਸ ਸ਼ਬਦ ਨੂੰ ਇਤਨੀ ਵਾਰ ਪੜ੍ਹ ਲਵੋ, ਇਤਨੇ ਵਜੇ ਪੜ੍ਹ ਲਵੋ, ਇੱਥੋਂ ਤੱਕ ਮੈਂ ਵੇਖਿਆ ਇਸ ਦਿਸ਼ਾ ਵੱਲ ਮੂੰਹ ਕਰਕੇ ਪੜੋ ਤੇ ਤੁਹਾਡੀ ਇਤਨੀ ਵਾਰ ਪੜੋ ਕਾਮਨਾ ਪੂਰੀ ਹੋ ਜਾਏਗੀ। ਮਤਲਬ ਮੈਂ ਚੈਲੰਜ ਕਰਦਾ, ਚਲੋ ਦੁਨੀਆ ਦੇ ਜਿਤਨੇ ਵੀ ਸਿੱਖ ਹਨ ਉਹਨਾਂ ਚੋਂ ਜਿਹੜੇ ਇਹ ਚੀਜ਼ ਫੋਲੋ ਕਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ 'ਚ ਇੱਕ ਵੀ ਪੰਕਤੀ ਦਿਖਾ ਦੇਣ ਜਿਸ ਵਿੱਚ ਇਸ ਤਰੀਕੇ ਨਾਲ ਬਾਣੀ ਪੜਨ ਦਾ ਕੋਈ ਸਤਿਗੁਰੂ ਜੀ ਨੇ ਹੁਕਮ ਸਾਨੂੰ ਕੀਤਾ ਹੋਵੇ। ਬਿਲਕੁਲ ਨਹੀਂ ਕੀਤਾ ਹੋਏਗਾ, ਬਲਕਿ ਉਹ ਤੇ ਉੱਥੇ ਸਭ ਕਹਿ ਰਹੇ ਕਿ ਇੱਕ ਦੂਜੀ ਹੋ ਲੱਖ ਲੱਖ ਹੋਏ ਲਖਵੀਸ਼, ਲੱਖ ਲੱਖ ਗੇੜਾ ਆਖੀਆਂ ਇੱਕ ਨਾਮ ਜਗਦੀਸ਼, ਇਹ ਤਰਾਹਪਤ ਪਵੜੀਆਂ ਚੜੀਆਂ ਹੋਏ ਖੀਸ। ਇਹ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਪਰ ਮਿਲਣਾ ਕਿਵੇਂ ਸੀ, ਨਾਨਕ ਨਦਰੀ ਪਾਈ ਹੈ। ਅੱਗੇ ਕਹਿੰਦੇ ਕੂੜੀ ਕੂੜਾ ਠੀਸ, ਠੀਸ ਕਹਿੰਦੇ ਨੇ ਗੱਪ ਨੂੰ। ਮਤਲਬ ਅਸਾਂ ਨੇ ਇਸ ਚੀਜ਼ ਚੋਂ ਜਿਤਨੀ ਜਲਦੀ ਹੋ ਸਕੇ ਨਾ ਨਿਕਲ ਜਾਈਏ। ਕਾਮਨਾ ਸਾਨੂੰ ਉਸ ਪਾਸੇ ਧਕੇਲਦੀ ਹੈ। ਕਾਮਨਾ ਤੋਂ ਇਲਾਵਾ ਜਦੋਂ ਗਿਆਨ ਆਏਗਾ ਗੁਰੂ ਦੀ ਰਹਿਮਤ ਨਾਲ, ਨਾਨਕ ਨਦਰੀ ਪਾਈ ਹੈ, ਫਿਰ ਗੁਰੂ ਕਿਰਪਾ ਕਰੇ ਸਾਡਾ ਪਾਰ ਉਤਾਰਾ ਹੋਵੇ ਜੀ। ਅਗਲਾ ਸਵਾਲ ਕੁਝ ਰਿਲੇਟਡ ਹੀ ਹੈ ਵੀਰ ਜੀ, ਜਿਹੜਾ ਆਇਆ। ਅੱਛਾ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਕਹਿੰਦੇ ਨੇ ਅੱਜ ਕੱਲ ਸੰਪਤ ਪਾਠ ਜਿਹੜਾ ਉਹ ਬਹੁਤ ਟ੍ਰੈਂਡ ਵਿੱਚ ਹੈ ਜੀ। ਸੰਪਤ ਲਗਾਉਂਦੇ ਨੇ ਨਾ ਜੀ, ਜ਼ਿਆਦਾਤਰ ਨਾਨਕ ਸਰ ਦਾ ਜਾਂ ਡੇਰਿਆਂ ਦਾ ਸਿਸਟਮ ਰਹਿੰਦਾ ਹੈ ਕਿ ਸ਼ਬਦ ਲੈ ਕੇ ਵਿੱਚ ਜਦੋਂ ਸੰਪਟ ਕਹਿ ਦਿੰਦੇ ਨੇ। ਉਹ ਕਹਿੰਦੇ ਵੀ ਇਹ ਵੀ ਗੁਰਮਤ ਦੇ ਅਨੁਸਾਰ ਕਿੰਨਾ ਕਰੈਕਟ ਹੈ। ਕੁਐਸਚਨ ਆਇਆ ਸੰਪਟ ਪਾਠ ਇਜ਼ ਦਾ ਨਿਊ ਟ੍ਰੈਂਡ, ਇਜ਼ ਇਟ ਕਰੈਕਟ ਐਜ਼ ਪਰ ਗੁਰਮਤ? ਕਿਉਂਕਿ ਅਸੀਂ ਆਪਣੇ ਮਹੱਲੇ ਵਿੱਚ ਹੀ ਦੇਖੀਏ ਤੇ ਬਹੁਤ ਸੰਗਤ ਜਿਹੜੀ ਹੈ, ਮੈਂ ਕਿਸੇ ਦੇ ਅਗੇਂਸਟ ਗੱਲ ਨਹੀਂ ਕਰ ਰਿਹਾ, ਬਟ ਗੱਲ ਗੁਰਮਤ ਦੀ ਕਰਨੀ ਆ ਆਪਾਂ। ਤੇ ਗੱਲ ਇਹ ਹੋ ਰਹੀ ਹੈ ਕਿ ਜਿਹੜੀ ਗੱਲ ਜਿੱਥੋਂ ਅਸੀਂ ਸ਼ੁਰੂ ਕੀਤੀ ਹੈ ਸ਼ਾਇਦ ਇਸਦਾ ਵੀ ਬੇਸ ਕਾਮਨਾ ਹੀ ਹੈ। 100% ਬਿਲਕੁਲ। ਗੁਰਮਤ ਤੇ ਕਿੰਨਾ ਖਰਾ ਉਤਰਦਾ ਹੈ ਨਹੀਂ ਉਤਰਦਾ ਹੈ, ਇਸ ਦੇ ਉੱਤੇ ਪਹਿਲੇ ਗੱਲ ਕਰਦੇ ਹਾਂ, ਫਿਰ ਇਸ ਵਿੱਚ ਮੈਂ ਚਲੋ ਇਹਦੇ ਵਿੱਚ ਮੈਂ ਇੱਕ ਬਾਣੀ ਦੀ ਪੰਕਤੀ ਪਹਿਲੇ ਕੋਟ ਕਰ ਦੇਵਾਂ। ਉਹ ਵੈਸੇ ਉਹ ਜਿਹੜਾ ਪੱਖ ਹੈ ਨਾ ਜਿਹੜੀ ਮੈਂ ਪੰਕਤੀ ਲੈਣ ਜਾ ਰਿਹਾ ਵਾਂ, ਉੱਥੇ ਜਿਹਦੇ ਬੰਦੇ ਵਿੱਚ ਨਾਮ ਦੀ ਭੁੱਖ ਆ ਗਈ ਹੈ ਉਹਦੀ ਦਸ਼ਾ ਵਰਣਨ ਬਾਣੀ ਨੇ ਕੀਤੀ, ਪਰ ਮੈਂ ਇਹਨੂੰ ਦੂਸਰੇ ਤਰੀਕੇ ਨਾਲ ਰੱਖਾਂਗਾ ਜੋ ਲਿਟਰਲ ਮੀਨਿੰਗ ਹਨ। ਸਤਿਗੁਰੂ ਕਹਿੰਦੇ ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੁਬੋਲ। ਇੱਕ ਭੁੱਖਾ ਬੰਦਾ ਉਹ ਨਹੀਂ ਜਾਣਦਾ ਕਿ ਲੋਕ ਲਾਜ ਕੀ ਹੈ, ਕੁਲਾਜ ਕੀ ਹੈ, ਕੋਈ ਬੇਇੱਜ਼ਤੀ ਕਰ ਰਿਹਾ ਹੈ ਜਾਂ ਕੋਈ ਭੈੜੇ ਬੋਲ ਰਿਹਾ ਹੈ। ਇਹ ਪਿਛਲੇ ਦਿਨ ਅਸਾਂ ਨੇ ਦੇਖਿਆ ਨਾ, ਜਦੋਂ ਇਹ ਲੋਕਡਾਊਨ ਹੋਇਆ ਸੀ ਤੇ ਕਿਤਨੇ ਵਿਚਾਰੇ ਭੁੱਖੇ ਸਨ ਜਿਨ੍ਹਾਂ ਨੂੰ ਰੋਟੀ ਨਹੀਂ ਸੀ ਮਿਲ ਰਹੀ। ਤੇ ਐਸੀਆਂ ਰਿਪੋਰਟ ਸੋਸ਼ਲ ਮੀਡੀਆ ਤੇ ਆਈਆਂ, ਉਂਝ ਮੀਡੀਆ 'ਚ ਨਹੀਂ ਆਈਆਂ, ਟੀਵੀ ਵਗੈਰਾ ਤੇ, ਕਿ ਕਈ ਵੀਡੀਓਜ਼ ਮੈਂ ਵੇਖੀਆਂ ਕਿ ਉਹ ਬੱਚੇ ਵਿਚਾਰੇ ਰੂੜੀ ਤੋਂ ਜੋ ਲੋਕਾਂ ਦਾ ਬਚਿਆ ਕੁਚਿਆ ਭੋਜਨ ਹੁੰਦਾ ਹੈ ਨਾ, ਜਿਹੜਾ ਸੁੱਟਿਆ ਹੁੰਦਾ ਲੋਕਾਂ ਨੇ ਖਾ ਪੀ ਕੇ, ਤੇ ਉਹਨੂੰ ਚੁਗ ਕੇ ਵਿਚਾਰੇ ਖਾ ਰਹੇ ਸਨ। ਹੁਣ ਕੀ ਉਹਦਾ ਮਨ ਨਹੀਂ ਕਰਦਾ ਸਾਫ਼ ਭੋਜਨ ਖਾਵਾਂ, ਪਰ ਅੰਦਰ ਦੀ ਭੁੱਖ ਇਤਨੀ ਸੀ ਉਹਨੇ ਮਜਬੂਰ ਕਰ ਦਿੱਤਾ। ਇਹਨੂੰ ਕਹਿੰਦੇ ਖੁਦਿਆਵੰਤ ਨਾ ਜਾਣੀ ਲਾਜ ਕੁਲਾਜ ਕੁਬੋਲ। ਪਰ ਇਹਨੂੰ ਹੁਣ ਮੈਂ ਇਸ ਚੀਜ਼ ਨਾਲ ਅਗਰ ਜੋੜ ਕੇ ਵੇਖਾਂ, ਜਿਹੜਾ ਕਾਮਨਾਵੰਤ ਬੰਦਾ ਹੈ, ਕਾਮਨਾਵਾਨ ਬੰਦਾ ਹੈ, ਉਹ ਵੀ ਸੱਚਮੁੱਚ ਇਹ ਜੇ ਲਾਜ ਕੁਲਾਜ ਕੁਬੋਲ ਤੋਂ ਬੇਪਰਵਾਹ ਹੋ ਜਾਂਦਾ ਹੈ, ਗੁਰੂ ਦੀ ਮੱਤ ਤੋਂ ਬੇਪਰਵਾਹ। ਅੱਜ ਦਾ ਜਿਹੜਾ ਪਹਿਲਾ ਹੀ ਪ੍ਰਸ਼ਨ ਸੀ ਮਨਮਤ, ਉਹ ਮਨਮਤ ਨੂੰ ਵੀ ਅਪਣਾਏਗਾ। ਕਿਉਂ? ਕਿਉਂਕਿ ਉਹਦੀ ਕਾਮਨਾ ਨੂੰ ਮਜਬੂਰ ਕਰੇਗੀ ਵੀ ਗੁਰੂ ਦੀ ਮੱਤ ਨੂੰ ਛੱਡ ਤੇ ਮਨ ਦੀ ਮੱਤ ਨੂੰ ਮੰਨ, ਕਿਉਂਕਿ ਮਨ ਭੁੱਖਾ ਹੈ, ਮਨ ਮੰਗਾਂ ਵਿੱਚ ਰੁਝਿਆ ਹੋਇਆ ਹੈ, ਮਨ ਇਹਨੂੰ ਵਿਵਸ਼ ਕਰ ਰਿਹਾ ਹੈ
ਬਈ ਤੂੰ ਇਹ ਚੀਜ਼ ਲੈਣੀ ਹੈ, ਇੰਜ ਨਹੀਂ ਤੇ ਕਿਸੇ ਹੋਰ ਤਰੀਕੇ ਨਾਲ ਮਿਲ ਜਾਵੇ। ਅੱਛਾ ਚਲੋ, ਜਿਹੜੇ ਸਿਆਣੇ ਲੋਕ ਹੁੰਦੇ ਨਾ, ਚਤੁਰ ਲੋਕ, ਉਹਨਾਂ ਨੂੰ ਬੰਦਿਆਂ ਦੀਆਂ ਦੋ ਕਮਜ਼ੋਰੀਆਂ ਪਤਾ ਹਨ। ਧਰਮ ਪਤਾ ਧੰਦਾ ਕਦੋਂ ਬਣਦਾ ਹੈ, ਜਦੋਂ ਧਰਮ ਦੇ ਵਿੱਚ ਡਰ ਤੇ ਲੋਭ ਆ ਜਾਵੇ। ਗੁਰਬਾਣੀ ਦੇ ਵਿੱਚ ਸੱਚ ਜਾਣਨਾ, ਡਰ ਔਰ ਲੋਭ ਦੋਨਾਂ ਨੂੰ ਮਾਰਨ ਦੀ ਗੱਲ ਕੀਤੀ ਗਈ ਹੈ। ਵੀ ਦੋਨਾਂ ਨੂੰ ਮਾਰ ਕੇ, ਤਾਂ ਜਿਵੇਂ ਅਸੀਂ ਕਹਿੰਦੇ ਨਾ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਇਹਦਾ ਇੱਕ ਭਾਵ ਅਰਥ ਇਹ ਵੀ ਹੈ, ਜਿਹੜੇ ਤੇਰੇ ਸਿਰ ਵਿੱਚ ਡਰ, ਤੇਰੇ ਦਿਮਾਗ ਵਿੱਚ ਘੁਸਿਆ ਹੋਇਆ ਹੈ, ਤੇਰੇ ਮਨ ਵਿੱਚ ਜਿਹੜਾ ਲੋਭ ਵੜਿਆ ਹੋਇਆ ਹੈ, ਇਹਨਾਂ ਸਾਰਿਆਂ ਨੂੰ ਮਾਰ ਕੇ ਤਾਂ ਤੂੰ ਮੇਰੇ ਕੋਲ ਆਈ। ਅੱਛਾ, ਜੇ ਮਾਰ ਨਹੀਂ ਸਕਦਾ ਤੇ ਤੂੰ ਮੇਰੇ ਕੋਲ ਇੰਝ ਹੀ ਆ ਜਾ, ਮੈਂ ਤੈਨੂੰ ਟ੍ਰੀਟ ਕਰ ਦੇਵਾਂਗਾ, ਗੁਰੂ ਸਾਹਿਬ ਕਹਿੰਦੇ। ਪਰ ਉਹਦੇ ਲਈ ਹੈ ਕਿ ਮਨ ਵੇਚਿਆ ਸਤਿਗੁਰ ਕੇ ਪਾਸ, ਪਹਿਲੇ ਮਨ ਤੇ ਦੇ ਨਾ। ਮੈਂ ਕਥਾ 'ਚ ਕਈ ਵਾਰ ਕਹਿੰਦਾ ਹਾਂ ਕਿ ਇੱਕ ਫੈਮਿਲੀ 'ਚ ਕੋਈ ਪੇਸ਼ੈਂਟ ਹੋਵੇ, ਉਹ ਕਹਿਣ ਬਈ ਇਹਦਾ ਇਲਾਜ ਕਰਨ, ਡਾਕਟਰ ਆਪਰੇਸ਼ਨ ਦੀ ਤਰੀਕ ਦੇ ਦੇਵੇ, ਤੇ ਆਪਰੇਸ਼ਨ ਥੀਏਟਰ ਰੈਡੀ ਹੋ ਗਿਆ, ਡਾਕਟਰ ਰੈਡੀ ਹੋ ਗਏ, ਨਰਸਾਂ ਰੈਡੀ ਹੋ ਗਈਆਂ, ਸਾਰੀਆਂ ਦਵਾਈਆਂ ਉੱਥੇ ਆ ਗਈਆਂ, ਤੇ ਬੰਦੇ ਨੂੰ ਸਟ੍ਰੈਚਰ ਦੇ ਉੱਤੇ ਪਾ ਕੇ ਲੈ ਜਾਣ, ਬਿਲਕੁਲ ਆਪਰੇਸ਼ਨ ਥੀਏਟਰ ਦੇ ਗੇਟ ਤੋਂ ਹੀ ਉਹ ਭੱਜ ਜਾਏ, ਉਹ ਕਵੇ ਆਪਰੇਸ਼ਨ ਕਿਸੇ ਹੋਰ ਦਾ ਕਰ ਦੋ ਤੇ ਮੈਨੂੰ ਠੀਕ ਕਰ ਦਿਓ। ਕਦੀ ਮੁਮਕਿਨ ਨਹੀਂ ਗੱਲ। ਜਿਹੜਾ ਰੋਗੀ ਹੈ, ਆਪਰੇਸ਼ਨ ਜਾਂ ਸਰਜਰੀ ਵੀ ਉਸੇ ਦੀ ਹੋਏਗੀ, ਤਾਂ ਹੀ ਉਹ ਠੀਕ ਹੋਏਗਾ। ਹੁੰਦਾ ਕੀ ਹੈ, ਅਸੀਂ ਆਪਣਾ ਮਨ ਨਹੀਂ ਠੀਕ ਕਰਾਣਾ, ਮਨ ਦੇ ਤਲ ਦੀ ਗੱਲ ਆਏਗੀ, ਅਸੀਂ ਕਹਾਂਗੇ ਵੀ ਬਾਣੀ ਦੂਜਿਆਂ ਲਈ ਹੈ, ਮੈਨੂੰ ਤੇ ਇਹਦੀ ਲੋੜ ਹੀ ਕੋਈ ਨਹੀਂ। ਠੀਕ ਹੈ ਨਾ, ਕਿਉਂ? ਮਨ ਦੇ ਉੱਤੇ ਕਾਮਨਾ ਬੈਠੀ ਹੋਈ ਹੈ। ਹੁਣ ਰਹੀ ਗੱਲ, ਜਿਹੜਾ ਤੁਸੀਂ ਸ਼ਬਦ ਵਰਤਿਆ ਸੰਪਟ, ਸੰਪਟ ਦੇ ਅਰਥ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ਿਸ਼ ਕੀਤੇ ਹਨ, ਓਲਾ ਕਰ ਦੇਣਾ, ਕਿਸੇ ਚੀਜ਼ ਨੂੰ ਕੱਜ ਦੇਣਾ। ਬਾਣੀ 'ਚ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਵਰਤਿਆ, ਮਨ ਸੰਪਟ ਜਿਤ ਸਤਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। 728 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਦਾ, ਸੂਈ ਰਾਗ ਦਾ ਪਹਿਲਾ ਸ਼ਬਦ। ਤੇ ਉੱਥੇ ਸੰਪਟ ਦਾ ਇੱਕ ਉਦਾਹਰਣ ਆਇਆ ਕਿ ਭਵਰਾ, ਭਵਰਾ ਅਸੀਂ ਵੇਖਦੇ ਹਾਂ ਨਾ, ਜਿਹਨੂੰ ਭੌਰਾ ਕਹਿੰਦੇ ਨੇ, ਜਿਸ ਵੇਲੇ ਉਹ ਕਮਲ ਦੇ ਫੁੱਲ ਤੇ ਆ ਕੇ ਰਸ ਚੂਸਦਾ, ਮਕਰੰਦ ਦਾ ਪੋਲਨਸ ਜਿਹੜੇ ਹੁੰਦੇ ਨੇ ਅੰਦਰ, ਜਦੋਂ ਰਸ ਚੂਸਣਾ ਸ਼ੁਰੂ ਕਰਦਾ ਹੈ, ਉਸ ਵਿੱਚ ਇਤਨਾ ਮਗਨ ਹੋ ਜਾਂਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਮਲ ਕਿਸ ਵੇਲੇ ਬੰਦ ਹੋ ਗਿਆ। ਇਹਨੂੰ ਕਹਿੰਦੇ ਭਵਰਾ, ਕਮਲ ਵਿੱਚ ਸੰਪਟ ਹੋ ਗਿਆ। ਹੁਣ ਸੰਪਟ ਦਾ ਅਰਥ ਤੇ ਇਹ ਸੀ ਵੀ ਮੈਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਸੰਪਟ ਕਰ ਦਿੰਦਾ। ਅਸਾਂ ਨੇ ਉਹਦਾ ਕੁਝ ਦਾ ਕੁਝ ਮਤਲਬ ਬਣਾ ਲਿਆ। ਤੇ ਜਦ ਇਤਿਹਾਸ ਪੜਾਂਗੇ ਤੇ ਇਹ ਜੋ ਪਰੰਪਰਾ ਹੈ, ਇਹਨੂੰ ਮਰਿਆਦਾ ਨਹੀਂ ਕਹਿਣਾ ਅਸਾਂ ਨੇ, ਕਿਉਂਕਿ ਮਰਿਆਦਾ ਸਿਰਫ ਗੁਰ ਮਰਿਆਦਾ ਹੈ। ਮਰਿਆਦਾ ਔਰ ਪਰੰਪਰਾ ਜਾਂ ਰਵਾਇਤ 'ਚ ਬੜਾ ਵੱਡਾ ਫਰਕ ਹੈ। ਪਰੰਪਰਾ ਔਰ ਰਵਾਇਤਾਂ ਸਾਡੀਆਂ ਚਲਾਈਆਂ ਹੋਈਆਂ ਹਨ, ਮਰਿਆਦਾ ਗੁਰੂ ਨੇ ਦਿੱਤੀ, ਤਾਂ ਹੀ ਅਸੀਂ ਗੁਰ ਪਰੰਪਰਾ ਨਹੀਂ ਕਹਿੰਦੇ, ਗੁਰ ਮਰਿਆਦਾ ਕਹਿੰਦੇ ਹਾਂ। ਤੇ ਇਹ ਪਰੰਪਰਾ ਮੇਰੇ ਖਿਆਲ ਨਾਲ ਉਸ ਵੇਲੇ ਸਿੱਖਾਂ ਵਿੱਚ ਆਈ ਹੋਵੇਗੀ, ਜਿਸ ਵੇਲੇ ਮਿਸਲਾਂ ਦਾ ਸਮਾਂ ਚੱਲ ਰਿਹਾ ਸੀ, ਸਿੱਖ ਜੰਗਲਾਂ ਵਿੱਚ ਸਨ, ਤੇ ਸਾਡੇ ਜਿਹੜੇ ਗੁਰਧਾਮ ਜਾਂ ਗੁਰ ਸਥਾਨ ਸਨ, ਉਹਨਾਂ ਦੇ ਉੱਤੇ ਉਹਨਾਂ ਨੂੰ ਸੰਭਾਲਣ ਵਾਸਤੇ ਦੂਸਰੇ ਮਤ ਵਾਲੇ ਆ ਗਏ। ਉਹਨਾਂ ਦੀ ਚਲੋ ਬਹੁਤਿਆਂ ਦੀ ਨੀਅਤ ਚੰਗੀ ਸੀ, ਲੇਕਿਨ ਉਹਨਾਂ ਨੇ ਸਾਡੇ ਗੁਰਦੁਆਰਿਆਂ ਦੇ ਵਿੱਚ ਨਾ ਕੀ ਕੀਤਾ, ਗੁਰਮਤ ਦੇ ਨਾਲ ਨਾਲ ਆਪਣੀ ਮਤ ਵੀ, ਆਪਣੀ ਪਰੰਪਰਾ ਵੀ ਉਹਨਾਂ ਨੇ ਨਾਲ ਚਲਾਣੀ ਸ਼ੁਰੂ ਕਰ ਦਿੱਤੀ। ਤੇ ਇਹ ਸਾਰੀਆਂ ਪਰੰਪਰਾਵਾਂ ਉਸ ਵੇਲੇ ਤੋਂ ਸਾਡੇ ਸਿੱਖ ਸਮਾਜ ਵਿੱਚ ਆਈਆਂ ਹਨ। ਬਾਕੀ ਰਹੀ ਗੱਲ ਜਿਹੜੀ ਪੁੱਛੀ ਸੰਪਟ ਪਾਠ ਨਾ, ਸੰਪਟ ਜਿਹੜਾ ਪਾਠ ਹੈ, ਬਈ ਇਹ ਗੁਰਮਤ ਅਨੁਸਾਰ ਹੈ ਜਾਂ ਨਹੀਂ। ਸਿੱਖ ਰਹਿਤ ਮਰਿਆਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਹੈ, ਇਹਦੇ ਵਿੱਚ ਸਿਰਫ ਦੋ ਪ੍ਰਕਾਰ ਦੇ ਪਾਠ ਦਾ ਜ਼ਿਕਰ ਹੈ, ਇੱਕ ਹੈ ਸਧਾਰਨ ਪਾਠ ਤੇ ਦੂਸਰਾ ਹੈ ਅਖੰਡ ਪਾਠ। ਸਧਾਰਨ ਪਾਠ ਜਿਹਨੂੰ ਅਸੀਂ ਸਹਿਜ ਪਾਠ ਕਹਿੰਦੇ ਹਾਂ, ਤੇ ਅਖੰਡ ਪਾਠ ਜਿਹਦੇ ਬਾਰੇ ਲਿਖਿਆ ਹੈ ਕਿ ਭੀੜ ਜਾਂ ਉਤਸ਼ਾਹ ਦੇ ਸਮੇਂ ਕੀਤਾ ਜਾਵੇ। ਬਸ ਇਸ ਤੋਂ ਇਲਾਵਾ ਤੀਸਰੇ ਹੋਰ ਕਿਸੇ ਕਿਸਮ ਦੇ ਪਾਠ ਦੀ ਲੋੜ ਨਹੀਂ। ਅਖੰਡ ਪਾਠ ਵੀ ਸਿਰਫ ਭੀੜ ਜਾਂ ਉਤਸ਼ਾਹ ਵੇਲੇ ਕਰਨਾ ਹੈ। ਉਸ ਵੇਲੇ ਆਂਦਾ ਹੈ ਜ਼ਿਕਰ ਇਤਿਹਾਸ ਵਿੱਚ ਕਿ ਜਦੋਂ ਕਿਸੇ ਮੁਹਿੰਮ ਤੇ ਖਾਲਸੇ ਨੇ ਜਾਣਾ ਹੁੰਦਾ ਸੀ ਤੇ ਸਮਾਂ ਬੜਾ ਘੱਟ ਹੁੰਦਾ ਸੀ, ਤੇ ਉਸ ਵੇਲੇ ਬਈ ਸਾਰਿਆਂ ਕੋਲ ਸਮਾਂ ਨਹੀਂ ਸੀ ਹੁੰਦਾ, ਬਈ ਹੁਣ ਕੋਈ ਮੁਹਿੰਮ ਆ ਗਈ ਤੇ ਛੇਤੀ ਹੀ ਅਖੰਡ ਪਾਠ ਕਰ ਲੈਂਦੇ ਸਨ। ਕਾਨ ਸਿੰਘ ਨਾਭਾ ਜੀ ਨੇ ਇੱਕ ਜ਼ਿਕਰ ਅਤੀ ਅਖੰਡ ਪਾਠ ਕੀਤਾ ਹੈ। ਅਤੀ ਅਖੰਡ ਪਾਠ ਜਿਹੜਾ 24 ਘੰਟਿਆਂ ਵਿੱਚ ਪੂਰਾ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬਈ 8 ਪੈਰਾਂ ਵਿੱਚ ਪੂਰਾ ਹੁੰਦਾ ਹੈ। ਅਖੰਡ ਪਾਠ ਨਾਰਮਲੀ 16 ਪੈਰਾਂ ਵਿੱਚ ਪੂਰਾ ਹੁੰਦਾ ਹੈ, ਲੇਕਿਨ ਅਤੀ ਅਖੰਡ ਪਾਠ ਬਈ ਜਿਵੇਂ ਕੱਲ ਹੀ ਹੁਣ ਹਮਲਾ ਕਰਨਾ ਹੈ ਕਿਸੇ ਤੇ ਜਾਂ ਦੁਸ਼ਮਣ ਆ ਰਿਹਾ ਹੈ, ਤੇ ਸਿੱਖ ਪਹਿਲੇ ਹੀ ਦੇਖੋ ਉਸ ਵੇਲੇ ਪਾਠ ਪੂਰਾ ਕਰ ਲੈਂਦੇ ਸਨ ਗੁਰੂ ਗ੍ਰੰਥ ਸਾਹਿਬ ਜੀ ਦਾ। ਅਖੰਡ ਪਾਠ ਉਸ ਵੇਲੇ ਦੀ ਮਰਿਆਦਾ ਸੀ। ਆਮ ਹਾਲਤਾਂ ਦੇ ਵਿੱਚ ਜੋ ਮੈਂ ਸਮਝਿਆ ਅੱਜ ਤੱਕ ਗੁਰਬਾਣੀ ਨੂੰ, ਸਿੱਖ ਨੂੰ ਸਾਰੀ ਜ਼ਿੰਦਗੀ ਸਹਿਜ ਪਾਠ ਕਰਨਾ ਚਾਹੀਦਾ ਹੈ, ਕਿਉਂਕਿ ਸਹਿਜ ਪਾਠ ਨਾਲ ਹੀ ਜ਼ਿੰਦਗੀ ਵਿੱਚ ਸਾਡੇ ਸਹਿਜ ਆਏਗਾ। ਬਾਕੀ ਸਾਰੀਆਂ ਚਲੋ ਵੱਖ-ਵੱਖ ਲੋਕਾਂ ਦੀਆਂ ਥਾਪੀਆਂ, ਇਹਦਾ ਗੁਰਮਤ ਜਾਂ ਗੁਰ ਮਰਿਆਦਾ ਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈਗਾ, ਜਾਂ ਗੁਰੂ ਨੇ ਕਿਧਰੇ ਵੀ ਇਸ ਤਰੀਕੇ ਦੀ ਮਰਿਆਦਾ ਆਪਣੀ ਹਯਾਤੀ ਵਿੱਚ ਨਹੀਂ ਚਲਾਈ। ਮੈਨੂੰ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਜਦ ਐਕਚੁਅਲੀ ਹੁੰਦਾ ਕੀ ਹੈ ਕਿ ਜਦ ਕੋਈ ਬੰਦਾ ਬੜਾ ਪਰੇਸ਼ਾਨ ਹੁੰਦਾ ਹੈ
ਜਾਂ ਕੋਈ ਲਾਲਚ ਵਸ ਹੁੰਦਾ ਹੈ ਤੇ ਉਸ ਜੀ ਨੂੰ ਨਾ ਕੈਪਚਰ ਕਰਨਾ ਬੜਾ ਆਸਾਨ ਹੁੰਦਾ ਹੈ। ਬੰਦੇ ਉਸ ਨੂੰ ਆਪਣੀ ਫੈਮਿਲੀ ਤੋਂ ਵੀ ਤੋੜ ਸਕਦੇ ਨੇ, ਉਹਨੂੰ ਆਪਣੇ ਵੱਲ ਖਿੱਚ ਸਕਦੇ ਨੇ। ਜਦੋਂ ਪਰੇਸ਼ਾਨੀ ਮੈਂ ਤੇਰੀ ਮਦਦ ਕਰਾਂਗਾ ਲੇਕਿਨ ਤੈਨੂੰ ਇਸ ਤਰ੍ਹਾਂ ਦੇ, ਉਸ ਵੇਲੇ ਉਹਦਾ ਦਿਮਾਗ ਕੰਮ ਨਹੀਂ ਕਰਦਾ। ਤੇ ਅੱਜ ਬਿਲਕੁਲ ਸਾਡੀ ਵੀ ਕੋਈ ਹਾਲਾਤ ਨੇ, ਕਿਉਂਕਿ ਗੁਰਮਤ ਅਨੁਸਾਰ ਬੜੀ ਕਲੀਅਰ ਸਿਚੁਏਸ਼ਨ ਹੈ, ਲੇਕਿਨ ਅੱਜ ਕਿੰਨੇ ਮਜਬੂਰ ਹਾਂ ਅਸੀਂ ਐਜ਼ ਅ ਸਿੱਖ ਵੀ, ਕਿ ਸਿੱਖ ਹੀ ਇਹਨਾਂ ਚੀਜ਼ਾਂ ਨੂੰ ਕਰ ਰਹੇ ਨੇ। ਤੇ ਉਹਨਾਂ ਨਾਲ ਜਦ ਡਿਸਕਸ਼ਨ ਵੀ ਕਰੋ, ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੋ ਕਿ ਉਹ ਸਾਨੂੰ ਗਲਤ ਕਹਿੰਦੇ ਨੇ। ਉਹਨਾਂ ਨੂੰ, ਕਿਉਂਕਿ ਜਿੱਥੇ ਉਹ ਜਾਂਦੇ ਨੇ ਡੇਰੇ ਤੇ, ਉਹਨਾਂ ਨੂੰ ਮਹਾਂਪੁਰਖ ਉਹ ਜਿਹੜੇ ਗੱਲ ਕਰਦੇ ਨੇ ਉਹਨਾਂ ਨੂੰ ਬਹੁਤ ਅੱਛੀ ਲੱਗਦੀ ਹੈ। ਮੈਨੂੰ ਲੱਗਦਾ ਨਹੀਂ ਜੀ, ਇਹੀ ਮੈਂ ਆਪਣੇ ਨਾਲ ਇੱਕ ਵੀਰ ਜੀ ਗੱਲ ਤੁਹਾਡੇ ਨਾਲ ਸਰਸਰੀ ਜੀ ਡਿਸਕਸ ਕਰਨਾ ਕਿ ਮੈਂ ਕੁਝ ਸਾਲ ਪਹਿਲੇ, ਮੈਂ ਪਟੇਲ ਨਗਰ ਦੀ ਗੱਲ ਹੈ, ਕਿਨਾਂ ਦੇ ਕਿਸੇ ਦੇ ਘਰ ਅਸੀਂ ਕੀਰਤਨ ਕਰ ਗਏ, ਅਕੈਡਮੀ ਬੱਚੇ ਵੀ ਨਾਲ ਸੀਗੇ ਉਸ ਜੀ ਵੇਲੇ। ਜੀ ਤੇ ਉਹਨਾਂ ਨੇ ਜੀ ਹੁਕਮਨਾਮਾ ਲੈਣਾ ਜੀ ਪੋਥੀਆਂ ਤੋਂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਜੀ, ਹੁਕਮਨਾਮਾ ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਈਏ, ਤੇ ਤੁਸੀਂ ਪੋਥੀਆਂ ਤੋਂ ਹੁਕਮਨਾਮਾ ਨਾ ਲਓ, ਅਰਦਾਸ ਬੇਨਤੀ ਕਰਕੇ ਗੁਰੂ ਸੱਚੇ ਪਾਤਸ਼ਾਹ ਅੱਗੇ ਤੁਸੀਂ ਕੋਈ ਦਿੱਕਤ ਨਹੀਂ, ਪ੍ਰਸ਼ਾਦ ਵਰਤਾਓ, ਅਗਰ ਨਹੀਂ ਜੀ ਗੁਰੂ ਸਾਹਿਬ ਦਾ ਤੁਸੀਂ ਪ੍ਰਕਾਸ਼ ਕੀਤਾ। ਕਹਿੰਦੇ ਨਹੀਂ ਜੀ, ਸਾਡਾ ਤੇ ਇਹਨਾਂ ਪੋਥੀਆਂ ਤੇ ਵਿਸ਼ਵਾਸ ਹੈ, ਅਸੀਂ ਇਸ ਪੋਥੀ ਤੋਂ ਹੀ ਸਭ ਕੁਝ ਪਾਇਆ ਹੈ। ਮੈਂ ਕਿਹਾ ਤੁਹਾਡੀ ਬੜੀ ਵੱਡੀ ਗਲਤਫਹਿਮੀ ਹੈ। ਗੁਰਬਾਣੀ ਜਿਹੜੀ ਹੈ ਉਹ ਕਿਸੇ ਪੋਥੀ ਦੀ ਮੁਹਤਾਜ ਨਹੀਂ। ਗੁਰਬਾਣੀ ਹੈ, ਗੁਰੂ ਦੀ ਬਾਣੀ ਜਿਹੜੀ ਹੈ, ਤੁਸੀਂ ਬਿਨਾਂ ਪੋਥੀ ਦੇ ਵੀ ਪੜੋਗੇ ਤੇ ਤੁਹਾਡੇ ਤੇ ਉਤਨੀ ਬਖਸ਼ਿਸ਼ ਕਰੇਗੀ ਜਿਤਨੀ ਇਸ ਬਿਲਕੁਲ ਪੋਥੀ ਨਾਲ ਜਾਂ ਕਿਸੇ ਪੋਥੀ ਨਾਲ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈ ਕੇ ਤੁਸੀਂ ਪੜੋ, ਕਿਸੇ ਗੁਰਦੁਆਰੇ ਪੜੋ, ਕਿਸੇ ਪੋਥੀ। ਲੇਕਿਨ ਸਾਡੀ ਸੋਚ ਕਿੱਥੇ ਤੱਕ ਚਲੀ ਜਾਂਦੀ ਹੈ। ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਜੀ, ਇਹ ਪੋਥੀ ਸਾਨੂੰ ਫਲਾਣਿਆਂ ਨੇ ਦਿੱਤੀ ਸੀ, ਤੇ ਅਸੀਂ ਜਦ ਵੀ ਇਸ ਪੋਥੀ ਅੱਗੇ ਅਰਦਾਸ ਕੀਤੀ ਸਾਡੀ ਉਹ ਗੱਲ ਮੰਨੀ ਗਈ। ਅਸੀਂ ਤੇ ਇਸ ਕਰਨਾ, ਅਸੀਂ ਉੱਥੇ ਕੀਰਤਨ ਨਹੀਂ ਕੀਤਾ ਸੀ, ਅਸੀਂ ਉਹਨਾਂ ਨੂੰ ਨਾਰਾਜ਼ ਕਰਕੇ ਆ ਗਏ ਸੀ ਕਿ ਅਸੀਂ ਨਹੀਂ ਇਸ ਸ਼ਰਤ ਤੇ ਕੀਰਤਨ ਕਰਨਾ। ਲੇਕਿਨ ਅੱਜ ਦੁਖਾਂਤ ਇਹ ਹੈ ਕਿ ਸਿੱਖ ਹੀ ਸਿੱਖ ਦਾ ਵੈਰੀ ਹੈ, ਕਿਉਂਕਿ ਗੁਰੂ ਦੀ ਗੱਲ ਅਸੀਂ ਮੰਨਦੇ ਨਹੀਂ। ਮੈਂ ਮਤਲਬ ਗੱਲ ਕਰਦੇ ਕਰਦੇ ਸ਼ਬਦ ਗੁਰੂ ਸਾਹਿਬ ਦਾ ਹੈਗਾ, ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਆਸਾ ਮੱਲਾ ਪੰਜਵਾਂ, ਤੀਰਥ ਜਾਉ ਤਾਂ ਹਉ ਹਉ ਕਰਤੇ, ਉਹ ਪੰਡਤ ਕਰਤੇ ਪੁੱਛੋ तो माया राते, माया राते सो स्थान बतावो मीता, जाके हर हर कीर्तन नीता कीर्तन रहाओ। नीता मतलब ਪਿਆਸ ਕਿਸ ਚੀਜ਼ ਦੀ ਲੱਗੀ ਹੈ ਤੁਹਾਨੂੰ ਨਾ। ਅੱਜ ਪਿਆਸ ਸਾਡੀ ਜਿਹੜੀ ਹੈ ਨਾ, ਉਹ ਸਾਡੀ ਪਿਆਸ ਬਹੁਤ ਲਿਮਿਟਿਡ ਹੋ ਗਈ ਹੈ। ਸਾਡੀ ਪਿਆਸ ਅੱਜ ਦੀ ਪਿਆਸ ਦੂਰ ਕਰਨ ਦੀ ਹੈ, ਪਰਮਾਨੈਂਟ ਪਿਆਸ ਦੂਰ ਕਰਨ ਦੀ ਨਹੀਂ ਹੈ। ਅਸੀਂ ਚਾਹ ਰਹੇ ਹਾਂ ਫਿਲਹਾਲ ਇੱਕ ਗਲਾਸ ਪਾਣੀ ਮਿਲ ਜਾਏ, ਅੱਗੇ ਮਿਲੇ ਨਾ ਮਿਲੇ, ਵੀ ਆਰ ਨਾਟ बिल्कुल ਬੋਦਰਡ। ਬਿਲਕੁਲ बिल्कुल ਗੁਰੂ ਸਾਹਿਬ ਸਾਨੂੰ ਖੂਹ ਦੇ ਰਹੇ ਨੇ ਕਿ ਲੈ ਬੇਟਾ ਤੂੰ ਰੋਜ਼ ਪਿਆਸ ਬੁਝਾ, ਲੇਕਿਨ ਅਸੀਂ ਕਹਿ ਰਹੇ बिल्कुल ਨਹੀਂ, ਸਾਨੂੰ ਖੂਹ ਨਹੀਂ ਚਾਹੀਦਾ, ਸਾਡੀ ਫਿਲਹਾਲ ਪਿਆਸ ਮਿਟ ਜਾਏ, ਤੁਸੀਂ ਇੱਕ ਗਲਾਸ ਮੈਨੂੰ ਪਾਣੀ ਦੇ ਦਿਓ ਤੇ ਬਸ ਮੈਂ ਉਹ ਅੱਗੇ ਦੀ ਅੱਗੇ। ਕਹਿੰਦੇ ਹਾਂ, ਉਹ ਕਹਿੰਦੇ ਨਾ ਕਬੀਰ ਜੀ, ਤੁਸੀਂ ਗੱਲ ਕਹਿ ਰਹੇ ਸੋ ਤੀਰਥ ਜਾਓ ਤਾਂ ਹਾਂ ਕਰਤੇ, ਤੇ ਮੈਨੂੰ ਉੱਥੇ ਹੀ ਇਸ ਵੇਲੇ ਯਾਦ ਆਈ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਮਤਲਬ ਸਿੱਧੀ ਗੱਲ ਆਖ ਦਿੱਤੀ। ਹੁਣ ਜਿਹੜੇ ਨਹੀਂ ਮੰਨ ਸਕਦੇ ਉਹ ਕਹਿੰਦੇ ਬਈ ਕਿਸੇ ਨੂੰ ਹੁਣ ਰੋਕੋ ਨਾ, ਬਸ ਮੰਨਦਾ ਹੈ ਠੀਕ ਹੈ, ਨਹੀਂ ਤੇ ਅੱਗੇ ਵਧੀ ਜਾਓ। ਹੁਣ ਕਿਸੇ ਨੂੰ ਕਦੋਂ ਤੱਕ ਢੋਵੋਗੇ ਤੁਸੀਂ, ਅੰਧੇ ਏਕ ਨਾ ਲਾਗੀ ਜੋ ਬਾਸ ਬਜਾਈਏ ਫੂਕ। ਉਧਰ ਇੱਕ ਗੱਲ ਹੋਰ ਕਹੀ ਕਿ ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਗ ਨਾ ਪਤੀਜੇ, ਨਾ ਪਤੀਜੇ ਤੋ ਕਿਆ ਕੀਜੇ। ਹੁਣ ਕੀ ਕਰੀਏ ਹੁਣ। ਤੇ ਸਤਿਗੁਰੂ ਵੀ ਮਤਲਬ ਸਮਰੱਥ ਹੈ, ਲੇਕਿਨ ਉਹ ਕਹਿੰਦੇ ਨੇ ਬਈ ਸੱਚਾ ਸਤਿਗੁਰੂ ਵੀ ਫਿਰ ਨਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਹੁਣ ਕੀ ਕਰ ਸਕਦੇ ਹਾਂ। ਸਹੀ ਗੱਲ ਹੈ, ਮਤਲਬ ਬੜੀ ਦੁਖਾਂਤ ਵਾਲੀ ਗੱਲ ਹੈ, ਲੇਕਿਨ ਠੀਕ ਹੈ। ਸੰਗਤ ਜੀ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੋ ਮੱਤ ਦਿੱਤੀ ਹੈ, ਇਸ ਨੂੰ ਅਪਣਾਈਏ। ਮੈਂ ਕਿਸੇ ਦੇ ਖਿਲਾਫ ਗੱਲ ਨਹੀਂ ਕਰ ਰਿਹਾ, ਲੇਕਿਨ ਕੋਈ ਵੀ ਗੁਰੂ ਤੋਂ ਵੱਡਾ ਨਹੀਂ ਹੈ। ਕੋਈ ਵੀ ਰਹਿਤ, ਮੈਂ ਹੈਰਾਨ ਹਾਂ, ਮੈਂ ਰਹਿਤਨਾਮੇ ਦੇ ਅਸੀਂ ਸੈਸ਼ਨ ਅੱਗੇ ਕਰਨੇ ਨੇ, ਰਹਿਤ ਮਰਿਆਦਾ ਦੇ, ਸੌਰੀ ਰਹਿਤ ਮਰਿਆਦਾ ਦੀ ਡਿਸਕਸ਼ਨ ਅਸੀਂ ਸ਼ੁਰੂ ਕੀਤੀ ਹੈ, ਇੱਕ ਸੈਸ਼ਨ ਲਿਆ ਹੈ, ਕਿਉਂਕਿ ਜਸਵਿੰਦਰ ਵੀਰ ਜੀ ਅੱਜ ਕੱਲ੍ਹ ਬਿਜ਼ੀ ਨੇ। ਉਹ ਬੱਚਿਆਂ ਦਾ ਕੈਂਪ ਚੱਲ ਰਿਹਾ, ਸਿਰਜਣਾ ਕੈਂਪ, ਤੇ 5 ਤਰੀਕ ਤੱਕ ਉਹਦੇ 'ਚ ਬਿਜ਼ੀ ਨੇ। ਉਸ ਤੋਂ ਬਾਅਦ ਉਹ ਸੈਸ਼ਨਸ ਅਸੀਂ ਕੰਟੀਨਿਊ ਕਰਾਂਗੇ। ਤੇ ਮੈਂ ਉਹਦੇ ਬਾਰੇ ਪੜ੍ਹ ਰਿਹਾ ਸੀ ਵੀਰ ਜੀ, ਮੈਂ ਹੈਰਾਨ ਹੋਇਆ ਕਿ ਨਾਨਕ ਸਰ ਦੀ ਵੀ ਪਾਰਟਿਸਿਪੇਸ਼ਨ ਪੂਰੀ ਸੀਗੀ ਉਸ ਰਹਿਤ ਮਰਿਆਦਾ ਨੂੰ ਬਣਾਉਣ ਦੇ ਲਈ, ਹੈ ਨਾ। ਲੇਕਿਨ ਬਿਲਕੁਲ ਟਕਸਾਲ ਦੀ ਵੀ ਸੀਗੀ, ਹਰ ਜਥੇਬੰਦੀ ਦੀ ਸੀਗੀ ਉਸ ਵਿੱਚ, ਮਤਲਬ ਬਹੁਤ ਸਾਰੀ ਜਥੇਬੰਦੀਆਂ ਦੇ ਨਾਮ ਨੇ, ਲੇਕਿਨ ਦੁਖਾਂਤ ਹਰ ਜਥੇਬੰਦੀ ਦਾ ਆਪਣਾ ਵੱਖਰਾ ਸਿੱਖ ਰਹਿਤ ਮਰਿਆਦਾ ਬਣ ਗਈ ਉਸ ਨੂੰ ਪ੍ਰਮਾਣ ਹੋਣ ਤੋਂ ਬਾਅਦ। ਜੋ ਸਭ ਤੋਂ ਵੱਡਾ ਦੁਖਾਂਤ ਹੈ, ਮੈਂ ਇਸ ਨੂੰ ਅਗਰ ਗਲਤ ਨਾ ਕਵਾਂ ਤੇ ਇਹ ਪੰਥ ਦੇ ਨਾਲ ਧੋਖਾ ਕੀਤਾ ਇਹਨਾਂ ਲੋਕਾਂ ਨੇ। ਮੈਂ ਇਸ ਧੋਖਾ ਨੂੰ ਹੈ, ਇਸ ਤਰ੍ਹਾਂ, ਬਿਲकुल ਮੈਂ ਇਸ ਤਰ੍ਹਾਂ ਦੇਖਣਾ, ਬਹੁਤ ਹੀ ਦੁਖਾਂਤ ਹੈ ਸਾਡਾ ਇਹ ਸਾਨੂੰ। ਲੇਕਿਨ ਮੰਨਣਾ ਵੀ ਸਾਨੂੰ ਪਏਗਾ ਜੀ, ਸਿੱਖਾਂ ਨੂੰ ਜਾਗਣਾ ਪਏਗਾ, ਸਿੱਖਾਂ ਨੂੰ ਸਮਝਣਾ ਪਏਗਾ, ਇਹ ਸਾਡੀ ਗੱਲ ਹੈ ਔਰ ਸਾਨੂੰ ਹੀ ਸੋਲਵ ਕਰਨੀ ਪਏਗੀ। ਸੌਰੀ ਮੈਂ ਥੋੜਾ ਜਿਹਾ ਅਲੱਗ ਚਲਾ ਗਿਆ, ਲੇਕਿਨ ਕਿਉਂਕਿ ਇਸ ਟੌਪਿਕ ਦੀ ਗੱਲ ਹੋ ਰਹੀ ਸੀ ਤੇ ਮੇਰਾ ਦਿਲ ਕੀਤਾ ਮੈਂ ਇਸ ਤੇ ਬੋਲਾਂ। ਇੱਕ ਲਾਸਟ ਸਵਾਲ ਵੀਰ ਜੀ ਲੈ ਲੈਂਦੇ ਹਾਂ, ਹਾਲਾਂਕਿ ਟਾਈਮ ਤੇ ਹੋ ਗਿਆ। ਇੱਕ ਬੱਚੇ ਨੇ ਸਵਾਲ ਭੇਜਿਆ ਜੀ, ਉਹ ਕਹਿੰਦਾ ਹੈ ਜੀ ਕਿ ਪੁਰਾਤਨ ਸਮੇਂ ਵਿੱਚ ਅਸੀਂ ਦੇਖਦੇ ਹਾਂ ਇਤਿਹਾਸ ਵਿੱਚ ਕਿ
ਜਦ ਗੁਰਸਿੱਖ ਜਾਂ ਗੁਰੂ ਸਾਹਿਬ ਬਾਣੀ ਪੜ੍ਹਦੇ ਸੀ ਤੇ ਲੋਕ ਬਹੁਤ ਕਨਵਿੰਸ ਹੁੰਦੇ ਸੀ ਤੇ ਬਾਣੀ ਨਾਲ ਜੁੜਦੇ ਸੀ। ਇਹ ਕਿਹਨਾਂ ਦੀ ਬਾਣੀ ਹੈ, ਮਿਲਣ ਦੀ ਪਿਆਸ ਜਾਗਦੀ ਸੀ ਗੁਰੂ ਪ੍ਰਤੀ। ਅੱਜ ਰਾਤ ਦਿਨ ਅਸੀਂ ਕੀਰਤਨ ਕਰਦੇ ਪਏ ਹਾਂ, ਅਸੀਂ ਰਾਤ ਦਿਨ ਕੀਰਤਨ ਸੁਣਦੇ ਪਏ ਹਾਂ, ਲੇਕਿਨ ਸਾਨੂੰ ਉਹ ਪਿਆਸ, ਸਾਨੂੰ ਫਿਰ ਵੀ ਉਹ ਗੱਲ ਅੰਦਰੋਂ ਜਾਗ ਨਹੀਂ ਰਹੀ। ਸੋ ਇਹ ਇੱਕ ਬੱਚੇ ਨੇ ਮੈਨੂੰ ਸਵਾਲ ਭੇਜਿਆ ਤੇ ਹੀ ਸੇਜ਼ ਵੀ ਸੀ ਇਨ ਦਿਸ, ਐਕਚੁਅਲੀ ਮੈਂ ਤੁਹਾਨੂੰ ਸੱਚ ਬੋਲਾਂ ਤੇ ਮੇਰੇ ਬੇਟੇ ਨੇ ਮੈਨੂੰ ਸਵਾਲ ਪੁੱਛਿਆ 3 ਦਿਨ ਪਹਿਲੇ, ਛੋਟੇ ਨੇ, ਤੇ ਮੈਂ ਸਵਾਲ ਇसी ਕਰਕੇ ਇਸ ਵਿੱਚ ਇਨਕਲੂਡ ਕਰ ਲਿਆ ਹੈ ਕਿ ਸ਼ਾਇਦ ਇਹਨੂੰ ਜਵਾਬ ਮਿਲੇ। ਵੀ ਸੀ ਇਨ ਦੀ ਹਿਸਟਰੀ that Gursikhs recite Gurbani and anybody that listened to that got inquisitive about our Guru. What is now is that we recite Gurbani day and night but nothing changes anymore. So ਇਹ ਕਿਉਂ ਹੈ, ਕੀ ਡਿਫਰੈਂਸ? ਅੱਛਾ, ਇਹਦੇ ਵਿੱਚ ਦੇਖੋ ਵੀਰ ਜੀ, ਬਾਣੀ ਵਿੱਚ ਨਾ ਸਰੋਤਾ ਤੇ ਵਕਤਾ, ਇਹ ਦੋ ਸ਼ਬਦ ਹੈ, ਗਾਣ ਵਾਲਾ ਤੇ ਸੁਣਨ ਵਾਲਾ। ਠੀਕ ਹੈ, ਅਸੀਂ ਅਗਰ ਸਿੱਖ ਆਪਣਾ ਗੁਰ ਇਤਿਹਾਸ ਪੜਾਂਗੇ ਤੇ ਅਸੀਂ ਇਹ ਵੇਖਦੇ ਹਾਂ ਕਿ ਸੱਜਣ ਠੱਗ ਦੀ ਸਰਾਂ ਵਿੱਚ ਜਾ ਕੇ ਤੂੰ ਲੰਬੇ। ਗੁਰੂ ਨਾਨਕ ਨੇ ਬਸ ਇੱਕ ਵਾਰ ਕਿਹਾ ਕਿ ਉਜਲ ਕੇ ਹਾਂ ਚਿਲਕਣਾ ਕੋਟਿਮ ਕਾਲੜੀ, ਮਸਤ ਹੋਤਿਆਂ ਝੂਠ ਨਾ ਉਤਰੇ, ਜਿਸੋ ਧੋਵਾਂ ਤੇ ਸੱਜਣ ਸਹੀ ਨਾਲ, ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇੱਕ ਸ਼ਬਦ ਸਤਿਗੁਰੂ ਜੀ ਨੇ ਸਿਰਫ ਪੜਿਆ, ਸੱਜਣ ਨੇ ਸੁਣਿਆ, ਉਹ ਸ਼ਬਦ ਸੁਣ ਕੇ ਤੇ ਸੱਜਣ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਡਿੱਗ ਗਿਆ। ਠੀਕ ਹੈ, ਗਾਣ ਉਹ ਤੇ ਗੁਰੂ ਨਾਨਕ ਗਾ ਰਹੇ ਸਨ। ਆਪ ਜੀ ਦੇ ਬੇਟੇ ਨੇ ਗੱਲ ਕੀਤੀ ਗੁਰਸਿੱਖਾਂ ਦੀ। ਸੱਚ ਇਹ ਵੇ ਕਿ ਅਗਰ ਇਤਿਹਾਸ ਪੜਾਂਗੇ ਨਾ, ਬੀਬੀ ਅਮਰੋ ਨੇ ਜਦੋਂ ਅੰਮ੍ਰਿਤ ਵੇਲੇ ਸ਼ਬਦ ਪੜਿਆ ਸੀ ਨਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੌ ਗੁਣ ਨਾ ਹੈ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਸ਼ਬਦ ਗੁਰੂ ਅਮਰਦਾਸ ਜੀ ਨੇ ਸੁਣਿਆ ਸੀ, ਮਾਰੂ ਰਾਗ ਦਾ, ਗੁਰੂ ਨਾਨਕ ਸਾਹਿਬ ਜੀ ਦਾ, ਬੀਬੀ ਅਮਰੋ ਦੇ ਮੂੰਹ ਚੋਂ। ਤੇ ਸੁਣਦਿਆਂ ਸਾਰ ਅੰਦਰ ਐਸਾ ਤੀਰ ਵਜਿਆ। ਹੁਣ ਦੇਖੋ, ਸੁਣਾਉਣ ਵਾਲੇ ਦਾ ਜਿਹੜਾ ਅੰਦਰ ਦਾ ਭਾਵ ਸੀ ਉਹ ਕੀ ਸੀ, ਇਹ ਕਿਉਂ ਅਸਰ ਹੋਇਆ ਅਤੇ ਅੱਜ ਅਸਰ ਕਿਉਂ ਨਹੀਂ ਹੋ ਰਿਹਾ? ਗੁਰਸਿੱਖ ਪਹਿਲੇ ਕਰਨੀ ਵਾਲੇ ਸਨ, ਜੀਵਨ ਵਾਲੇ ਸਨ। ਗਿਆਨੀ ਸੰਤ ਸਿੰਘ ਜੀ ਗੱਲ ਇਹ ਕਿਆ ਕਰਦੇ ਸਨ, ਜਿਹਨੇ ਵੈਰਾਗ ਆਪ ਵੇਖਿਆ ਨਾ, ਆਪ ਮਹਿਸੂਸ ਕੀਤਾ ਹੈ, ਉਹੀ ਵੈਰਾਗ ਬਾਰੇ ਜਦੋਂ ਕੋਈ ਗੱਲ ਆਖੇਗਾ ਨਾ ਤੇ ਦੂਸਰੇ ਦੇ ਹਿਰਦੇ ਤੱਕ ਸਿੱਧੀ ਪਹੁੰਚੇਗੀ। ਹੁਣ ਜਿਹਨੇ ਵੈਰਾਗ ਮਹਿਸੂਸ ਨਹੀਂ ਕੀਤਾ, ਉਹ ਕਿਤਾਬਾਂ ਚੋਂ ਪੜ੍ਹ ਕੇ ਸਿਰਫ ਵੈਰਾਗ ਦੀ ਗੱਲ ਕਰੀ ਜਾਵੇ ਤੇ ਦੂਸਰਾ ਉਹਦੇ ਕੰਨਾਂ ਤੱਕ ਮਸਾਂ ਉਹ ਗੱਲ ਪਹੁੰਚੇਗੀ, ਹਿਰਦੇ 'ਚ ਜਾਣੀ ਤੇ ਬੜੀ ਦੂਰ ਦੀ ਗੱਲ ਹੈ। ਇਹਨੂੰ ਇੰਜ ਕਹਿ ਲਓ, ਖੁੰਡੇ ਤੀਰ ਅਸੀਂ ਮਾਰ ਰਹੇ ਹਾਂ ਅੱਜ। ਠੀਕ ਹੈ, ਬਾਣੀ ਕਹਿੰਦੀ ਹੈ, ਹਰ ਪ੍ਰੇਮ ਬਾਣੀ ਮਨ ਮਾਰੀਆ, ਅਣਿਆਲੇ ਅਣੀਆਂ ਰਾਮ ਰਾਜੇ। ਤੇ ਜੀਵਨ ਵਾਲਾ ਜਿਹੜਾ ਬੰਦਾ ਹੋਏਗਾ, ਜੀਵਨ ਵਾਲਾ ਗੁਰਸਿੱਖ, ਉਹਦੇ ਕੋਲ ਸ਼ਬਦਾਂ ਦੇ ਐਸੇ ਤੀਰ ਹੋਣਗੇ ਜਿਹੜੇ ਖੁੰਡੇ ਨਹੀਂ ਹੋਣਗੇ, ਉਹ ਐਸੇ ਤਿੱਖੇ ਤੀਰ ਹੋਣਗੇ ਨਾ, ਔਰ ਅਣਿਆਲੇ ਤੀਰ, ਉਹ ਐਸਾ ਤੀਰ, ਮਤਲਬ ਉਹਦੇ ਸ਼ਬਦਾਂ ਵਿੱਚੋਂ ਹੀ ਐਸਾ ਜਜ਼ਬਾ ਦੂਸਰੇ ਦੇ ਕੰਨਾਂ ਰਾਹੀਂ ਹਿਰਦੇ ਨੂੰ ਵਿੰਨ ਕੇ ਰੱਖ ਦੇਵੇਗਾ। ਇਹ ਜੀਵਨ ਵਾਲਾ, ਸਭ ਤੋਂ ਪਹਿਲੇ ਜੀਵਨ। ਦੂਸਰਾ ਉਹਦਾ ਕਿਰਦਾਰ ਔਰ ਜੀਵਨ, ਚਲੋ ਅਸੀਂ ਕੋਈ ਉਸ 'ਚ ਦੇਖ ਲੈਣਾ, ਵੱਖ ਵੱਖ ਨਹੀਂ ਕਰਦੇ। ਇੱਕ ਹੋਰ ਚੀਜ਼ ਬਾਣੀ 'ਚ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਰਵਾਣ ਕਹਿੰਦੇ ਹਨ ਬਿਨਾਂ ਕਾਮਨਾ ਤੋਂ ਹੈ। ਹੁਣੇ ਕਾਮਨਾ ਦੀ ਗੱਲ ਹੋ ਰਹੀ ਸੀ ਨਾ, ਕਿ ਕਾਮਨਾ ਵਸ ਹੋ ਕੇ ਬਾਣੀ ਦਾ ਬ੍ਰਾਂਡਿੰਗ ਕਰ ਦਿੱਤੀ, ਫਿਰ ਪਾਠਾਂ ਨੂੰ ਵੀ ਅਸੀਂ ਕਲਾਸੀਫਾਈ ਕਰ ਦਿੱਤਾ। ਤੇ ਇਹ ਕੀ ਹੈ? ਐਸਾ ਲੋਕਾਂ ਨੇ ਕੀ ਕੀਤਾ ਜੀ, ਕਿ ਬ੍ਰਾਂਡਿੰਗ ਕਰ ਦਿੱਤੀ, ਕਲਾਸੀਫਿਕੇਸ਼ਨ ਕਰ ਦਿੱਤੀ, ਨਿਰਵਾਣ ਨਹੀਂ ਹੋ ਪਾਏ। ਪਹਿਲੇ ਹੀ ਮਨ ਵਿੱਚ ਵਾਸ਼ਨਾ ਸੀ ਵੀ ਇਹ ਚਾਹੀਦਾ ਤੇ ਤਾਂ ਬਾਣੀ ਪੜ ਰਿਹਾ ਵਾ, ਉਹ ਉਸ ਕਾਮਨਾ ਨੂੰ, ਉਸ ਮਨਸਾ ਨੂੰ ਰੱਖ ਕੇ ਬੰਦਾ, ਇੱਥੇ ਤੇ ਕਿਹਾ ਗਿਆ ਮਨਸਾ ਨੂੰ ਛੱਡ ਕੇ, ਪਿੱਛੇ ਆਸਾਵਾਂ ਨੂੰ ਛੱਡ ਕੇ ਬਿਲਕੁਲ ਖਾਲੀ ਭਾਂਡੇ ਦੀ ਤਰ੍ਹਾਂ ਆ ਜਾ, ਤੇ ਗੁਰੂ ਐਸਾ ਤੇਰਾ ਭਾਂਡਾ ਭਰ ਦੇਵੇਗਾ ਕਿ ਤੂੰ ਅਗਰ ਗੁਰੂ ਕੋਲੋਂ ਮੰਨ ਲਵੋ ਕੋਈ ਸੋਨਾ ਮੰਗ ਰਿਹਾ ਹੋਏਗਾ ਨਾ, ਤੇ ਗੁਰੂ ਰਤਨ ਜਵਾਹਰ ਪਾ ਦੇਵੇਗਾ ਜੋ ਸੋਨੇ ਤੋਂ ਵੀ ਮਹਿੰਗੇ ਹਨ। ਮੇਰੀ ਮੱਤ 'ਚ ਤੇ ਸਿਰਫ ਉਹ ਸੀ ਵੀ ਮੈਂ ਚਾਂਦੀ ਮੰਗ ਲਵਾਂ, ਗੁਰੂ ਨੇ ਰਤਨ ਜਵੇਹਰਾਂ ਨਾਲ ਮੇਰਾ ਜੀਵਨ ਭਰ ਦੇਣਾ। ਪਰ ਬੰਦੇ ਨੂੰ ਉਹੀ ਗੱਲ, ਆਪਣੀ ਮਨਮਤ ਛੱਡ ਨਹੀਂ ਸਕਦਾ, ਆਪਣੀ ਮਤ ਦਾ ਤਿਆਗ ਨਹੀਂ ਕਰਦਾ, ਹੰਗਤਾ ਦਾ ਜਿਹਨੂੰ ਕਹਿੰਦੇ। ਤੇ ਜਦੋਂ ਵੀ ਕੋਈ ਪੁਰਾਤਨ ਗੁਰਸਿੱਖ ਬਾਣੀ ਪੜਿਆ ਕਰਦੇ ਸਨ, ਇੱਕ ਤੇ ਉਹ ਗੁਰੂ ਤੇ ਪੂਰਾ ਵਿਸ਼ਵਾਸ, ਦੂਸਰਾ ਬਾਣੀ ਨੂੰ ਐਕਸਪੀਰੀਅੰਸ ਕਰਦੇ ਸਨ। ਹੁਣ ਚਲੋ ਮੈਂ ਗੱਲ ਫਿਰ ਕਹਿ ਦੇਵਾਂ, ਜਿਵੇਂ ਮੈਂ ਹੁਣੇ ਕਿਹਾ ਸੀ 7 ਜਿਹੜੀਆਂ ਬਾਣੀ ਦੇ ਆਸ਼ੇ ਹਨ, ਬਾਣੀ ਦੀਆਂ 7 ਅਵਸਥਾਵਾਂ ਵੀ ਹਨ ਬਾਣੀ ਨੂੰ ਮਾਣਨ ਦੀਆਂ। ਇਹ ਬੜਾ ਇੰਟਰਸਟਿੰਗ ਇੱਕ ਵਿਸ਼ਾ ਹੈਗਾ ਕਿ ਬਾਣੀ ਨੂੰ ਮਾਨਣ ਦੀਆਂ ਵੀ 7 ਅਵਸਥਾਵਾਂ ਹਨ। ਇਸ ਵਿੱਚ ਪਹਿਲੇ ਲਿਸਨਿੰਗ ਆਉਂਦਾ ਹੈ, ਕਿ ਹੁਣ ਬੱਚਾ ਅਗਰ ਪਿਤਾ ਨਾਲ ਗੁਰਦੁਆਰੇ ਗਿਆ, 2-4 ਮਿੰਟ ਮੈਂ ਵੱਧ ਲੈ ਲਵਾਂਗਾ ਪਰ ਚਲੋ ਕੰਪਲੀਟ ਕਰ ਦੇਵਾਂ। ਵੀਰ ਜੀ ਕੋਈ ਗੱਲ ਨਹੀਂ। ਹਾਂ, ਬੱਚਾ ਹੁਣ ਆਪਣੇ ਪਿਤਾ ਦੇ ਨਾਲ ਗੁਰਦੁਆਰੇ ਗਿਆ, 4-5 ਸਾਲ ਦਾ, ਮੈਂ ਆਪਣੀ ਉਦਾਹਰਣ ਲਵਾਂ, ਮੈਂ ਆਪਣੇ ਦਾਦਾ ਜੀ ਨਾਲ ਜਾਂਦਾ ਸੀ ਤੇ ਮੈਨੂੰ ਸਵੇਰ ਵੇਲੇ ਜਦੋਂ ਜਾਂਦਾ ਸੀ ਨਾ, ਸਿਰਫ ਇੱਕ ਸ਼ਬਦ
बस मेरे दिमाग च आंदा सी जिहड़ा आसा दी वार दे छंता विच राम राजे नहीं कहंदे सन, राम राजे, तेरे मेरे मन च आंदा सी ये कोई राजे दी गल हो रही है, राम राजे कौन है? तो ਉਹ ਅੰਦਰ ਮੇਰੇ ਸਟ੍ਰਾਈਕ ਕਰਦਾ ਰਹਿੰਦਾ ਸੀ ਇਸ ਤਰ੍ਹਾਂ। ਤੇ ਫਿਰ ਉਸ ਤੋਂ ਬਾਅਦ ਸਹਿਜੇ ਸਹਿਜੇ ਜਦੋਂ ਵੱਡੇ ਹੋਏ, ਜਦੋਂ ਬਾਣੀ ਦੀ ਸੋਝੀ ਪੈਣੀ ਸ਼ੁਰੂ ਹੋਈ ਥੋੜੀ ਥੋੜੀ, ਤੇ ਫਿਰ ਪਤਾ ਲੱਗਿਆ, ਮਤਲਬ ਕਹਿਣ ਤੋਂ ਕਿ ਅਸੀਂ ਸੁਣ ਰਹੇ ਸਾਂ ਲੇਕਿਨ ਸਮਝ ਨਹੀਂ ਸੀ ਆ ਰਹੀ। ਲੇਕਿਨ ਸੁਣਨਾ ਵੀ ਗੁਰਬਾਣੀ ਨਾਲ ਜੁੜਨਾ ਹੈ, ਲਿਸਨਿੰਗ। ਲਿਸਨਿੰਗ ਤੋਂ ਬਾਅਦ ਹੈ ਜੀ ਇਹਨੂੰ ਅਸੀਂ ਕਹਿ ਦੇਵਾਂਗੇ ਸਿੰਗਿੰਗ। ਹੁਣ ਜਿਵੇਂ ਤੁਸੀਂ ਵੇਖੋ ਕਈ ਵਾਰ ਛੋਟਾ ਬੱਚਾ ਹੀ ਗੁਰਬਾਣੀ ਦਾ ਕੋਈ ਜੋ ਮੰਗੇ ਠਾਕੁਰ ਉਤਨੇ ਤੇ ਸੁਣ ਕੇ ਆ ਗਿਆ, ਬਸ ਇਹੀ ਪੰਕਤੀ ਉਹ ਕਈ ਵਾਰ ਕਰ ਸਾਰਾ ਦਿਨ ਬੋਲਦਾ ਰਹਿੰਦਾ ਹੈ, ਉਹ ਜੁੜ ਗਿਆ ਉਹਦੇ ਨਾਲ, ਦੂਸਰੀ ਅਵਸਥਾ ਇਹਦੀ। ਉਸ ਤੋਂ ਬਾਅਦ ਹੈ ਜੀ ਰੈਸੀਟੇਸ਼ਨ, ਪਾਠ ਕਰਨਾ। ਹੁਣ ਉਹਦਾ ਮਨ ਕੀਤਾ। ਲਿਸਨਿੰਗ ਔਰ ਜਿਹੜਾ ਹੈ ਸਿੰਗਿੰਗ, ਇਹਦੇ ਵਿੱਚ ਬੰਦੇ ਨੇ ਹਲੇ ਬਾਣੀ ਦੇ ਅੱਖਾਂ ਰਾਹੀਂ ਦਰਸ਼ਨ ਨਹੀਂ ਕੀਤੇ। ਹੁਣ ਉਹਦਾ ਮਨ ਆਇਆ ਕਿ ਮੈਂ ਗੁਟਕਾ ਲਵਾਂ, ਉਹਨੇ ਹੱਥ 'ਚ ਗੁਟਕਾ ਲੈ ਲਿਆ ਤੇ ਗੁਟਕੇ ਤੋਂ ਉਹਨੇ ਪਾਠ, ਇਹਨੂੰ ਕਹਿੰਦੇ ਰੈਸੀਟੇਸ਼ਨ, ਪਾਠ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਚੌਥੀ ਅਵਸਥਾ ਹੈ ਕਿ ਉਸਨੂੰ ਵਿਚਾਰਨਾ, ਉਹ ਥਾਟਸ ਵਿੱਚ, ਉਹ ਥਾਟ ਪ੍ਰੋਸੀਜਰ ਇੱਕ ਬਣਨੀ ਸ਼ੁਰੂ ਹੋ ਗਈ, ਵਿਚਾਰ। ਹੁਣ ਉਹਨੂੰ ਸਮਝ ਆ ਗਿਆ ਵੀ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਇਹਦਾ ਅਰਥ ਕੀ ਹੈ। ਇੱਥੇ ਤੱਕ ਸਾਰੇ ਪਹੁੰਚ ਜਾਂਦੇ ਨੇ, ਪਰ ਇਸ ਤੋਂ ਬਾਅਦ ਅਗਲੀ ਕਠਿਨਾਈ ਸ਼ੁਰੂ ਹੁੰਦੀ ਹੈ, ਜਦੋਂ ਗੱਲ ਸੋਚ ਵਿੱਚ ਆਉਣ ਤੋਂ ਬਾਅਦ, ਸਮਝ ਵਿੱਚ ਆਉਣ ਤੋਂ ਬਾਅਦ ਮੰਨਣ ਦੀ ਆਉਂਦੀ ਹੈ, ਐਕਸੈਪਟੈਂਸ ਦੀ ਆਉਂਦੀ ਹੈ। ਐਕਸੈਪਟਿੰਗ ਤੇ ਕੋਈ ਨਹੀਂ ਆਉਂਦਾ। ਅੱਜ ਦੀ ਜਿਹੜੀ ਹੈ ਨਾ ਸਾਡੀ ਸਾਰੀ ਬਾਣੀ ਪੜਨ ਦੀ ਜਿਤਨੀ ਵੀ ਕਵਾਇਦ ਕਹਿ ਲਈਏ ਚਲੋ, ਜਾਂ ਜਿਤਨਾ ਵੀ ਸਾਡੀ परिश्रम कह लीए, जो भी है साडा उद्यम बाणी दा, ਉਹ ਲਿਸਨਿੰਗ ਤੇ ਨਾਲ ਸਿੰਗਿੰਗ, ਲਿਸਨਿੰਗ ਤੇ ਨਾਲ ਸਿੰਗਿੰਗ, ਤੇ ਉਸ ਤੋਂ ਬਾਅਦ ਰੈਸੀਟੇਸ਼ਨ, ਤੇ ਉਸ ਤੋਂ ਬਾਅਦ ਵਿਚਾਰ ਤੱਕ ਹੈਗਾ। ਵੱਡੇ ਵੱਡੇ ਪ੍ਰਚਾਰਕ ਵੀ ਕੇਵਲ ਵਿਚਾਰ ਤੱਕ ਪਹੁੰਚੇ ਹਨ, ਅਮਲ ਵਿੱਚ ਨਹੀਂ ਆਇਆ, ਐਕਸੈਪਟੈਂਸ ਵਿੱਚ ਨਹੀਂ ਆਇਆ। ਖੇਡ ਉਦੋਂ ਹੀ ਬਣੇਗੀ ਜੀਵਨ ਦੀ ਜਦੋਂ ਅਮਲ ਵਿੱਚ ਆ ਜਾਏਗਾ, ਐਕਸੈਪਟੈਂਸ ਵਿੱਚ। ਇਸ ਤੋਂ ਬਾਅਦ ਹੈ ਜੀ ਫੀਲਿੰਗ। ਜਿਉਂ ਐਕਸੈਪਟੈਂਸ ਹੋਈ ਨਾ ਬਾਣੀ ਦੀ, ਉਹ ਫੀਲ ਹੋਣੀ ਸ਼ੁਰੂ ਹੋ ਜਾਏਗੀ ਤੁਹਾਨੂੰ। ਮੈਂ ਸੱਚੀ ਇਹ ਗੱਲ ਤਜਰਬੇ, ਮਤਲਬ ਗੁਰੂ ਦੀ ਕਿਰਪਾ ਨਾਲ ਦੱਸ ਰਿਹਾ ਹਾਂ, ਤੁਹਾਡੇ ਰੋਮ ਰੋਮ 'ਚ ਉਹ ਬਾਣੀ ਨਾ ਤੁਹਾਨੂੰ ਫੀਲ ਹੋਣੀ ਸ਼ੁਰੂ ਹੋ ਜਾਏਗੀ। ਇਸ ਅਵਸਥਾ ਵਿੱਚ ਆ ਕੇ ਜਦੋਂ ਕੋਈ ਬਾਣੀ ਗਾਏਗਾ ਨਾ, ਉਹਦੀ ਗਾਈ ਹੋਈ ਬਾਣੀ ਦਾ ਦੂਸਰੇ ਤੇ ਸਿੱਧਾ 100% ਅਸਰ ਹੋਏਗਾ। ਤੇ ਆਖਰੀ ਅਵਸਥਾ ਹੈ ਬਿਕਮਿੰਗ। ਬਿਕਮਿੰਗ ਦਾ ਮਤਲਬ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਹੁਣ ਸਿੱਖ ਔਰ ਬਾਣੀ ਵਿੱਚ ਫਰਕ ਹੀ ਨਹੀਂ। ਸਿੱਖ ਚਲਦਾ ਫਿਰਦਾ ਗੁਰਦੁਆਰਾ ਬਣ ਗਿਆ, ਸਿੱਖ ਚਲਦਾ ਫਿਰਦਾ ਬਾਣੀ ਦਾ ਟਿਕਾਣਾ ਬਣ ਗਿਆ, ਉਹ ਬਾਣੀ ਹੀ ਬਣ ਗਿਆ ਬਾਣੀ ਪੜ੍ਹ ਕੇ, ਜਿਹਨੂੰ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਤੇ ਮਤਲਬ ਇਹਨੂੰ ਇਸ ਤਰ੍ਹਾਂ ਸਮਝਣਾ ਕਿ ਚਾਰ ਹਾਲਤਾਂ ਤੱਕ ਅਸੀਂ ਜਦ ਤੱਕ ਬਾਣੀ ਨਾਲ ਜੁੜੇ ਹਾਂ, ਵਿਚਾਰਨ ਤੱਕ, ਲੇਕਿਨ ਐਕਸੈਪਟੈਂਸ ਵਿੱਚ ਨਹੀਂ ਆਈ। ਇਹੀ ਕਾਰਨ ਹੈ ਕਿ ਅੱਜ 24 ਘੰਟੇ ਭਾਵੇਂ ਸਾਡੇ ਕੋਲ ਲਾਈਵ ਕੀਰਤਨ ਪੂਰੇ ਵਰਲਡ ਚੋਂ ਐਪਸ ਵਿੱਚ ਆ ਰਿਹਾ ਹੈ, ਹਰ ਵੇਲੇ ਮਤਲਬ ਲੱਖਾਂ ਸਮਾਗਮ ਹੋ ਰਹੇ ਹਨ, ਹਜ਼ਾਰਾਂ ਲਾਈਵ ਕਥਾ ਕੀਰਤਨ ਸੋਸ਼ਲ ਨੈਟਵਰਕਸ ਤੇ ਚੱਲ ਰਹੇ ਹਨ, ਲੇਕਿਨ ਉਹ ਕੀ ਹੈ ਕਿ ਕੋਈ ਸੁਣਾਉਣ ਦਾ ਇੱਛੁਕ ਹੈ, ਕੋਈ ਸਿਰਫ ਸੁਣਨ ਦਾ ਇੱਛੁਕ ਹੈ। ਸੁਣਾਉਣ ਔਰ ਸੁਣਨ ਵਾਲੇ ਮੰਨਣ ਵਾਸਤੇ ਖਿਮਾ ਕਰਨਾ ਤਿਆਰ ਨਹੀਂ, ਮੇਰੇ ਸਮੇਤ ਮੰਨਦੇ ਨਹੀਂ ਅਸੀਂ ਲੋਕ। ਜਿਸ ਦਿਨ ਮੰਨਣਾ ਸ਼ੁਰੂ ਕਰ ਦੇਵਾਂਗੇ ਨਾ, ਉਹ ਦਿਨ ਸਾਡਾ ਕਿਹਾ ਹੋਇਆ ਇੱਕ ਇੱਕ ਬੋਲ, ਮੈਂ ਉਹੀ ਮੰਨਣ ਤੋਂ ਬਾਅਦ ਮਾਣਾਂਗੇ, ਮਾਣਨ ਤੋਂ ਬਾਅਦ ਅਸੀਂ ਕਿਸੇ ਨੂੰ ਮਨਾਵਾਂਗੇ। ਇਹ ਗੱਲ ਇਨ ਸਮਝ ਲੈਣਾ, ਪਹਿਲੇ ਆਪ ਮੰਨਣਾ, ਫਿਰ ਮੰਨਣਾ, ਤੇ ਫਿਰ ਕਿਸੇ ਨੂੰ ਮਨਾਉਣਾ। ਤੇ ਉਸ ਮਨਾਉਣ ਵਿੱਚ ਕੋਈ ਐਫਰਟ ਨਹੀਂ ਕਰਨਾ ਪਏਗਾ, ਐਫਰਟਲੈਸਲੀ ਬੰਦਾ ਮੰਨਣਾ ਸ਼ੁਰੂ ਕਰ ਦੇਗਾ। ਜਿਵੇਂ ਅਮਰੋ ਜੀ ਨੇ ਕਿਹਾ, ਬਾਣੀ ਉਚਾਰਨ ਕੀਤੀ, ਬਾਬਾ ਅਮਰਦਾਸ ਜੀ ਉੱਠ ਕੇ ਕਹਿਣ ਲੱਗੇ ਧੀਏ ਕਿਹਦਾ ਸ਼ਬਦ ਹੈ, ਬੜਾ ਮਨ ਦੇ ਅੰਦਰ ਵਿਨਿਆ ਗਿਆ। ਉਸ ਦਿਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਦਰ ਤੇ ਚਲੇ ਗਏ। ਫਿਰ ਉਸ ਤੋਂ ਬਾਅਦ ਦੇਖੋ 12 ਸਾਲ ਸੇਵਾ ਕਰਕੇ ਇਸ ਘਰ ਦੇ ਮਾਲਕ ਬਣ ਗਏ। ਤੇ ਇਸ ਕਰਕੇ ਅਸਰ ਨਹੀਂ ਹੋ ਰਿਹਾ ਕਿ ਅਸੀਂ ਕੇਵਲ ਸੁਣਨ ਔਰ ਸੁਣਾਉਣ ਦੇ ਪਹਿਲੇ 4 ਪੜਾਵ ਨਾ ਉੱਥੇ ਫਸੇ ਪਏ ਆ। ਇਹ ਅਰਦਾਸ ਕਰੋ ਕਿ ਬਾਬਾ ਜੀ ਕਿਰਪਾ ਕਰੋ, ਉਦਮ ਕਰੋ, ਕਰਾਵੋ ਠਾਕੁਰ ਪੇਖਤ ਸਾਧੂ ਸੰਗ। ਠੀਕ ਹੈ ਨਾ, ਕੇਵਲ ਗਾਉਂਦਾ ਜਾਂ ਸੁਣਦਾ ਨਾ ਰਵਾਂ, ਇਹਨੂੰ ਮੈਂ ਮੰਨਣਾ ਵੀ ਸ਼ੁਰੂ ਕਰ ਦਿਆਂ। ਮੰਨਣਾ ਤੁਸੀਂ ਆਪ ਹੈ ਬਸ। ਅਰਦਾਸ ਸੱਚਮੁੱਚ ਜੇ ਅਸੀਂ ਕਰਾਂਗੇ ਨਾ, ਯਕੀਨ ਜਾਣਨਾ ਅਰਦਾਸ ਮੰਨਦਾ ਹੈ, ਗੁਰੂ ਮੰਨਦਾ ਹੈ ਬਿਲਕੁਲ। ਜੀਵਨ ਤੋਂ ਬਾਅਦ ਹੀ ਇਹ ਚੀਜ਼ ਹੋ ਪੋਸੀਬਲ ਹੈਗੀ, ਆਪਣੇ ਜੀਵਨ ਤੋਂ ਬਾਅਦ। ਬਹੁਤ ਹੀ ਆਨੰਦ ਬਣਿਆ, ਬੜੇ ਇੰਪੋਰਟੈਂਟ ਕੁਐਸਚਨ ਸੀਗੇ ਅੱਜ ਦੇ, ਮਜ਼ਾ ਆਇਆ ਅੱਜ ਦੇ ਸੈਸ਼ਨ ਵਿੱਚ ਵੀਰ ਜੀ। ਔਰ ਬੜੇ ਪਿਆਰ ਦੇ ਨਾਲ ਆਪ ਜੀ ਨੇ ਐਗਜ਼ਾਮਪਲਸ ਬੜੇ ਅੱਛੇ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਦਾ ਤਹਿ ਦਿਲੋਂ ਧੰਨਵਾਦ ਹੈ। ਕਿਰਪਾ ਕਰੋ ਇਸ ਤਰ੍ਹਾਂ ਹੀ ਆਪਾਂ ਸੈਸ਼ਨ ਚਲਾਉਂਦੇ ਰਹੀਏ, ਬੜਾ ਆਨੰਦ ਬਣਦਾ। ਗੁਰੂ ਦੀ ਮਹਾਰਾਜ ਕਿਰਪਾ ਕਰੇ ਸਾਡੇ ਤੇ ਸਾਰਿਆਂ ਤੇ, ਅਸੀਂ ਕਰ ਸਕੀਏ ਅੱਜ ਦਾ ਸੈਸ਼ਨ। ਨਵੀਰ ਜੀ ਕਹਿ ਰਹੇ ਸੀ, ਮਹਾਰਾਜ ਕਹਿੰਦੇ ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਪਿਤਾ ਦਇਆ ਕਰੇ ਅਸੀਂ ਹੱਥ ਬੰਨ ਕੇ
ਉਸ ਪ੍ਰਭੂ ਦੇ ਚਰਨਾਂ ਦੇ ਵਿੱਚ, ਉਹਦੀ ਸ਼ਰਨ ਵਿੱਚ ਸੱਚੇ ਦਿਲ ਨਾਲ ਚਲੇ ਜਾਈਏ ਤੇ ਮਹਾਰਾਜ ਉਸ ਗਏ ਹੋਏ ਸ਼ਰਨ ਦੀ ਰਾਖੀ ਕਰਕੇ, ਉਹ ਸ਼ਰਮ ਰੱਖ ਕੇ ਸਾਡੀ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰੇ, ਸਾਨੂੰ ਗੁਰਮਤ ਦੀ ਸੋਝੀ ਮਿਲੇ, ਸਾਨੂੰ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਬਖਸ਼ੇ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ। ਐਦਾ ਟਾਈਮ ਥੋੜਾ ਵੱਧ ਲੈ ਲਿਆ ਜੀ, ਸ਼ਮਾ ਦਾ ਜਾਚਕ ਹਾਂ। ਕਹਿੰਦੇ ਸੁਣਦਿਆਂ ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣਾ। ਮਕਸਦ ਮਤਲਬ ਇੱਕੋ ਹੈ ਕਿ ਰਲ ਮਿਲ ਕੇ ਗੁਰੂ ਦੀਆਂ ਗੱਲਾਂ ਕਰੀਏ। ਗੱਲ ਕਿਸੇ ਨੂੰ ਪਿਨ ਪੁਆਇੰਟ ਕਰਨ ਦੀ ਨਹੀਂ ਹੈ, ਸਾਡੇ ਆਪਣੇ ਜੀਵਨ ਦੀ ਹੈ। ਅਸੀਂ ਗੱਲਾਂ ਕਰਕੇ ਆਪਣੇ ਨੂੰ ਸੁਧਾਰਨਾ ਹੈ। ਕਿਸੇ ਵਾਸਤੇ